म्युनिसिपल कारपोरेशन का आया असली चेहरा सामने। 1,75,000 ਦੇ ਵਿੱਚ ਬਣੇ ਆਲੀਸ਼ਾਨ ਘਰ। ਸਾਨੂੰ ਕਹਿੰਦੇ ਸੀ ਵੀ ਤੁਸੀਂ ਢਾ ਲਓ ਤੇ ਫਿਰ ਪੈਸੇ ਢੱਡੇ ਆ ਜਾਣੇ ਆ। ਅੱਛਾ ਅਸੀਂ ਬਿਠਾ ਕੇ ਤਾਂ ਬੈਠ ਗਏ ਉਦਾਂ ਹੀ ਜੀ। ਤੇ ਹੁਣ ਬਿਨਾਂ ਛੱਤ ਤੋਂ ਕਿੱਥੇ ਜਾਣਾ ਹੈਗਾ। ਤੇ ਇਹ ਨਗਰ ਨਿਗਮ ਦੇ ਦਫ਼ਤਰ ਜਦੋਂ ਤੁਸੀਂ ਲੋਕ ਜਾਂਦੇ ਹੋ ਤੇ ਉੱਥੇ ਕੀ ਕਿਹਾ ਜਾਂਦਾ ਹੈ, ਕਿਸ ਦੇ ਨਾਲ ਗੱਲ ਕਰਦੇ ਹੋ ਤੁਸੀਂ ਜਾ ਕੇ? ਇੰਚਾਰਜ ਨਿਰਮਲ ਜੀ, ਨਿਰਮਲ ਕੌਰ ਜਿਸ ਦਾ ਤੁਸੀਂ ਨਾਮ ਲਿਆ, ਕੌਣ ਨੇ ਉਹ ਨਗਰ ਨਿਗਮ ਇੰਚਾਰਜ ਦੇ? ਕਹਿ ਰਹੇ ਆ ਕਿ ਇੱਥੇ ਦੇ ਜੀ। ਇੰਚਾਰਜ ਹੈ ਤੁਹਾਡੇ ਰਾਮਨਗਰ ਮੁਹੱਲੇ ਦੇ ਜੀ ਵੀ ਤੁਹਾਡੀ ਫਾਈਲ ਉਹਨਾਂ ਕੋਲ ਪਈ ਹੈ। ਜੇ ਆਪਾਂ ਉਹਨਾਂ ਕੋਲ ਜਾਂਦੇ ਆ ਤੇ ਉਹ ਕਿਸੇ ਹੋਰ ਕਮਰੇ 'ਚ ਭੇਜ ਦਿੰਦੇ ਵੇ। ਘਰ ਮੈਂ ਰੰਡੀ ਹੈਗੀ ਆ, ਮਾੜਾ ਮੋਟਾ ਫੜ ਕੇ ਲਾਵੇ ਆ, ਬੱਚੇ ਆਪਣੀ ਆਪਣੀ ਕਮਾਉਂਦੇ ਆ। ਜੇ ਸਾਡੇ ਕੋਲ ਤਾਂ ਅਸੀਂ ਕਹਿੰਦੇ ਤਾਂ ਫਿਰ ਸਾਡੇ ਤਾਂ ਬਾਲੇ ਇਦਾਂ ਲੰਮਕਦੇ ਆ, 3-4 ਵਾਰੀ ਭਰੇ ਫਾਰਮ। ਘਰ ਤੁਸੀਂ ਵੇਖਿਆ ਹੈ, ਹੁਣ ਅਸੀਂ ਤੁਹਾਨੂੰ ਘਰ ਦੇ ਮਾਲਕ ਦੇ ਨਾਲ ਗੱਲ ਕਰਵਾਉਂਦੇ ਆ। ਸਤਿ ਸ਼੍ਰੀ ਅਕਾਲ ਅੰਕਲ, ਕੀ ਨਾਮ ਹੈ ਤੁਹਾਡਾ? ਇਹ ਤੁਹਾਡੇ ਬੈਂਕ ਦੀ ਸਟੇਟਮੈਂਟ ਹੈ ਮੈਮ, ਜਿਹਦੇ ਵਿੱਚ 3 ਕਰੋੜ ਰੁਪਇਆ ਪਾਇਆ ਹੋਇਆ ਪਿਛਲੇ ਮਹੀਨੇ ਤੇ ਉਸ ਤੋਂ ਪਿਛਲੇ ਮਹੀਨੇ ਵੀ 3 ਕਰੋੜ ਆਇਆ ਹੈ। ਮੈਮ ਕਈ ਘਰ ਇਸ ਤਰ੍ਹਾਂ ਦੇ ਵੀ ਹੈ ਜਿਨ੍ਹਾਂ ਦੇ ਕੋਠੀਆਂ ਬਣੀਆਂ ਪਈਆਂ, ਕਾਰਾਂ ਆ, ਮਾਰਬਲ ਲੱਗਾ, ਉਹਨਾਂ ਨੇ ਵੀ ਕੱਚੇ ਬਾਲਿਆਂ ਦੇ ਪੈਸੇ ਲੱਗੇ ਤੇ ਉੱਥੇ ਲੋਕਾਂ ਨੇ ਇਹ ਦੱਸਿਆ ਕਿ ਇਹਨਾਂ ਦੇ ਕੱਚੇ ਬਾਲੇ ਸੀਗੇ ਹੀ ਨਹੀਂ, ਸੈਟਿੰਗ ਦੇ ਦੌਰਾਨ ਸਾਰੇ ਪੈਸੇ ਖਾਦੇ ਗਏ ਤੇ ਇਹਦੇ ਵਿੱਚ ਪੂਰੀ ਕਾਰਪੋਰੇਸ਼ਨ ਦੀ ਮਿਲੀ ਭਗਤ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਦਰਪਣ ਪੰਜਾਬ ਤੇ ਮੈਂ ਹਾਂ ਸੁਖਵਿੰਦਰ। ਇਸ ਵੇਲੇ ਅਸੀਂ ਖੜੇ ਹਾਂ ਪੰਜਾਬ ਦੇ ਜਲੰਧਰ ਦੇ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਦੇ ਬਾਹਰ, ਨਗਰ ਨਿਗਮ ਦੇ ਆਫਿਸ ਦੇ ਬਾਹਰ। ਇੱਕ ਬਹੁਤ ਵੱਡਾ ਖੁਲਾਸਾ ਅੱਜ ਅਸੀਂ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ। ਮਿਊਨਿਸਪਲ ਕਾਰਪੋਰੇਸ਼ਨ ਨੇ ਜੋ ਭ੍ਰਸ਼ਟਾਚਾਰ ਜਿਹੜਾ ਕੀਤਾ ਹੈ, ਬਹੁਤ ਵੱਡਾ ਸਕੈਮ ਕੀਤਾ ਹੈ, ਉਸ ਦੇ ਬਾਰੇ ਇੱਕ ਬਹੁਤ ਵੱਡਾ ਖੁਲਾਸਾ ਕਰਨਾ ਹੈ ਅੱਜ ਅਸੀਂ ਤੁਹਾਡੇ ਨਾਲ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਲੈ ਕੇ ਜਾਵਾਂਗੇ ਅਸੀਂ ਜਲੰਧਰ ਦੀ ਰਾਮਨਗਰ ਕਲੋਨੀ ਦੇ ਵਿੱਚ, ਜਿੱਥੇ ਇਹ ਬਹੁਤ ਵੱਡਾ ਸਕੈਮ ਹੋਇਆ ਹੈ ਕਾਰਪੋਰੇਸ਼ਨ ਵੱਲੋਂ ਦੀ। ਤੁਹਾਨੂੰ ਦੱਸਾਂ ਕਿ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਇੱਕ ਐਸੀ ਸਕੀਮ ਚੱਲੀ ਹੋਈ ਹੈ ਜਿਸ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਕੱਚੇ ਘਰ ਨੇ, ਕੱਚੇ ਲੈਂਟਰ ਜਿਹੜੇ ਨੇ, ਕੱਚੇ ਉਹਨਾਂ ਦੀਆਂ ਛੱਤਾਂ ਨੇ, ਉੱਥੇ ਪੱਕੇ ਲੈਂਟਰ ਪਾਉਣ ਦੇ ਲਈ 1,75,000 ਰੁਪਇਆ ਉਹਨਾਂ ਨੂੰ ਮਦਦ ਦਿੱਤੀ ਜਾਂਦੀ ਹੈ ਤਾਂ ਕਿ ਉਹ ਮਦਦ ਦੇ ਨਾਲ ਉਹ ਆਪਣਾ ਘਰ ਪੱਕਾ ਲੈਂਟਰ ਪਾ ਸਕਣ ਉੱਥੇ। ਲੇਕਿਨ ਉਹ ਪੈਸੇ ਪੂਰੇ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚ ਨਹੀਂ ਰਹੇ ਨੇ। ਬਹੁਤ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਇਹ ਨੇ ਕਿ ਉਹਨਾਂ ਨੂੰ ਕਿਸੇ ਨੂੰ ਦੂਸਰੀ ਕਿਸ਼ਤ ਨਹੀਂ ਮਿਲੀ, ਤੀਸਰੀ ਕਿਸ਼ਤ ਨਹੀਂ ਮਿਲੀ, ਕਿਸੇ ਦੀ ਤਾਂ ਫਾਈਲ ਹੀ ਨਹੀਂ ਲਗਾਈ ਗਈ ਹੈ। ਸੋ ਇਸ ਵੇਲੇ ਤੁਹਾਨੂੰ ਉੱਥੇ ਲੈ ਕੇ ਜਾਵਾਂਗੇ। ਉਸ ਤੋਂ ਬਾਅਦ ਅਸੀਂ ਕਾਰਪੋਰੇਸ਼ਨ ਦੇ ਜਿਹੜੇ ਆਲਾ ਅਫਸਰ ਨੇ ਉਹਨਾਂ ਦਾ ਵੀ ਤੁਹਾਨੂੰ ਦੱਸਾਂਗੇ ਕਿ ਆਖਿਰ ਉਹਨਾਂ ਨੇ ਇਹ ਸਕੈਮ ਜਿਹੜਾ ਕੀਤਾ ਹੈ ਉਸ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ। ਦਰਅਸਲ ਸਾਡੇ ਹੱਥ ਕੁਝ ਡਾਕੂਮੈਂਟਸ ਲੱਗੇ ਨੇ, ਕੁਝ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਜਿਸ ਦੇ ਵਿੱਚ ਇੱਕ ਖੁਲਾਸਾ ਹੋਇਆ ਹੈ ਕਿ ਕਾਰਪੋਰੇਸ਼ਨ ਜਲੰਧਰ ਦੇ ਇਸ ਦਫ਼ਤਰ ਦੇ ਵਿੱਚੋਂ ਕੁਝ ਅਫਸਰ ਨੇ ਐਸੇ ਜਿਨ੍ਹਾਂ ਨੇ ਐਡਾ ਵੱਡਾ ਇਹ ਘੁਟਾਲਾ ਕੀਤਾ ਹੈ। ਸਭ ਤੋਂ ਪਹਿਲਾਂ ਰਾਮਨਗਰ ਚੱਲਦੇ ਹਾਂ, ਲੋਕਾਂ ਦਾ ਬਿਆਨ ਲੈਣੇ ਹਾਂ, ਉਸ ਤੋਂ ਬਾਅਦ ਫਿਰ ਵਾਪਸ ਆਵਾਂਗੇ ਨਗਰ ਨਿਗਮ ਦੇ ਆਫਿਸ। ਸੋ ਇਸ ਵੇਲੇ ਪਹੁੰਚ ਚੁੱਕੇ ਹਾਂ ਅਸੀਂ ਜਲੰਧਰ ਦੇ ਰਾਮਨਗਰ, ਜਿੱਥੇ ਇੱਕ ਘਰ ਮਿਲਿਆ ਹੈ ਸਾਨੂੰ, ਜਿਸ ਘਰ ਦੇ ਬਾਹਰ ਤੁਸੀਂ ਲੱਗਿਆ ਹੋਇਆ ਪੱਥਰ ਵੇਖ ਸਕਦੇ ਹੋ। ਇਹ ਪੱਥਰ ਉਸ ਵੇਲੇ ਲੱਗਦਾ ਹੈ ਜਦੋਂ ਘਰ ਦਾ ਕੰਮ ਪੂਰਾ ਹੋ ਜਾਂਦਾ ਹੈ, ਸਰਕਾਰ ਵੱਲੋਂ ਦਿੱਤੀਆਂ ਹੋਈਆਂ ਕਿਸ਼ਤਾਂ ਜਿਹੜੀਆਂ ਨੇ ਉਹ ਪੂਰੀਆਂ ਮਿਲ ਜਾਂਦੀਆਂ ਨੇ। ਸੋ ਇਸ ਪੱਥਰ ਜਿਸ ਘਰ ਦੇ ਬਾਹਰ ਇਹ ਪੱਥਰ ਲੱਗਿਆ ਹੈ, ਉਸ ਘਰ ਦੇ ਮਾਲਕ ਦੇ ਕੋਲ ਅਸੀਂ ਪਹੁੰਚ ਚੁੱਕੇ ਹਾਂ। ਆਓ ਪੁੱਛਦੇ ਹਾਂ ਉਹਨਾਂ ਤੋਂ ਕਿ ਆਖਰ ਉਹਨਾਂ ਨੂੰ ਪੂਰੀਆਂ ਕਿਸ਼ਤਾਂ ਮਿਲ ਗਈਆਂ ਨੇ ਜਾਂ ਨਹੀਂ। ਸਤਿ ਸ਼੍ਰੀ ਅਕਾਲ ਆਂਟੀ, ਕੀ ਨਾਮ ਹੈ ਤੁਹਾਡਾ? ਦੇਵਰਾਜ। ਅੱਛਾ, ਤੇ ਤੁਹਾਡੇ ਘਰ ਦੇ ਬਾਹਰ ਇਹ ਪੱਥਰ ਲੱਗਿਆ ਹੈ ਤੇ ਤੁਹਾਡਾ ਘਰ ਪੂਰਾ ਮੁਕੰਮਲ ਹੋ ਚੁੱਕਿਆ ਹੈ? ਨਹੀਂ, ਹਲੇ ਕੰਮ ਰਹਿੰਦਾ ਆ, ਤਾਂ ਮੈਂ ਕੁਝ ਵਿਆਜੀ ਪੈਸੇ ਚੱਕ ਕੇ ਲਗਾਏ ਆ। 2 ਕਿਸ਼ਤਾਂ ਮਿਲੀਆਂ, ਤੀਸਰੀ ਕਿਸ਼ਤ ਆ ਨਹੀਂ ਰਹੀ। ਅੱਛਾ, ਤੇ ਤੁਹਾਨੂੰ ਪਤਾ ਹੈ ਇਹ ਪੱਥਰ ਕਿਸ ਵੇਲੇ ਲੱਗਦਾ ਘਰ ਦੇ ਬਾਹਰ? ਕਹਿੰਦੇ ਸੀ ਸੈਲਰੀ ਪੂਰੀ ਮਿਲੂ ਤਾਂ ਲੱਗਦਾ ਆ, ਪਰ ਸਾਨੂੰ 2 ਕਿਸ਼ਤਾਂ ਦੇ ਕੇ ਤਾਂ ਫਿਰ ਲੱਗ ਗਏ 800 ਰੁਪਇਆ ਲਗਾਏ ਸੀ ਨਾ। ਅੱਛਾ, ਤੇ ਤੁਹਾਨੂੰ ਟੋਟਲ ਕਿੰਨੇ ਪੈਸੇ ਮਿਲ ਚੁੱਕੇ ਨੇ ਹੁਣ ਤੱਕ? 1,12,000। ਤੇ ਤੁਹਾਨੂੰ ਪਤਾ ਤੁਹਾਨੂੰ ਕਿੰਨੇ ਮਿਲਣੇ ਸੀਗੇ ਸਰਕਾਰ ਵੱਲੋਂ ਪੂਰੇ ਪੈਸੇ? ਕਹਿੰਦੇ ਸੀ 1,75,000 ਮਿਲਣਾ। ਅੱਛਾ, ਤੇ ਜਦੋਂ ਤੁਹਾਨੂੰ ਤੀਸਰੀ ਕਿਸ਼ਤ ਨਹੀਂ ਮਿਲੀ ਤੇ ਉਸ ਵੇਲੇ ਤੁਹਾਡਾ ਘਰ ਪੂਰਾ ਹੋ ਚੁੱਕਿਆ ਸੀ ਕੰਪਲੀਟ? ਨਹੀਂ ਜੀ, ਅਸੀਂ ਵਿਆਜੀ ਪੈਸੇ ਚੱਕ ਕੇ ਲਗਾਏ ਆ। ਹਾਂਜੀ, ਪੈਸੇ ਦੀ ਉਹ ਤਾਂ ਪੈਸੇ ਮਜ਼ਦੂਰਾਂ ਦਾ ਖਰਚਾ ਨਿਕਲ ਜਾਂਦਾ, ਮਿਸਤਰੀ ਦਾ ਖਰਚਾ ਨਿਕਲ ਜਾਂਦਾ। 2-2.5 ਲੱਖ ਰੁਪਈਆ ਮੈਂ ਵਿਆਜੂ ਚੱਕ ਕੇ ਲਗਾਇਆ ਹੈ। ਅੱਛਾ, ਹਾਂਜੀ। ਤੇ ਜਦੋਂ ਤੁਹਾਡੇ ਘਰ ਦੇ ਬਾਹਰੋਂ ਪੱਥਰ ਲਾਉਣ ਆਏ ਸੀਗੇ ਤੇ ਤੁਹਾਨੂੰ ਉਹਨਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ? ਨਹੀਂ, ਕੋਈ ਜਾਣਕਾਰੀ ਨਹੀਂ ਦਿੱਤੀ ਸਾਨੂੰ। ਤੇ ਪੱਥਰ ਜਦੋਂ ਲਗਾ ਰਹੇ ਸੀਗੇ ਤੇ ਉਹਨਾਂ ਨੇ ਤੁਹਾਡੇ ਕੋਲੋਂ ਕਿਸੇ ਚੀਜ਼ ਪਲੇਟ ਲਗਾਉਂਗੇ ਤਾਂ ਤੀਸਰੀ ਕਿਸ਼ਤ ਆਉਣੀ ਹੈ, ਨਹੀਂ ਤਾਂ ਨਹੀਂ ਮਿਲਣੇ ਪੈਸੇ। ਅੱਛਾ, ਮਤਲਬ ਤੁਹਾਨੂੰ ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਆ ਪਲੇਟ ਲਾਵਾਂਗੇ ਤਾਂ ਹੀ ਤੀਸਰੀ ਕਿਸ਼ਤ ਮਿਲਣੀ ਹੈ? ਜੀ, ਫੇਰ ਬਕਾਇਆ ਮਿਲਣਾ ਹੈ। ਇਸ ਨੂੰ ਵੀ 6-7 ਮਹੀਨੇ ਹੋ ਗਏ।
ਅੱਛਾ, ਤੇ ਜਦੋਂ ਤੀਸਰੀ ਕਿਸ਼ਤ ਦੀ ਜਿਹੜੀ ਡਿਮਾਂਡ ਤੁਸੀਂ ਜਿਹੜੀ ਉਹਨਾਂ ਤੋਂ ਕੀਤੀ, ਜਿਹੜੀ ਉਹਨਾਂ ਨੇ ਕਿਹਾ ਪੱਥਰ ਲੱਗੋ ਬਣਾਉਣਾ ਦਿੱਤੀਆਂ ਆ, ਕਾਰਪੋਰੇਸ਼ਨ ਦਫ਼ਤਰ ਵੀ ਦੇ ਕੇ ਆਈਆਂ, ਇੱਥੇ ਦਾਦਾ ਕਲੋਨੀ ਵੀ ਦੇ ਕੇ ਆਈਆਂ, ਪੈਸੇ ਨਹੀਂ ਆ ਰਹੇ। ਅੱਛਾ, ਉਹਨਾਂ ਵੱਲੋਂ ਕੀ ਜਵਾਬ ਦਿੱਤਾ ਜਾ ਰਿਹਾ ਹੈ? ਕਹਿੰਦੇ ਵੀ ਪਿੱਛੋਂ ਹੀ ਸੈਲਰੀਆਂ ਹਲੇ ਬੰਦ ਹੋਈਆਂ ਆ। ਅੱਛਾ, ਮਤਲਬ ਪਿੱਛੋਂ ਪੈਸੇ ਹੀ ਨਹੀਂ ਆ ਰਹੇ ਨੇ। ਹਾਂਜੀ ਨਹੀਂ ਆ ਰਹੇ ਪੈਸੇ ਕਹਿੰਦੇ। ਠੀਕ ਹੈ, ਤੇ ਇਹ ਪੱਥਰ ਜਿਹੜਾ ਲਾਇਆ ਤੁਹਾਡੇ ਘਰ ਦੇ ਬਾਹਰ, ਇਸ ਦੇ ਲਈ ਵੀ ਕੋਈ ਪੈਸਾ ਲਿਆ ਗਿਆ ਤੁਹਾਡੇ ਤੋਂ? ਹਾਂਜੀ ਉਹ ਤਾਂ ਆਮ ਸਾਰੇ ਨਗਦੀ ਕੋਈ ਲਿਆਏ ਆ, ਇਹ 800 ਰੁਪਇਆ ਲੈਂਦੇ ਆ, ਬਾਅਦ ਚ ਲਾਉਂਦੇ ਪਏ। 800 ਰੁਪਇਆ ਇਹ ਪੱਥਰ ਲਾਉਣ ਦਾ ਲਿਆ ਗਿਆ ਕਾਰਪੋਰੇਸ਼ਨ ਵੱਲੋਂ ਤੁਹਾਡੇ ਕੋਲ? ਲਾਉਂਦੇ ਪਹਿਲਾਂ ਪੈਸੇ ਹੀ ਪੁੱਛਦੇ ਆ। ਤੇ ਇਸ ਗਲੀ 'ਚ ਹੋਰ ਕਿੰਨੇ ਘਰ ਨੇ ਬਹੁਤ ਘਰ ਆ ਜਿਨ੍ਹਾਂ ਦੇ ਇਹ ਪੱਥਰ ਲੱਗਿਆ ਹੋਇਆ? ਉਧਰ ਵੀ ਆ, ਦੁਕਾਨ ਵਾਲੇ ਵੀ ਆ, ਕਾਫੀ ਘਰ ਆ ਇਹਨਾਂ ਦੇ ਵੀ ਆ। ਤੇ ਉਹਨਾਂ ਸਾਰਿਆਂ ਦੀ ਵੀ ਇਹੀ ਕਹਾਣੀ ਹੈ? ਸਾਰਿਆਂ ਦੇ ਲੈ ਪੈਸੇ ਲੈਂਦੇ ਆ। ਮੈਂ ਤਾਂ ਕਿਹਾ ਸੀ ਸਾਡੇ ਆਪਣੇ ਬੰਦੇ ਕਾਰਪੋਰੇਸ਼ਨ ਦਫ਼ਤਰ ਲੱਗੇ, ਅਸੀਂ ਪੈਸਾ ਨਹੀਂ ਦੇਣਾ ਜੀ। ਫੇਰ ਵੀ ਕਹਿੰਦੇ ਪਲੇਟ ਫੇਰ ਹੀ ਲੱਗਣੀ ਹੈ, ਪਹਿਲਾਂ ਸਾਨੂੰ ਪੈਸੇ ਦਿਓ। ਠੀਕ ਹੈ, ਹਾਂਜੀ। ਸੋ ਤੁਸੀਂ ਵੇਖਿਆ ਕਿ ਕਾਰਪੋਰੇਸ਼ਨ ਵਾਲਿਆਂ ਦੀ ਦਾਦਾਗਿਰੀ ਤੁਸੀਂ ਦੇਖ ਸਕਦੇ ਹੋ। ਈਵਨ ਕਿ ਆ ਪੱਥਰ ਜਿਹੜਾ ਲਗਾਇਆ ਗਿਆ ਹੈ, ਜੀ ਕਹਿੰਦੇ ਸੀ ਨਹੀਂ ਪੈਸਾ ਦੇਣਾ ਕੋਈ ਵੀ। ਹਾਂਜੀ। ਹਾਲਾਂਕਿ ਇਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਸੀਗੀ, ਇਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਇਹ ਪੱਥਰ ਜਿਹੜਾ ਹੈ ਇਹ ਉਸ ਵੇਲੇ ਲਗਾਇਆ ਜਾਂਦਾ ਹੈ ਜਦੋਂ ਸਰਕਾਰ ਵੱਲੋਂ ਕਿਸ਼ਤਾਂ ਪੂਰੀਆਂ ਹੋ ਜਾਂਦੀਆਂ ਨੇ। ਲੇਕਿਨ ਕਾਰਪੋਰੇਸ਼ਨ ਨੇ ਇਹਨਾਂ ਦੇ ਨਾਲ ਧੋਖਾ ਕੀਤਾ, ਇਹਨਾਂ ਨੂੰ ਝੂਠ ਬੋਲ ਕੇ ਪਹਿਲਾਂ ਤਾਂ ਇਹ ਪੱਥਰ ਲਗਾਇਆ ਗਿਆ, ਇਹ ਕਿਹਾ ਗਿਆ ਕਿ ਤੀਸਰੀ ਕਿਸ਼ਤ ਉਸ ਵੇਲੇ ਮਿਲੇਗੀ ਜਦੋਂ ਇਹ ਪੱਥਰ ਇਹ ਲਗਾ ਲੈਣਗੇ, ਔਰ ਬਕਾਇਦਾ ਇਸ ਪੱਥਰ ਨੂੰ ਲਗਾਉਣ ਦੇ ਲਈ ਵੀ 800 ਰੁਪਇਆ ਲਿਆ ਗਿਆ ਹੈ। ਔਰ ਸਿਰਫ ਇਹਨਾਂ ਦੀ ਇਹ ਕਹਾਣੀ ਨਹੀਂ ਹੈ, ਇਸ ਮੁਹੱਲੇ ਦੇ ਵਿੱਚ, ਇਸ ਗਲੀ ਦੇ ਵਿੱਚ ਜਿੰਨੇ ਵੀ ਘਰ ਬਣਾਏ ਗਏ ਨੇ ਭਾਰਤ ਆਵਾਸ ਯੋਜਨਾ ਵੱਲੋਂ, ਉਹਨਾਂ ਸਾਰਿਆਂ ਘਰਾਂ ਦੇ ਬਾਹਰ ਪੱਥਰ ਲੱਗ ਚੁੱਕੇ ਨੇ। ਲੇਕਿਨ ਉਸ ਦੇ ਬਾਵਜੂਦ ਵੀ ਇਹਨਾਂ ਨੂੰ ਤੀਸਰੀ ਕਿਸ਼ਤ ਜਿਹੜੀ ਹੈ ਨਾ, ਉਹ ਹਾਲੇ ਤੱਕ ਵੀ ਨਹੀਂ ਮਿਲੀ ਹੈ। ਆਓ ਹੋਰਾਂ ਕੋਲੋਂ ਵੀ ਜਾਣਦੇ ਹਾਂ ਕਿ ਆਖਿਰ ਉਹਨਾਂ ਦੀ ਕੀ ਕਹਾਣੀ ਹੈ। ਇਸ ਵੇਲੇ ਅਸੀਂ ਰਾਮਨਗਰ ਮੁਹੱਲੇ ਦੇ ਹੀ ਇੱਕ ਹੋਰ ਦੂਸਰੇ ਏਰੀਆ ਦੇ ਵਿੱਚ ਪਹੁੰਚ ਚੁੱਕੇ ਹਾਂ, ਕਹਿ ਲਈ ਇੱਕ ਹੋਰ ਗਲੀ ਦੇ ਵਿੱਚ ਪਹੁੰਚ ਚੁੱਕੇ ਹਾਂ। ਸਾਨੂੰ ਪਤਾ ਲੱਗਿਆ ਇੱਥੇ ਕੁਝ ਲੋਕਾਂ ਨੇ ਆਪਣੇ ਘਰ ਜਿਹੜੇ ਨੇ ਨਾ, ਉਹ ਕਾਰਪੋਰੇਸ਼ਨ ਵੱਲੋਂ ਕਹਿਣ ਦੇ ਉੱਤੇ ਢਾ ਲਏ, ਕਿਉਂਕਿ ਕਾਰਪੋਰੇਸ਼ਨ ਨੇ ਉਹਨਾਂ ਨੂੰ ਕਿਹਾ ਕਿ ਪਹਿਲਾਂ ਤੁਸੀਂ ਆਪਣੇ ਘਰ ਢਾ ਲਓ, ਉਸ ਤੋਂ ਬਾਅਦ ਸਰਕਾਰ ਵੱਲੋਂ ਜਿਹੜੇ ਪੈਸੇ ਨੇ, ਜਿਹੜੀਆਂ ਕਿਸ਼ਤਾਂ ਨੇ ਤੁਹਾਨੂੰ ਮਿਲ ਜਾਣਗੀਆਂ, ਤਾਂ ਤੁਸੀਂ ਆਪਣੇ ਘਰ ਬਣਾ ਸਕਦੇ ਹੋ, ਛੱਤਾਂ ਪਾ ਸਕਦੇ ਹੋ। ਸੋ ਤੁਸੀਂ ਵੇਖ ਸਕਦੇ ਹੋ ਇੱਥੇ ਕਾਫੀ ਘਰ ਨੇ ਜਿਨ੍ਹਾਂ ਦੇ ਬਾਹਰ ਇਹ ਪੱਥਰ ਜਿਹੜਾ ਹੈ ਨਾ ਲੱਗਿਆ ਹੋਇਆ ਹੈ। ਇੱਧਰ ਵੀ ਦੇਖ ਸਕਦੇ ਹੋ ਤੁਸੀਂ, ਇੱਕ ਘਰ ਇੱਧਰ ਹੈ, ਇਹ ਵੀ ਵੇਖਿਓ ਤੁਸੀਂ। ਹੁਣ ਅਸੀਂ ਚੱਲਦੇ ਆ ਉਹਨਾਂ ਦੇ ਕੋਲ ਜਿਨ੍ਹਾਂ ਨੇ ਆਪਣਾ ਘਰ ਜਿਹੜਾ ਹੈ ਉਹ ਢਾ ਲਿਆ ਹੈ। ਤੁਸੀਂ ਵੇਖ ਸਕਦੇ ਹੋ ਕਿ ਇਸ ਗਲੀ ਦੇ ਵਿੱਚੋਂ ਸਾਹਮਣੇ ਦੇਖ ਸਕਦੇ ਹੋ ਕਿ ਕੀ ਹਾਲਤ ਹੈ। ਸਾਫ਼ ਪਤਾ ਲੱਗਦਾ ਹੈ ਕਿ ਘਰ ਜਿਹੜੇ ਨੇ ਉਹ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਨੇ, ਲੋਕ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਇੱਥੇ ਰਹਿ ਰਹੇ ਨੇ। ਇਹ ਵੀ ਇੱਕ ਸੱਚ ਹੈ ਕਾਰਪੋਰੇਸ਼ਨ ਦਾ, ਜੋ ਵਾਅਦੇ ਕਰ ਰਹੀ ਹੈ ਸਰਕਾਰ ਵੱਲੋਂ ਲੋਕਾਂ ਲਈ ਮਦਦ ਤਾਂ ਦਿੱਤੀ ਜਾ ਰਹੀ ਹੈ, ਲੇਕਿਨ ਲੋਕਾਂ ਤੱਕ ਉਹ ਮਦਦ ਪਹੁੰਚ ਨਹੀਂ ਰਹੀ ਹੈ। ਆਓ ਫਿਰ ਅਸੀਂ ਉਹਨਾਂ ਦੇ ਹੀ ਬਿਆਨ ਲੈਣੇ ਆ, ਗੱਲ ਕਰਦੇ ਹਾਂ ਅਸੀਂ ਉਹਨਾਂ ਦੇ ਨਾਲ ਜਿਨ੍ਹਾਂ ਦਾ ਇਹ ਘਰ ਢਾਇਆ ਜਾ ਚੁੱਕਿਆ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਵੀਰਾ। ਅੱਛਾ ਜੀ, ਸੋ ਇਹ ਜਿਹੜਾ ਘਰ ਸਾਰਾ ਤੋੜਿਆ ਹੈ, ਕਿਸ ਵਜ੍ਹਾ ਨਾਲ ਤੋੜਿਆ ਹੈ? ਇਹ ਸਾਨੂੰ ਕਹਿੰਦੇ ਵੀ ਤੁਸੀਂ ਢਾ ਲਓ ਤੇ ਫੇਰ ਪੈਸੇ ਤੁਹਾਡੇ ਆ ਜਾਣੇ ਆ। ਅੱਛਾ, ਅਸੀਂ ਢਾ ਕੇ ਤਾਂ ਬੈਠ ਗਏ ਉਦਾਂ ਹੀ ਜੀ। ਤੇ ਹੁਣ ਬਿਨਾਂ ਛੱਤ ਤੋਂ ਕਿੱਥੇ ਜਾਣਾ ਹੈਗਾ ਜੀ, ਬਾਹਰ ਹੁਣ ਕਮਰੇ ਦੇ ਕਿਹੜਾ ਸਮਾਨ ਲੈ ਰੱਖੇ ਜੀ। ਫੇਰ ਇਸ ਕਰਕੇ ਅਸੀਂ ਢਾ ਕੇ ਤਾਂ ਫਸ ਗਿਆ। ਦੇਖ ਲਓ ਤੁਹਾਡੇ ਸਾਹਮਣੇ ਕੀ ਮਕਾਨਾਂ ਦਾ ਹਾਲ ਆ। ਜੀ, ਕੋਈ ਪੈਸਾ ਨਹੀਂ ਪਾਇਆ ਨਹੀਂ ਜੀ। ਬਸ ਇਹੀ ਕਹਿੰਦੇ ਆ ਵੀ ਤੁਹਾਡੇ ਅਗਲੇ ਸਾਲ ਚ ਆ ਜਾਊਗੇ ਤਾਂ ਅਗਲੇ ਸਾਲ ਚ ਆ ਜਾਊਗੇ। ਅੱਛਾ, ਨਹੀਂ ਇੱਥੇ ਜਿਵੇਂ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਕਿਸ਼ਤ ਆ ਗਈ, ਦੋ ਕਿਸ਼ਤਾਂ ਆ ਗਈਆਂ, ਤੁਹਾਨੂੰ ਕਿੰਨੀਆਂ ਮਿਲੀਆਂ? ਸਾਨੂੰ ਕੋਈ ਨਹੀਂ ਮਿਲੀ, ਕੋਈ ਕਿਸ਼ਤ ਨਹੀਂ ਮਿਲੀ ਹੈ। ਔਰ ਤੁਹਾਨੂੰ ਇਹ ਘਰ ਢਾਣ ਨੂੰ ਕਿਹਨੇ ਕਿਹਾ ਸੀ? ਵਾਹ, ਮਹੱਲੇ ਦੇ ਬੰਦਿਆਂ ਨੇ ਕਿਹਾ ਸੀ। ਅੱਛਾ, ਕੀ ਕਹਿੰਦੇ? ਉਹ ਕਹਿੰਦੇ ਢਾ ਲਓ ਤੇ ਕਿਸ਼ਤ ਆ ਜਾਊਗੀ। ਅੱਛਾ, ਹਾਂ। ਤੇ ਬਹੁਤ ਲੋਕਾਂ ਦੇ ਘਰ ਦੇ ਬਾਹਰ ਤੀਸਰੀ ਕਿਸ਼ਤ ਜਾਂ ਦੂਸਰੀ ਕਿਸ਼ਤ ਨਾ ਆਣ ਤੇ ਵੀ ਪੱਥਰ ਲੱਗ ਚੁੱਕੇ ਨੇ। ਤੁਹਾਡੇ ਤਾਂ ਹਜੇ ਪੱਥਰ ਵੀ ਨਹੀਂ ਲੱਗਿਆ? ਕੁਝ ਨਹੀਂ ਲੱਗਾ, ਸਾਨੂੰ ਪੈਸਾ ਹੀ ਨਹੀਂ ਕੋਈ ਆਇਆ, ਅਸੀਂ ਫੜ ਫੁੜ ਕੇ ਕਿਤੇ ਲਾਏ ਆ। ਤੇ ਇਸ ਬਾਰੇ ਤੁਸੀਂ ਕਾਰਪੋਰੇਸ਼ਨ ਦੇ ਦਫ਼ਤਰ ਜਾ ਕੇ ਗੱਲ ਨਹੀਂ ਕੀਤੀ? ਉੱਥੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿਹਨੂੰ ਕਹੀਏ। ਅੱਛਾ, ਹਾਂ, ਸਾਨੂੰ ਪਤਾ ਹੀ ਨਹੀਂਗਾ। ਨਹੀਂ ਤੁਸੀਂ ਕਿਸੇ ਖਾਸ ਬੰਦੇ ਨਾਲ ਉੱਥੇ ਜਾ ਕੇ ਗੱਲ ਕੀਤੀ ਹੋਵੇ, ਪਤਾ ਹੋਵੇ ਤੁਹਾਨੂੰ? ਨਾ ਮੈਂ ਨਹੀਂ ਗਿਆ, ਨਹੀਂ, ਮੇਰੇ ਘਰ ਬੜੀ ਗਈ ਸੀਗੀ। ਅੱਛਾ ਅੱਛਾ, ਹਾਂ। ਤੇ ਅੱਗੋਂ ਕੀ ਜਵਾਬ ਮਿਲਿਆ ਉਹਨਾਂ ਨੂੰ? ਉਹ ਕਹਿੰਦੇ ਕਿ ਹੁਣ ਪਹਿਲਾਂ ਬਿੱਲ ਮੀਟਰ ਜਿਹੜਾ ਸੀਗਾ ਪਹਿਲਾਂ ਨਹੀਂ ਉਹਨੇ ਕਿਹਾ ਸੀਗਾ, ਮੀਟਰ ਕਹਿੰਦੇ ਆਪਣੇ ਨਾਂ ਤੇ ਕਰਵਾਓ। ਹੁਣ ਮੀਟਰ ਨਾਂ ਤੇ ਕਰਵਾਇਆ ਤੇ ਹੁਣ ਉਹਦੀ ਮਲਕੀ ਅਸੀਂ ਬਿਜਲੀ ਵਾਲਿਆਂ ਨੂੰ ਕਹਿਣ ਦੇ ਸਾਡੇ ਨਾਂ ਤੇ ਲਾ ਜਾਓ, ਉਹ ਹੱਲੇ ਉਹ ਲਾ ਕੇ ਨਹੀਂ ਜਾਣ ਦੇ। ਤੇ ਉਹ ਕਹਿੰਦੇ ਕੋਈ ਗੱਲ ਨਹੀਂ, ਇਹੀ ਵਰਤੀ ਜਾਓ। ਅਸੀਂ ਕਿਹਾ ਉਹ ਲੈਂਦੇ ਨਹੀਂਗੇ, ਫਾਰਮ ਨਹੀਂ ਲੈਣ ਦੇ। ਸਾਨੂੰ 2-3 ਸਾਲ ਹੋ ਗਏ ਭਰਿਆਂ ਨੂੰ ਤੇ ਕੋਈ ਪੈਸਾ ਨਹੀਂ ਆਇਆ। ਆ ਮਕਾਨ ਦੇਖ ਲਓ ਤੁਸੀਂ, ਪਿੱਛੇ ਟੁੱਟਾ ਪਿਆ ਸਾਰਾ। ਤੇ ਤੁਹਾਨੂੰ ਕਿੰਨੀ ਕੁ ਜ਼ਿਆਦਾ ਇਸ ਵੇਲੇ ਜ਼ਰੂਰਤ ਹੈ ਉਹਨਾਂ ਪੈਸਿਆਂ ਦੀ? ਬਹੁਤ ਜ਼ਰੂਰ, ਤਾਂ ਤੁਹਾਡੇ ਸਾਹਮਣੇ ਆ, ਦੇਖ ਲਓ ਅੰਦਰ ਸਾਰਾ ਟੁੱਟਾ ਪਿਆ ਆ। ਅੰਦਰ ਜਦੋਂ ਮੀਂਹ ਆਉਂਦਾ ਪਾਣੀ ਵਿੱਚੋਂ ਦੀ ਆ ਜਾਂਦਾ ਸਾਰਾ। ਤੇ ਕਿੰਨਾ ਕੁ ਸਮਾਂ ਹੋ ਗਿਆ ਇਹ ਸਾਰੇ ਪ੍ਰੋਸੈਸ ਨੂੰ ਜੋ ਆ ਤੁਹਾਡੇ ਨਾਲ ਹੋ ਰਿਹਾ ਹੈ? ਇਹਨੂੰ 2-3 ਸਾਲ ਹੋ ਚੱਲੇ ਆ ਜੀ।
ਮੇਰੇ ਖੁਦ ਦੇ ਪੈਸੇ ਸੀਗੇ ਜਿਹੜੇ, ਉਹ ਮੈਨੂੰ ਨਾ ਚੈੱਕ ਆਇਆ ਸੀ ਕਹਿੰਦੇ ਆ, ਤੇ ਉਸ ਤੋਂ ਬਾਅਦ ਮੈਂ ਕਿਸੇ ਨੂੰ ਪੁੱਛਿਆ ਵੀ ਮਹੱਲੇ ਦੇ ਮੋਹਤਵਾਰ ਨੂੰ ਵੀ ਮੇਰਾ ਚੈੱਕ ਆਇਆ ਆ ਵੀ ਮੇਰੇ ਡੈਡੀ ਦੀ ਡੈਥ ਹੋ ਗਈ ਆ। ਉਹ ਕਹਿੰਦੇ ਨਹੀਂ, ਤੇਰੇ ਡੈਡੀ ਨੂੰ ਹੀ ਮਿਲਣੇ ਆ, ਤੈਨੂੰ ਨਹੀਂ ਮਿਲ ਸਕਦੇ, ਤੇ ਉਹ ਤੇਰਾ ਚੈੱਕ ਵਾਪਸ ਚਲਾ ਗਿਆ। ਤੇ ਫਿਰ ਮੈਂ ਇੱਕ ਦੋ ਜਣੇ ਨਾਲ ਗੱਲ ਕੀਤੀ, ਉਹ ਕਹਿੰਦੇ ਤੇਰਾ ਚੈੱਕ ਭੰਡਾਰੀ ਸਾਹਿਬ ਕੋ ਪਿਆ ਆ। ਭੰਡਾਰੀ ਸਾਹਿਬ ਕੌਣ ਭੰਡਾਰ ਜੀ? ਸਾਹਿਬ ਇੱਥੇ ਦੇ ਐਮਐਲਏ ਸੀ, ਐਕਸ ਐਮਐਲਏ ਆ, ਜੀ ਉਹਨਾਂ ਕੋਲ ਪਿਆ ਆ। ਤੇ ਫਿਰ ਮੈਂ ਉਹਨਾਂ ਦੇ ਜਿੱਦਾਂ ਕਿ ਕੌਂਸਲਰਾਂ ਨਾਲ, ਉਹਨਾਂ ਦੇ ਕੌਂਸਲਰਾਂ ਨਾਲ ਗੱਲ ਕੀਤੀ, ਉਹ ਕਹਿੰਦੇ ਤੇਰਾ ਚੈੱਕ ਵਾਪਸ ਚਲਾ ਗਿਆ, ਵੀ ਉਹ ਹੋਇਆ ਨਹੀਂ, ਪਾਸ ਨਹੀਂ ਹੋਇਆ, ਵੀ ਉਹ ਚੈੱਕ ਤੇਰੇ ਡੈਡੀ ਨੂੰ ਮਿਲਣਾ ਹੈਗਾ। ਪਰ ਡੈਡੀ ਮੇਰੇ ਦੀ ਡੈਥ ਹੋ ਗਈ ਹੈ, 5 ਸਾਲ ਹੋ ਗਏ ਅੱਜ। ਪਰ ਉਹ ਫਿਰ ਆਪਾਂ ਕੋਈ ਗੱਲ ਹੀ ਨਹੀਂ ਕੀਤੀ, ਨਹੀਂ ਤਾਂ ਮੈਂ ਵੀ ਆਪਣਾ ਘਰ ਥੋੜਾ ਮੋਰੇ ਢਾਹ ਦਿੱਤਾ ਸੀਗਾ। ਉਹ ਤਾਂ ਮੈਨੂੰ ਕਿਸੇ ਨੇ ਕਹਿ ਦਿੱਤਾ ਵੀ ਨਾ ਢਾਏ, ਪੈਸੇ ਨਹੀਂ ਆਣੇ। ਮੈਂ ਕਿਹਾ ਠੀਕ ਹੈ, ਆਪਾਂ ਢਾਏ ਨਹੀਂ ਮੁੜ ਕੇ। ਹਾਂਜੀ, ਤੁਸੀਂ ਵੇਖ ਸਕਦੇ ਹੋ ਕਿ 3 ਸਾਲ ਹੋ ਗਏ ਨੇ ਇਹ ਸਾਰਾ ਚੱਕਰ ਜੋ ਚੱਲ ਰਿਹਾ ਹੈ। 3 ਸਾਲ ਤੋਂ ਲੋਕ ਇਸ ਤਰ੍ਹਾਂ ਰਹਿ ਰਹੇ ਨੇ, ਹਾੜੇ ਕੱਢ ਰਹੇ ਨੇ ਨਿਗਮ ਦੇ ਕਿ ਬਈ ਸਾਡੀਆਂ ਕਿਸ਼ਤਾਂ ਦਿਓ, ਸਾਡੇ ਪੈਸੇ ਜੋ ਸਰਕਾਰ ਵੱਲੋਂ ਸਾਡੇ ਲਈ ਭੇਜੇ ਗਏ ਨੇ ਉਹ ਸਾਡੇ ਤੱਕ ਪਹੁੰਚਾਓ। ਸੂਤਰਾਂ ਤੋਂ ਇੱਕ ਹੋਰ ਖਬਰ ਸਾਨੂੰ ਮਿਲੀ ਹੈ, ਇੱਥੇ ਦੇ ਲੋਕਾਂ ਤੋਂ ਪੁੱਛਣ ਦੇ ਉੱਤੇ ਪਤਾ ਲੱਗਿਆ ਕਿ ਇਹਨਾਂ ਤੋਂ ਉਹ ਕਿਸ਼ਤਾਂ ਜਿਹੜੀਆਂ ਨੇ, ਇਹਨਾਂ ਦੇ ਨਾਮ ਨੇ ਜੋ ਕਿਸ਼ਤਾਂ, ਇਹਨਾਂ ਦੇ ਲਈ ਜੋ ਪੈਸੇ ਆ ਰਹੇ ਨੇ, ਉਹਨਾਂ ਦੀ ਐਵਜ ਦੇ ਵਿੱਚ ਕੁਝ ਰਿਸ਼ਵਤ ਮੰਗੀ ਜਾ ਰਹੀ ਹੈ, ਇਹ ਕਹਿ ਕੇ ਕਿ ਬਈ ਇਹ ਪੈਸੇ ਜਿਹੜੇ ਨੇ ਤੁਹਾਡੇ ਜਿਹੜੇ ਗੁਰਦੁਆਰੇ ਦੀ ਸੇਵਾ ਦੇ ਵਿੱਚ ਲੱਗਣਗੇ। ਗੁਰਦੁਆਰੇ ਦੇ ਵਿੱਚ ਸੇਵਾ ਕਰਨਾ ਤੇ ਆਪਣੀ ਆਪਣੀ ਸ਼ਰਧਾ ਹੁੰਦੀ ਹੈ, ਉਹ ਤਾਂ ਆਪਣੀ ਮਰਜ਼ੀ ਹੈ, ਕੋਈ ਕਰਨਾ ਚਾਹੁੰਦਾ ਹੈ, ਕੋਈ ਨਹੀਂ ਕਰਨਾ ਚਾਹੁੰਦਾ। ਜੋ ਜਿੰਨਾ ਦੇਣ ਲਈ ਸਮਰੱਥ ਹੈ ਉਨੀ ਹੀ ਦੇਗਾ। ਪਰ ਇਹ ਕਿਹਾ ਜਾਂਦਾ ਹੈ, ਬਲੈਕਮੇਲ ਕੀਤਾ ਜਾਂਦਾ ਹੈ ਕਿ ਬਈ ਜੇ ਤੁਸੀਂ ਗੁਰਦੁਆਰੇ ਦੀ ਸੇਵਾ ਲਈ ਪੈਸੇ ਦੋਗੇ ਤਾਂ ਤੁਹਾਨੂੰ ਭਾਰਤ ਸਰਕਾਰ ਵੱਲੋਂ ਆਵਾਸ ਯੋਜਨਾ ਦੇ ਤਹਿਤ ਜਿਹੜੇ ਤੁਹਾਡੇ ਪੈਸੇ ਨੇ ਉਹ ਮਿਲਣਗੇ। ਸੋ ਆਪਾਂ ਹੋਰ ਜਿਹੜੇ ਲੋਕ ਨੇ ਜਿਨ੍ਹਾਂ ਨਾਲ ਇਹ ਘਟਨਾ ਘਟੀ ਹੈ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕੀ ਕਹਾਣੀ ਹੈ ਜੀ? ਸਾਡੇ ਮੈਡਮ 2 ਕਿਸ਼ਤਾਂ ਆ ਗਈਆਂ, ਸਾਡੀ ਜੀ। ਤੀਜੀ ਕਿਸ਼ਤ ਨਹੀਂ ਆਈ। ਜੀ 8-9 ਮਹੀਨੇ ਹੋ ਗਏ, ਅਸੀਂ ਪੈਸੇ ਚੱਕ ਕੇ ਲਾਏ ਸੀਗੇ, ਸਾਡੇ ਦੇਣ ਵਾਲੇ ਪੈਸੇ ਉਦਾਂ ਹੀ ਆ ਹਜੇ। ਜੀ ਹਾਂਜੀ, ਸਾਤੋਂ ਲੈਣ ਵਾਲੇ ਆਉਂਦੇ, ਅਸੀਂ ਕਿੱਥੋਂ ਦਈਏ? ਅਸੀਂ ਤਾਂ ਕਹਿੰਦੇ ਸੀ ਸਾਡੀ ਕਿਸ਼ਤ ਚੱਲ ਆ ਜਾਵੇ ਤਾਂ ਅਸੀਂ ਮੋੜ ਦੇਈਏ। ਜੀ ਹਾਂਜੀ, ਸਾਡੀ ਕਿਸ਼ਤ ਨਹੀਂ ਆ ਰਹੀ ਮੈਡਮ। ਤੇ ਇਸ ਬਾਰੇ ਤੁਸੀਂ ਕਾਰਪੋਰੇਸ਼ਨ ਨਾਲ ਕੋਈ ਗੱਲ ਕੀਤੀ? ਹਾਂਜੀ ਮੈਡਮ, ਗਈ ਸੀਗੀ, ਉਹ ਕਹਿੰਦੇ ਜੀ। ਵੀ ਰੁਕੇ ਹੋਆ, ਸਰਕਾਰ ਵੱਲੋਂ ਪੈਸੇ ਹਜੇ ਰੁਕੇ ਹੋਆ, ਤੁਹਾਡੇ ਪੈਸੇ ਆ ਜਾਣੇ ਆ, ਤੁਹਾਨੂੰ ਆਉਣ ਦੀ ਲੋੜ ਨਹੀਂ। ਤੇ ਕਿੰਨਾ ਚਿਰ ਹੋ ਗਿਆ ਇਸ ਗੱਲ ਨੂੰ? 8-9 ਮਹੀਨੇ ਹੋ ਗਏ ਮੈਡਮ ਇਸ ਗੱਲ ਨੂੰ। 8-9 ਮਹੀਨੇ ਤੋਂ ਇਹਨਾਂ ਦੀ ਤੀਸਰੀ ਕਿਸ਼ਤ ਨਹੀਂ ਆ ਰਹੀ। ਸਾਡੀ ਪਲੇਟ ਲੱਗੀ, ਉਸ ਤੋਂ ਬਾਅਦ ਚ ਕਿਸ਼ਤ ਨਹੀਂ ਆਈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜਿਹੜੀ ਪਲੇਟ ਜਿਹੜੀ ਘਰ ਮੁਕੰਮਲ ਹੋਣ ਤੇ ਲੱਗਣੀ ਸੀਗੀ ਘਰ ਦੇ ਬਾਹਰ, ਉਹ ਲੱਗ ਚੁੱਕੀ ਹੈ ਇਹਨਾਂ ਦੇ ਘਰ ਦੇ ਬਾਹਰ। ਯਾਨੀ ਕਿ ਉਹਨਾਂ ਵੱਲੋਂ ਕੰਮ ਪੂਰਾ ਹੋ ਚੁੱਕਿਆ ਹੈ, ਲੇਕਿਨ ਮਦਦ ਜਿਹੜੀ ਇਹਨਾਂ ਤੱਕ ਪਹੁੰਚੀ ਹੀ ਨਹੀਂ ਹੈ। ਸਿਰਫ ਇੱਕ ਦਿਖਾਵਾ ਜਿਹੜਾ ਹੈ ਨਾ ਉਹ ਹੋ ਰਿਹਾ ਹੈ ਕਾਰਪੋਰੇਸ਼ਨ ਵੱਲੋਂ, ਇੱਕ ਸਰਕਾਰ ਨੂੰ ਦਿਖਾਉਣ ਦੇ ਲਈ ਕਿ ਜੀ ਅਸੀਂ ਆਪਣਾ ਕੰਮ ਪੂਰਾ ਕਰ ਲਿਆ। ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਕੰਮ ਜੇ ਉਹਨਾਂ ਵੱਲੋਂ ਪੂਰਾ ਹੋ ਗਿਆ ਹੈ, ਇਸ ਦਾ ਮਤਲਬ ਇਹ ਹੈ ਕਿ ਸਰਕਾਰ ਵੱਲੋਂ ਪੈਸੇ ਤਾਂ ਪੂਰੇ ਆ ਚੁੱਕੇ ਨੇ, ਲੇਕਿਨ ਉਹ ਪੈਸੇ ਗਏ ਕਿੱਥੇ? ਕਿਉਂਕਿ ਇਹਨਾਂ ਲੋਕਾਂ ਤੱਕ ਤਾਂ ਪਹੁੰਚੇ ਹੀ ਨਹੀਂ ਆ। ਅੱਗੇ ਵਧਦੇ ਆ, ਹੋਰ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਪਤਾ ਲੱਗਿਆ ਕਿ ਅਸੀਂ ਆਏ ਆ, ਸਾਰੇ ਪਹੁੰਚ ਰਹੇ ਨੇ ਇੱਥੇ ਬਾਰੀ-ਬਾਰੀ ਆਪਣੇ ਬਿਆਨ ਦੇਣ ਦੇ ਲਈ ਕਿ ਸਾਡੇ ਨਾਲ ਕੀ ਹੋਇਆ ਹੈ। ਇੱਕ ਬਜ਼ੁਰਗ ਨੇ ਇੱਥੇ ਸਾਡੇ ਕੋਲ ਖੜੇ ਨੇ, ਸੋ ਪੁੱਛਦੇ ਆ ਉਹਨਾਂ ਨੂੰ। ਸਤਿ ਸ਼੍ਰੀ ਅਕਾਲ ਆਂਟੀ, ਕੀ ਨਾਮ ਹੈ ਤੁਹਾਡਾ? ਚੀਨੀ। ਅੱਛਾ, ਤੁਹਾਡੇ ਨਾਲ ਵੀ ਇਦਾਂ ਹੀ ਹੋਇਆ ਹੈ? ਸਾਡੇ ਨਾਲ ਤਾਂ ਭੈਣ ਜੀ ਹਜੇ ਹੋਇਆ ਹੀ ਨਹੀਂ ਬੇਟਾ ਕੁਝ ਵੀ। ਸਾਡੇ ਤਾਂ ਬਾਲੇ ਇਦਾਂ ਲਮਕਦੇ ਆ, 3-4 ਵਾਰੀ ਭਰੇ ਫਾਰਮ, ਤੇ ਅੱਜ ਆਉਂਦੇ ਕੱਲ ਆਉਂਦੇ ਆ, ਤੇ ਸਾਨੂੰ ਕੋਈ ਨਹੀਂ ਆਇਆ ਪੈਸਾ। ਤੁਹਾਨੂੰ ਇਹ ਕਿਹਾ ਗਿਆ ਕਿ ਤੁਹਾਡੇ ਪੈਸੇ ਆ ਜਾਣੇ ਨੇ? ਹਾਂ, ਵੀ ਆ ਜਾਣਗੇ, ਫਾਰਮ ਚਲੇ ਗਏ ਆ। ਮਤਲਬ ਲਾਰਾ ਲਾ ਦਿੱਤਾ ਗਿਆ ਹੈ ਕਿ ਬਈ ਤੁਹਾਡੇ ਪੈਸੇ ਜਿਹੜੇ ਨੇ ਨਾ ਉਹ ਆ ਜਾਣੇ ਨੇ। ਬਾਲੇ ਕਿੱਦਾਂ ਲਮਕਦੇ ਪੁੱਤ ਜੀ, ਏਦਾਂ ਥੱਲੇ ਨੂੰ ਲਮਕਦੇ ਬਾਲੇ। ਤੇ ਰਾਤ ਕੱਢੀ ਦੀ ਅਸੀਂ ਹੁਣ ਵੀ ਨਾ ਡੇਪਣ, ਹੁਣ ਵੀ ਨਾ ਡੇਪਣ ਜੀ। ਇੱਕ ਮੈਂ ਇੱਕ ਮੇਰੀ ਬੇਟੀ ਆ, ਕੋਈ ਹੈ ਟਾਈਮ ਹੈ ਤੁਹਾਡੇ ਘਰ ਦੇ ਵਿੱਚ ਕੋਈ ਪੁਰਸ਼ ਨਹੀਂ ਹੈ, ਕੋਈ ਮਰਦ ਨਹੀਂ ਹੈ? ਮੈਂ ਤੇ ਮੇਰੀ ਕੁੜੀ ਆ, ਕੁੜੀ ਮੇਰੀ ਵਿਆਹੀ ਸੀ, ਉਹਦਾ ਵੀ ਤਲਾਕ ਹੋ ਗਿਆ, ਉਹਨੇ ਵੀ ਸਾਨੂੰ ਪੈਸਾ ਨਹੀਂ ਦਿੱਤਾ ਜੀ। ਐਡੇ ਸਾਡੇ ਨਾਲ ਲੋਕਾਂ ਨੇ ਬੇਈਮਾਨੀ ਕੀਤੀ ਆ ਜੀ। ਤੁਸੀਂ ਦੇਖ ਸਕਦੇ ਹੋ ਇਹਨਾਂ ਬਜ਼ੁਰਗਾਂ ਦਾ ਦਿਲ ਦਿਖਾ ਕੇ ਇਹ ਕਾਰਪੋਰੇਸ਼ਨ ਵਾਲੇ ਕਿੱਥੇ ਜਾਣਗੇ, ਆਖਿਰ ਇਹਨਾਂ ਦਾ ਕੀ ਹੋਵੇਗਾ। ਪਰ ਬੜੇ ਹੀ ਬੇਸ਼ਰਮ ਕਿਸਮ ਦੇ ਉਹ ਲੋਕ ਨੇ ਜਿਹੜੇ ਇਹੋ ਜਿਹੇ ਗਰੀਬ ਲੋਕਾਂ ਦੇ ਨਾਲ ਧੋਖਾ ਕਰ ਰਹੇ ਨੇ। ਬਹੁਤ ਸਾਰੇ ਲੋਕ ਨੇ, ਮੈਂ ਤਾਂ ਕਹਿੰਦੀ ਹਾਂ ਕਿ ਸਮਾਂ ਵੀ ਨਹੀਂ ਹੈ ਸ਼ਾਇਦ ਸਾਡੇ ਕੋਲ ਇੰਨਾ, ਪਰ ਲੋਕ ਬਹੁਤ ਜ਼ਿਆਦਾ ਨੇ। ਦੁੱਖ ਜਿਹੜੇ ਲੋਕ ਸਹਿ ਰਹੇ ਨੇ ਇਸ ਵੇਲੇ ਕਾਰਪੋਰੇਸ਼ਨ ਦਾ, ਉਹ ਇੱਥੇ ਕਈ ਸਾਰੀ ਗਿਣਤੀ ਦੇ ਵਿੱਚ ਲੋਕ ਨੇ। ਸੋ ਇੱਕ ਹੋਰ ਬਜ਼ੁਰਗ ਲੇਡੀ ਨੇ, ਤੁਹਾਡੇ ਨਾਲ ਵੀ ਇਹੀ ਹੋਇਆ? ਸਾਡੇ ਨਾਲ ਏਦਾਂ ਹੀ 2 ਬੁੱਧ ਪਲੇਟ ਲੱਗੀ ਆ, 2 ਕਿਸ਼ਤਾਂ 2 ਆਈਆਂ ਬੇਟਾ, ਉਹ ਵੀ ਪੈਸੇ ਨਾਲ ਨੇ। ਘਰ ਮੈਂ ਰੰਡੀ ਹੈਗੀ ਆ, ਮਾੜਾ ਮੋਟਾ ਫੜ ਕੇ ਲਾਵੇ ਆ, ਬੱਚੇ ਆਪਣੀ ਆਪਣੀ ਕਮਾਉਂਦੇ ਆ, ਜੇ ਸਾਡੇ ਕੋਲ ਵੀ ਤਾਂ ਅਸੀਂ ਕਹਿੰਦੇ ਤਾਂ ਫਿਰ ਕੀ ਜੀ। ਆਹੋ, ਤੇ ਉਹ ਹੁਣ ਉਦਾਂ ਹੀ ਪਲੇਟਾਂ ਲੱਗੀਆਂ, ਮੁੜ ਕੇ ਪੈਸਾ ਨਹੀਂ ਕੋਈ ਆਇਆ। ਪਲੇਟ ਇਹਨਾਂ ਦੇ ਘਰ ਦੇ ਬਾਹਰ ਵੀ ਲਗਾਈ ਜਾ ਚੁੱਕੀ ਹੈ ਕਿ ਬਈ ਉਹਨਾਂ ਵੱਲੋਂ ਕੰਮ ਖਤਮ ਹੋ ਚੁੱਕਿਆ ਹੈ, ਪੈਸੇ ਇਹਨਾਂ ਤੱਕ ਪਹੁੰਚ ਗਏ ਨੇ। ਇਹ ਉਹਨਾਂ ਦਾ ਇਹ ਕਹਿਣਾ ਹੈ ਪਲੇਟ ਲਗਾਉਣ ਤੋਂ ਬਾਅਦ। ਸੋ ਪੈਸੇ ਇਹਨਾਂ ਤੱਕ ਤੀਸਰੀ ਕਿਸ਼ਤ ਨਹੀਂ ਪਹੁੰਚੀ, ਤੁਹਾਡੇ ਕੋਲੋਂ ਪੈਸੇ ਤਾਂ ਨਹੀਂ ਮੰਗ ਰਹੇ ਤੀਸਰੀ ਕਿਸ਼ਤ ਦੇ ਫਿਲਹਾਲ? ਨਹੀਂ ਤਾਂ ਤੁਸੀਂ ਇਸ ਬਾਰੇ ਕਿਤੇ ਗੱਲ ਕੀਤੀ? ਕਿਹਾ ਸੀਗਾ ਬਈ ਅਸੀਂ ਗੁਰਦੁਆਰੇ ਨੂੰ ਵੀ ਜਾਣੇ ਦਾਨ ਕਰਨਾ। ਮੈਂ ਕਿਹਾ ਜੇ ਸਾਨੂੰ ਮਿਲੂਗਾ ਅਸੀਂ ਆਪਣੀ ਹੋਬਣਾ ਅਸੀਂ ਗੁਰਦੁਆਰੇ 'ਚ ਰੱਖਾਂਗੇ।
ਅਸੀਂ ਇਹ ਕਿਹਾ ਵੀ ਦੇਣੇ ਨਹੀਂ, ਗੁਰਦੁਆਰੇ ਦੇ ਵਿੱਚ ਰੱਖਾਂਗੇ ਜ਼ਰੂਰ, ਉਹ ਬੇਨਤੀ ਕਰਾਂਗੇ ਬਾਬਾ ਜੀ ਤੁਸੀਂ ਸਾਨੂੰ ਦਿੱਤੇ ਅਸੀਂ ਦੇ ਦਿੱਤੇ ਆ। ਗੁਰਦੁਆਰੇ ਦੇ ਵਿੱਚ ਹੈਂ? ਪੈਸੇ ਦਾਨ ਕਰਨ ਨੂੰ ਹਾਂ, ਕਿਹਨੇ ਹਾਂ। ਕਿਹਾ ਸੀਗਾ? ਉਹ ਜਿਹੜੇ ਵਿਚਲੇ ਉਤਲੇ ਹੁਣ ਜਿੱਦਾਂ ਸਾਰਿਆਂ ਨੂੰ ਕਹਿੰਦੇ ਸਾਨੂੰ ਕਰੋ, ਸਾਨੂੰ ਦੇਵੋ, ਉਧਰੋਂ ਪੈਸੇ ਆਉਣਗੇ, ਹੁਣ ਕਹਿੰਦੇ ਗਵਰਨਮੈਂਟ ਕੋ ਪੈਸੇ ਹੀ ਮੁੱਕੇ ਆ। ਉਹ ਸਾਰੇ ਇਦਾਂ ਹੀ ਕਹਿੰਦੇ ਆ। ਤੇ ਇਹ ਨਗਰ ਨਿਗਮ ਦੇ ਦਫ਼ਤਰ ਜਦੋਂ ਤੁਸੀਂ ਲੋਕ ਜਾਂਦੇ ਹੋ ਤੇ ਉੱਥੇ ਕੀ ਕਿਹਾ ਜਾਂਦਾ ਹੈ? ਕਿਸ ਦੇ ਨਾਲ ਗੱਲ ਕਰਦੇ ਹੋ ਤੁਸੀਂ ਜਾ ਕੇ? ਨਿਰਮਲਾ ਜੀ ਨਾਲ ਇੰਚਾਰਜ ਨਿਰਮਲਾ ਜੀ ਨਿਰਮਲ ਕੌਰ ਜਿਸ ਦਾ ਤੁਸੀਂ ਨਾਮ ਲਿਆ, ਕੌਣ ਨੇ ਉਹ ਨਗਰ ਨਿਗਮ ਇੰਚਾਰਜ ਦੇ? ਕਹਿ ਰਹੇ ਆ ਕਿ ਇੱਥੇ ਦੇ ਜੀ। ਇੰਚਾਰਜ ਹੈ ਤੁਹਾਡੇ ਰਾਮਨਗਰ ਮੁਹੱਲੇ ਦੇ, ਜੀ ਵੀ ਤੁਹਾਡੀ ਫਾਈਲ ਉਹਨਾਂ ਕੋਲ ਪਈ ਹੈ। ਜੇ ਆਪਾਂ ਉਹਨਾਂ ਕੋਲ ਜਾਂਦੇ ਆ ਤੇ ਉਹ ਕਿਸੇ ਹੋਰ ਕਮਰੇ 'ਚ ਭੇਜ ਦਿੰਦੇ ਵੇ ਫਾਈਲ ਨੰਬਰ ਲੈ ਕੇ ਆਓ। ਜੇ ਕਿਸੇ ਉਧਰ ਜਾਈਏ ਤਾਂ ਫਿਰ ਉਹ ਕਹਿੰਦੇ ਭਾਜੀ ਵੇਟ ਕਰੋ, ਵੇਟ ਵੀ 2-2 3-3 ਘੰਟੇ ਕਰਨਾ ਪੈਂਦਾ। ਫਿਰ ਸ਼ਾਮ ਨੂੰ ਵਾਪਸ ਜਦੋਂ ਵਾਪਸ ਆਉਂਦੇ ਆ ਤੁਹਾਨੂੰ ਇੱਕ ਹੀ ਲਾਰਾ ਲਾਉਂਦੇ ਆ ਵੀ ਤੁਹਾਡੇ ਆ ਜੂਗੇ, ਆਹ ਸਾਲ ਚ ਆ ਜੂਗੇ, 2023 ਚ ਆ ਜੂਗੇ, ਤੇ ਤੁਹਾਡੇ 5 ਮਹੀਨੇ ਤੱਕ ਆ ਜੂਗੇ, 6 ਮਹੀਨੇ ਤੱਕ ਆ ਜੂਗੇ, ਪਰ ਹਜੇ ਤੱਕ ਭਾਜੀ ਕਿਸੇ ਦੇ ਨਹੀਂ ਆਏ ਹੈਗੇ। ਨਿਰਮਲ ਕੌਰ ਦੇ ਨਾਲ ਜਦੋਂ ਤੁਸੀਂ ਪਹਿਲੀ ਵਾਰ ਗੱਲ ਕੀਤੀ ਸੀ, ਪੁੱਛਿਆ ਜਾ ਕੇ ਕਿੰਨਾ ਸਮਾਂ ਹੋ ਗਿਆ ਇਸ ਗੱਲ ਨੂੰ? ਇਸ ਗੱਲ ਨੂੰ ਹੋ ਚੱਲੇ ਆ ਜੀ ਕੋਈ 8-9 ਮਹੀਨੇ ਹੋ ਚੱਲੇ। 8-9 ਮਹੀਨੇ, ਯਾਨੀ ਕਿ ਕੁਝ ਹੀ ਮਹੀਨਿਆਂ ਵਿੱਚ ਸਾਲ ਵੀ ਹੋ ਜਾਏਗਾ। ਹਾਂਜੀ ਹੋ ਚੱਲਿਆ। ਦੇਖ ਲਓ, ਇਹ ਸਾਰਾ ਪ੍ਰੋਸੈਸ ਜੋ ਹੈ ਤੁਹਾਨੂੰ ਹੁਣੇ ਵੀ ਦੱਸਿਆ ਸੀਗਾ ਕਿ 3 ਸਾਲ ਹੋ ਚੁੱਕੇ ਨੇ ਇਸ ਪ੍ਰੋਸੈਸ ਨੂੰ। ਬਜ਼ੁਰਗ ਲੋਕ ਨੇ ਵਿਚਾਰੇ, ਜਿਨ੍ਹਾਂ ਦੇ ਘਰ ਦੇ ਵਿੱਚ ਮਰਦ ਵੀ ਨਹੀਂ ਨੇ, ਕਈ ਸਾਰੀਆਂ ਵਿਧਵਾ ਔਰਤਾਂ ਨੇ ਜਿਨ੍ਹਾਂ ਦੇ ਪੈਸੇ ਹਲੇ ਤੱਕ ਆਣੇ ਬਾਕੀ ਨੇ, ਤੀਸਰੀ ਕਿਸ਼ਤ ਆਣੀ ਬਾਕੀ ਹੈ, ਕਈਆਂ ਦੀ ਤਾਂ ਪਹਿਲੀ ਕਿਸ਼ਤ ਵੀ ਨਹੀਂ ਆਈ ਹੈ। ਕਈ ਤਾਂ ਵਿਚਾਰੇ ਆਪਣੇ ਘਰ ਤੋੜ ਕੇ ਬੈਠੇ ਨੇ ਕਿ ਬਈ ਪੈਸਾ ਸਾਨੂੰ ਸਰਕਾਰ ਦਾ ਮਿਲੇਗਾ ਤੇ ਅਸੀਂ ਆਪਣੇ ਇਸ ਘਰ ਨੂੰ ਪੂਰਾ ਕਰਾਂਗੇ, ਛੱਤ ਜਿਹੜੀ ਹੈ ਸਾਡੇ ਸਿਰ ਤੇ ਆਵੇਗੀ। ਬਹੁਤ ਸਾਰੇ ਲੋਕਾਂ ਦੀਆਂ ਬੜੀਆਂ ਮਜਬੂਰੀਆਂ ਨੇ, ਗਰੀਬ ਲੋਕ ਨੇ, ਉਹ ਕਹਿੰਦੇ ਨੇ ਕਿ ਬਰਸਾਤਾਂ ਦੇ ਵਿੱਚ, ਠੰਡਾਂ ਦੇ ਵਿੱਚ ਬਹੁਤ ਬੁਰੀ ਹਾਲਤ ਹੋ ਰਹੀ ਹੈ ਸਾਡੀ, ਲੇਕਿਨ ਸਰਕਾਰ ਵੱਲੋਂ ਸਾਨੂੰ ਕੋਈ ਮੁਕੰਮਲ ਮਦਦ ਨਹੀਂ ਮਿਲ ਰਹੀ ਹੈ। ਭਈ ਸਰਕਾਰ ਤੇ ਪੈਸਾ ਭੇਜ ਰਹੀ ਹੈ, ਪਰ ਅੱਗੇ ਜਿਹੜੇ ਕਾਰਪੋਰੇਸ਼ਨ ਦੇ ਲੋਕ ਨੇ ਉਹੀ ਪੈਸਾ ਖਾਈ ਜਾ ਰਹੇ ਨੇ, ਕਿਉਂਕਿ ਜੋ ਰਿਪੋਰਟ ਸਾਡੇ ਹੱਥ ਲੱਗੀ ਹੈ ਸਾਡੇ ਸੂਤਰਾਂ ਵੱਲੋਂ ਦੀ ਕਿ ਸਰਕਾਰ ਵੱਲੋਂ ਪੂਰਾ ਪੈਸਾ ਜਿਹੜਾ ਨਾ ਪਹੁੰਚ ਚੁੱਕਿਆ ਹੈ ਨਗਰ ਨਿਗਮ ਦੇ ਕੋਲ, ਲੇਕਿਨ ਪੈਸਾ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਹੈ। ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਕੁਝ ਲੋਕਾਂ ਦੇ ਨਾਲ ਮਿਲਵਾਇਆ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਬਾਹਰ ਪਲੇਟ ਲੱਗ ਚੁੱਕੀ ਹੈ, 2 ਕਿਸ਼ਤਾਂ ਆ ਚੁੱਕੀਆਂ ਨੇ, ਲੇਕਿਨ ਤੀਸਰੀ ਕਿਸ਼ਤ ਜਿਹੜੀ ਹੈ ਹਾਲੇ ਤੱਕ ਵੀ ਬਾਕੀ ਹੈ। ਔਰ ਕੁਝ ਲੋਕਾਂ ਨੇ ਇਹ ਵੀ ਦੱਸਿਆ ਸੀਗਾ ਕਿ ਗੁਰਦੁਆਰੇ ਦੀ ਸੇਵਾ ਦੇ ਕਹਿਣ ਤੇ ਉਹਨਾਂ ਤੋਂ ਪੈਸੇ ਮੰਗੇ ਜਾ ਰਹੇ ਨੇ ਕਿ ਜਿਹੜੀ ਆਪਣੀ ਤੀਸਰੀ ਕਿਸ਼ਤ ਉਹ ਲੈਣੀ ਹੈ ਤਾਂ ਗੁਰਦੁਆਰੇ ਦੀ ਸੇਵਾ ਦੇ ਲਈ ਕੁਝ ਪੈਸੇ ਜਿਹੜੇ ਨੇ ਨਾ ਉਹ ਦਾਨ ਕਰੋ। ਲੇਕਿਨ ਕੁਝ ਲੋਕ ਐਸੇ ਵੀ ਨੇ ਜਿਨ੍ਹਾਂ ਕੋਲੋਂ ਸਿੱਧੀ ਰਿਸ਼ਵਤ ਮੰਗੀ ਗਈ ਹੈ। ਆਓ ਤੁਹਾਨੂੰ ਉਹਨਾਂ ਦੇ ਕੋਲ ਹੀ ਲੈ ਚੱਲਦੇ ਆ। ਇੱਕ ਇਹ ਘਰ ਹੈ ਜਿਸ ਘਰ ਦੇ ਬਾਹਰ ਪਲੇਟ ਤੁਸੀਂ ਵੇਖ ਸਕਦੇ ਹੋ ਲੱਗੀ ਹੈ, ਲਾਭਪਾਤਰੀ ਦਾ ਨਾਮ ਹੈ ਧਰਮਪਾਲ। ਸੋ ਧਰਮਪਾਲ ਜੀ ਹੁਣਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ, ਇਸ ਘਰ ਦੇ ਮਾਲਕ ਦੇ ਨਾਲ ਅਸੀਂ ਗੱਲ ਕਰਦੇ ਹਾਂ ਕਿ ਆਖਿਰ ਕਿਸ ਤਰ੍ਹਾਂ ਉਹਨਾਂ ਕੋਲੋਂ ਰਿਸ਼ਵਤ ਜਿਹੜੀ ਹੈ ਨਾ ਉਹ ਮੰਗੀ ਗਈ ਹੈ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਘਰ ਦੇ ਬਾਰੇ ਪਲੇਟ ਲੱਗੀ ਹੈ, ਇਹ ਕਦੋਂ ਲੱਗਦੀ ਹੈ, ਤੁਹਾਨੂੰ ਪਤਾ ਹੈ ਇਸ ਬਾਰੇ? ਇਹ ਨਹੀਂ ਪਤਾ ਸਾਨੂੰ, ਇਹ ਗੱਲ ਹੈ ਉਹ ਆਏ ਸੀ ਪਲੇਟਾਂ ਲਾਉਣ ਵਾਸਤੇ, ਜੀ ਮੈਂ ਤੇ ਘਰ ਨਹੀਂ ਸੀਗਾ, ਮਾਤਾ ਜੀ ਮੇਰੇ ਸੀ, ਜੀ। ਠੀਕ ਹੈ। ਉਹ ਪਲੇਟ ਲਾ ਕੇ ਕਹਿੰਦੇ ਤੁਹਾਡੇ ਨਾਂ ਦੀ ਪਲੇਟ ਲੱਗਣੀ ਆ ਜੀ, ਨਾਮ ਦੀ ਪਲੇਟ ਤਾਂ ਲੱਗਣੀ ਹੈ। ਹਾਂਜੀ, ਤੁਹਾਨੂੰ ਕਿਸ਼ਤਾਂ ਕਿੰਨੀਆਂ ਕੁ ਮਿਲ ਚੁੱਕੀਆਂ ਨੇ? 2 ਮਿਲਿਆ ਜੀ। 2 ਮਿਲੀਆਂ ਨੇ। ਸੇਮ ਕਹਾਣੀ ਇਹਨਾਂ ਦੀ ਵੀ, 2 ਕਿਸ਼ਤਾਂ ਮਿਲ ਚੁੱਕੀਆਂ ਨੇ, ਤੀਸਰੀ ਲਿਹਾੜੇ ਕੱਢ ਰਹੇ ਨੇ ਇਹ ਵੀ ਹੱਲੇ ਨਗਰ ਨਿਗਮ ਵੱਲੋਂ ਦੀ। ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੀ ਤੀਸਰੀ ਕਿਸ਼ਤ ਹੈ ਉਸ ਦੇ ਲਈ ਤੁਹਾਨੂੰ ਕੀ ਕਿਹਾ ਗਿਆ ਉਹਨਾਂ ਨੇ ਕਿ ਕਿੱਦਾਂ ਮਿਲ ਸਕਦੀ ਤੁਹਾਨੂੰ? ਇਦਾਂ ਨਹੀਂ ਕਿਹਾ, ਜਦੋਂ ਆਪਣੀ ਫਾਈਲ ਆਈ ਸੀ ਨਾ, ਜੀ ਠੀਕ ਹੈ, ਅਸੀਂ ਗਏ ਉੱਥੇ ਕਾਰਪੋਰੇਸ਼ਨ ਦੇ ਦਫ਼ਤਰ 'ਚ ਤੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ, ਉਹ ਮੁੰਡਾ ਆਇਆ ਸੀ ਪਤਾ ਜਾਵੇ, ਉਹ ਨਾਂ ਨਹੀਂ ਪਤਾ, ਜੀ ਠੀਕ ਹੈ। ਤੇ ਉਹ ਕਹਿੰਦਾ ਵੀ ਭਾਜੀ ਤੁਹਾਡਾ 25000 ਰੁਪਇਆ ਮੈਂ ਲਵਾਂਗਾ, ਤੁਹਾਡੀ ਫਾਈਲ ਮੈਂ ਪਾਸ ਕਰਾ ਦੇਣਾ ਜੀ। ਬਸ ਇਹ ਗੱਲ ਕੀਤੀ ਉਹਨੇ। ਫਿਰ ਆਇਆ ਸੀਗਾ ਜੀ ਸਾਡੇ ਕੋਲ, ਆਇਆ ਇੱਥੇ ਜੀ ਪੈਸੇ ਮਤਲਬ ਕਿ ਪੈਸੇ ਮੰਗਣ ਵਾਸਤੇ। ਜੀ ਅਸੀਂ ਮਾਤਾ ਜੀ ਹੀ, ਮੈਂ ਨਹੀਂ ਸੀ ਘਰ ਸੀਗਾ, ਜੀ ਠੀਕ ਹੈ ਨਾ। ਤੇ ਕਹਿੰਦਾ ਮਤਲਬ ਕਿ ਉਹ ਫਿਰ ਆਪਾਂ ਪ੍ਰਧਾਨ ਹੈਗੇ ਸਾਡੇ, ਜੀ। ਠੀਕ ਹੈ। ਕੀ ਨਾਮ ਉਹਨਾਂ ਦਾ? ਕਾਲੀ ਭਾਜੀ ਕਹਿੰਦੇ ਉਹਨਾਂ, ਜੀ। ਤੇ ਪੂਰਾ ਨਾਂ ਨਹੀਂ ਪਤਾ। ਉਹਨਾਂ ਨੇ ਫਿਰ ਉਹਨਾਂ ਨੂੰ ਪੁੱਛਿਆ ਕਿ ਹਾਂਜੀ ਵੀ ਤੁਸੀਂ ਕੀ ਕਾਹਦੇ ਪੈਸੇ ਮੰਗ ਰਹੇ ਹੋ, ਜੀ ਕਿਸੇ ਦੇ ਪੈਸੇ ਮੰਗ ਰਹੇ ਹੋ? ਜੀ। ਤੇ ਉਹ ਫਿਰ ਉਹ ਦੌੜ ਗਿਆ, ਚਲ ਗਿਆ। ਉਹ ਕਹਿੰਦਾ ਵੀ ਨਹੀਂ ਮੇਰੀ ਗੱਲ ਨਹੀਂ, ਕਹਿੰਦਾ ਨਹੀਂ। ਬਾਕੀ ਇਹ ਗੱਲ ਨੇ ਹੋਰ ਕੁਝ ਨਹੀਂ ਕੀਤਾ। ਬਾਅਦ ਚ ਆਏ ਪਲੇਟ ਲਾ ਕੇ ਚਲੇ ਗਏ ਆ ਜੀ। ਹਾਂ। ਸੋ ਇਹਨਾਂ ਕੋਲੋਂ 25000 ਦੀ ਮੰਗ ਕੀਤੀ ਗਈ ਸੀਗੀ ਫਾਈਲ ਦੇ ਲਈ ਕਿ ਤੁਹਾਡੀ ਫਾਈਲ ਲਾ ਦਿੱਤੀ ਜਾਵੇਗੀ। 25000 ਰੁਪਇਆ ਰਿਸ਼ਵਤ ਜਿਹੜੀ ਹੈ ਇਹਨਾਂ ਕੋਲੋਂ ਮੰਗੀ ਗਈ ਹੈ। ਇੱਕ ਕੇਸ ਸਾਡੇ ਸਾਹਮਣੇ ਆਇਆ, ਹੋ ਸਕਦਾ ਇਹਨਾਂ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਨੇ, ਕਿਉਂਕਿ ਕੁਝ ਲੋਕ ਐਸੇ ਨੇ ਜੋ ਸਿਰਫ ਔਰ ਸਿਰਫ ਇਹਨਾਂ ਦੇ ਡਰ ਦੇ ਨਾਲ ਆਪਣਾ ਜਿਹੜਾ ਮੂੰਹ ਹੈ ਉਹ ਬੰਦ ਕਰਕੇ ਬੈਠੇ ਨੇ, ਡਰੇ ਹੋਏ ਨੇ ਕਿ ਕਿਤੇ ਉਹਨਾਂ ਦੇ ਖਿਲਾਫ ਕੋਈ ਸਰਕਾਰ ਵੱਲੋਂ ਐਕਸ਼ਨ ਨਾ ਲੈ ਲਿੱਤਾ ਜਾਵੇ, ਜਾਂ ਹੋ ਸਕਦਾ ਜਿਹੜੀ ਤੀਸਰੀ ਕਿਸ਼ਤ ਜਿਨ੍ਹਾਂ ਦੀ ਉਹਨਾਂ ਨੂੰ ਉਮੀਦ ਹੈ ਕਿ ਸ਼ਾਇਦ ਮਿਲ ਜਾਵੇਗੀ ਤੇ ਉਹ ਸ਼ਾਇਦ ਰੋਕੀ ਨਾ ਜਾਵੇ ਕਿਤੇ, ਹੈ ਨਾ, ਜੇਕਰ ਉਹਨਾਂ ਨੇ ਆਪਣਾ ਮੂੰਹ ਖੋਲ ਲਿਆ। ਹੋਰ ਵੀ ਬਹੁਤ ਸਾਰੇ ਲੋਕ ਨੇ। ਇੱਕ ਬਹੁਤ ਬਜ਼ੁਰਗ ਲੇਡੀ ਹੈ ਸਾਡੇ ਕੋਲ, ਉਹਨਾਂ ਦੀ ਵੀ ਕਹਾਣੀ ਲਗਭਗ ਸੇਮ ਹੈ, ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਨਾਮ ਹੈ ਤੁਹਾਡਾ ਜੀ? ਸੀਤਾ। ਅੱਛਾ ਸੀਤਾ ਜੀ, ਤੁਹਾਡੇ ਨਾਲ ਕੀ ਹੋਇਆ ਹੈ?
ਉਹ 25000 ਰੁਪਇਆ ਮੰਗਦਾ ਸੀ ਜੀ ਤੇ ਫਿਰ ਇਹਨਾਂ ਨੂੰ ਅਸੀਂ ਸੱਦਿਆ ਫੋਨ ਕਰਕੇ ਜੀ ਵੀ 25000 ਮੰਗਦਾ ਪਿਆ। ਜੀ ਇਹ ਫਿਰ ਆਏ ਆਖਣ ਲੱਗੇ ਕਾਹਦਾ 25000 ਰੁਪਇਆ ਜੀ ਲੈਣਾ ਤੂੰ ਰਿਸ਼ਤੇਦਾਰ ਲੈਣਾ ਪਿਆ ਜੀ ਜੀ ਵੀ ਜੀ ਇਹ ਨਹੀਂ ਦੇਣੀ ਤੈਨੂੰ। ਜੀ ਆਹੋ ਤੂੰ ਮੈਨੂੰ ਆਪਣਾ ਨਾਂ ਦੱਸ, ਮੈਂ ਉੱਥੇ ਕਾਰਪੋਰੇਸ਼ਨ 'ਚ ਜਾਵਾਂਗਾ, ਜੀ ਮੈਂ ਤੈਨੂੰ ਨੌਕਰੀਆਂ ਲਵਾ ਦਵਾਂਗਾ, ਤੂੰ ਜੀ। ਲੋਕਾਂ ਕੋਲ ਪੈਸੇ ਮੰਗਣਾ। ਜੀ ਹਾਂ ਫੇਰ ਤੇ ਉਹ ਕੰਮਦਾ ਸੀ ਠੀਕ ਹੈ ਬਈ ਹੁਣ ਮੈਂ ਕੀ ਕਰਾਂ, ਮੈਂ ਤੇ ਆਹ ਬੈਠਾ 25000। ਜੀ। ਹਾਂ ਘਰ ਵੇਖ ਸਕਦੇ ਹੋ, ਬੜਾ ਹੀ ਖੂਬਸੂਰਤ ਘਰ ਹੈ। ਸੋਚ ਰਹੇ ਹੋਵੋਗੇ ਤੁਸੀਂ ਕਿ ਹੁਣ ਤੱਕ ਆਪਾਂ ਤੁਹਾਨੂੰ ਉਹੀ ਘਰ ਦਿਖਾਏ ਨੇ, ਕਿਸੇ ਦਾ ਟੁੱਟਿਆ ਹੈ, ਕਿਸੇ ਦਾ 1 ਕਮਰਾ 2 ਕਮਰਾ, ਕੋਈ ਵਿਚਾਰੇ ਬਹੁਤ ਗਰੀਬ ਨੇ, ਕਿਸੇ ਨੂੰ 2 ਕਿਸ਼ਤਾਂ ਮਿਲੀਆਂ, ਕਿਸੇ ਨੂੰ 1 ਵੀ ਨਹੀਂ ਮਿਲੀ ਹੈ, ਹਜੇ ਤੱਕ ਘਰ ਤੋੜ ਕੇ ਬੈਠ ਗਏ ਨੇ। ਇਸ ਘਰ ਨੂੰ ਦਿਖਾਉਣ ਦਾ ਮਕਸਦ ਇਹ ਹੈ ਕਿ ਸਾਨੂੰ ਪਤਾ ਲੱਗਿਆ ਹੈ ਕੁਝ ਲੋਕਾਂ ਕੋਲੋਂ, ਮੁਹੱਲੇ ਦੇ ਲੋਕਾਂ ਕੋਲੋਂ, ਕਿ ਇਹ ਜਿਹੜਾ ਇੰਨਾ ਸੋਹਣਾ ਔਰ ਆਲੀਸ਼ਾਨ ਘਰ ਹੈ, ਇਹਨਾਂ ਦੇ ਘਰ ਦੇ ਅੰਦਰ ਵੀ ਪਲੇਟ ਲੱਗ ਚੁੱਕੀ ਹੈ। यानी कि ਇਹਨਾਂ ਨੂੰ ਵੀ ਮਦਦ ਦੀ ਜ਼ਰੂਰਤ ਸੀ ਸਰਕਾਰ ਵੱਲੋਂ ਦੀ, ਜੋ ਆਵਾਸ ਯੋਜਨਾ ਦੇ ਤਹਿਤ 3 ਕਿਸ਼ਤਾਂ 1,75,000 ਜਿਹੜਾ ਮਿਲਣਾ ਸੀਗਾ, ਉਸ ਦੀ ਇਹਨਾਂ ਨੂੰ ਸਖਤ ਜ਼ਰੂਰਤ ਸੀ ਐਡੀ ਵੱਡੀ ਕੋਠੀ ਪਾਉਣ ਦੇ ਲਈ। ਦੇਖ ਸਕਦੇ ਹੋ ਤੁਸੀਂ ਕਿ ਇਹ ਜਿਹੇ ਲੋਕਾਂ ਦੀ ਮਦਦ ਕੀਤੀ ਗਈ ਹੈ ਕਿ ਕਾਰਪੋਰੇਸ਼ਨ ਵੱਲੋਂ ਐਡੀ ਵੱਡੀ ਕੋਠੀ 1,75,000 ਦੇ ਵਿੱਚ ਤਿਆਰ ਕੀਤੀ ਗਈ ਹੈ। ਬਈ ਇਸ ਘਰ ਦੇ ਬਾਹਰ ਪੱਥਰ ਨਹੀਂ ਲਗਾਇਆ ਗਿਆ ਹੈ, ਇਸ ਘਰ ਦੇ ਅੰਦਰ ਪੱਥਰ ਲਗਾਇਆ ਗਿਆ ਹੈ। ਇਸ ਤਰ੍ਹਾਂ ਦੀ ਜਿਹੜੀ ਰਿਸ਼ਵਤਖੋਰੀ ਹੈ, ਜਿਹੜਾ ਭ੍ਰਸ਼ਟਾਚਾਰ ਹੈ, ਸਾਡੇ ਜਲੰਧਰ ਦੇ ਨਗਰ ਨਿਗਮ ਦੇ ਵਿੱਚ ਹੋ ਰਿਹਾ ਹੈ। ਗਰੀਬ ਲੋਕ ਜਿਹੜੇ ਨੇ ਉਹ ਕੁਰਲਾ ਰਹੇ ਨੇ ਔਰ ਇਸ ਤਰ੍ਹਾਂ ਦੇ ਕੋਠੀਆਂ ਵਾਲੇ ਘਰਾਂ ਨੂੰ ਪੈਸੇ ਜਿਹੜੇ ਨੇ ਉਹ ਦਿੱਤੇ ਗਏ ਨੇ, ਪੈਸੇ ਖਵਾਏ ਗਏ ਨੇ, ਖਾਦੇ ਗਏ ਨੇ। ਇਸ ਗੱਲ ਦੀ ਜਾਣਕਾਰੀ ਤੁਹਾਨੂੰ ਥੋੜੀ ਦੇਰ ਤੱਕ ਮਿਲ ਜਾਵੇਗੀ। ਪਰ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਗਈ ਹੈ। ਬਈ ਭਾਰਤ ਸਰਕਾਰ ਵੱਲੋਂ ਜਿਹੜੀ ਗਰੀਬਾਂ ਦੇ ਲਈ ਰਕਮ ਦਿੱਤੀ ਗਈ ਸੀਗੀ ਕਿ ਗਰੀਬਾਂ ਦੀ ਮਦਦ ਹੋਵੇ, ਗਰੀਬਾਂ ਦੇ ਸਿਰ ਤੇ ਛੱਤ ਆਵੇ, ਉੱਥੇ ਅੱਜ 1 2 3 3 ਛੱਤਾਂ ਪਈਆਂ ਹੋਈਆਂ ਨੇ। ਦੇਖ ਸਕਦੇ ਹੋ ਤੁਸੀਂ ਇਸ ਘਰ ਨੂੰ। ਆਪਾਂ ਤੁਹਾਨੂੰ ਘਰ ਵੀ ਦਿਖਾ ਰਹੇ ਹਾਂ ਪੂਰਾ ਦਾ ਪੂਰਾ ਕਿ ਇਹ ਉਹ ਘਰ ਹੈ ਜਿਸ ਦੀ ਸਰਕਾਰ ਵੱਲੋਂ ਭੇਜੇ ਗਏ ਪੈਸਿਆਂ ਦੇ ਨਾਲ ਮਦਦ ਕੀਤੀ ਗਈ ਹੈ। ਕੋਠੀ ਤਾਂ ਵੇਖ ਲਈ ਤੁਸੀਂ, ਹੁਣ ਇੱਕ ਕੁੱਲੀ ਵੀ ਦਿਖਾਉਂਦੇ ਆ ਤੁਹਾਨੂੰ, ਜਿਨ੍ਹਾਂ ਦੇ ਨਾਮ ਸਰਕਾਰ ਨੇ ਪੈਸੇ ਭੇਜੇ ਸੀਗੇ, ਮਦਦ ਭੇਜੀ ਸੀਗੀ। ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸੂਤਰਾਂ ਤੋਂ ਕਿ ਇਸ ਮਹੀਨੇ ਜਿਹੜਾ ਹੈ ਨਾ 6 ਕਰੋੜ ਰੁਪਈਆ ਉਸ ਦੇ ਲਗਭਗ ਜਿਹੜਾ ਹੈ ਇਹਨਾਂ ਲੋਕਾਂ ਦੀ ਮਦਦ ਦੇ ਲਈ ਭੇਜਿਆ ਗਿਆ ਹੈ, ਲੇਕਿਨ ਪਹੁੰਚਿਆ ਨਹੀਂ ਹੈ। ਆਖਿਰ ਇਹ ਕਿਸ ਦਾ ਘਰ ਹੈ ਜੀ? ਇਹ ਸਾਰਾ ਇਹ ਇਹਨਾਂ ਦਾ ਵੀ ਜੀ, ਉਹ ਵਾਲਾ ਸਾਡਾ। ਅੱਛਾ ਜੀ, ਤੇ ਤੁਹਾਨੂੰ ਸਰਕਾਰ ਵੱਲੋਂ ਜਿਹੜੀ ਮਦਦ ਭੇਜੀ ਗਈ ਹੈ ਮਿਲੀ ਹੈ ਕਿਸੇ ਨੂੰ? ਤੁਹਾਨੂੰ ਇਹਨਾਂ ਚੋਂ ਬਿਲਕੁਲ ਨਹੀਂ ਮਿਲੀ। ਇਹਨਾਂ ਨੂੰ 2 ਕਿਸ਼ਤਾਂ ਮਿਲੀਆਂ, ਇਹਨਾਂ ਦੀ ਹੁਣ ਤੀਸਰੀ ਨਹੀਂ ਪਾ ਰਹੇ, ਉਹ ਅਗਲੇ ਕਿਰਾਏ ਤੇ ਰਹਿ ਰਹੇ ਆ। ਤੇ ਅਸੀਂ ਉੱਪਰ ਤਰਪਾਲ ਪਾਈ ਦੀ, ਜਦੋਂ ਚੋਂਦਾ ਨਾ ਇਹਨਾਂ ਪਾਣੀ ਆ ਜਾਂਦਾ, ਉਦੋਂ ਸਰਕਾਰ ਕਿੱਥੇ ਬੈਠੀ ਹੁੰਦੀ ਹੈ। ਤੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਪੈਸੇ ਜਿਹੜੇ ਆਣੇ ਸੀ ਸਰਕਾਰ ਵੱਲੋਂ ਉਹ ਆ ਚੁੱਕੇ ਨੇ, ਲੇਕਿਨ ਤੁਹਾਡੇ ਤੱਕ ਪਹੁੰਚੇ ਨਹੀਂ ਹੈਗੇ। ਸਾਡੇ ਤੱਕ ਉਹ ਕਹਿ ਰਹੇ ਫਾਈਲ ਨਹੀਂ, ਕੋਈ ਕਹਿੰਦਾ ਫਾਈਲ ਨਹੀਂ ਅੱਗੇ ਗਈ, ਕੋਈ ਕਹਿੰਦਾ ਜਮਾ ਹੀ ਬਸ ਆ ਰਹੀ ਹੈ ਜਾਂ ਵੋਟਾਂ ਤੱਕ ਵੇਟ ਕਰ ਲਓ। ਕਿੰਨੀ ਕੁ ਵੇਟ ਕਰੀਏ? ਕਿੰਨੀ ਦੇਰ ਹੋ ਗਈ ਸਾਨੂੰ ਵੇਟ ਕਰਦੇ ਨੂੰ। ਕਿੰਨਾ ਸਮਾਂ ਹੋ ਗਿਆ ਹੈ ਇਸ ਗੱਲ ਨੂੰ? ਕਾਫੀ ਦੇਰ ਹੋ ਗਈ ਹੈ ਦੀਦੀ। ਇਹਨਾਂ ਦੇ ਤੇ ਵਿਚਾਰਿਆਂ ਦਾ ਢਵਾ ਕੇ ਤੇ ਇਹਨਾਂ ਨੂੰ ਤੇ ਦੁਬਾਰਾ ਦਿੱਤੇ ਹੀ ਨਹੀਂ, ਤੇ ਸਾਨੂੰ ਕਹਿੰਦੇ ਫਾਈਲ ਜਮਾ, ਬਸ ਤੁਹਾਡੇ ਆ ਜਾਣੇ, ਤੁਸੀਂ ਵੇਟ ਕਰੋ। ਅੱਛਾ, ਮਤਲਬ ਤੁਹਾਡੀ ਫਾਈਲ ਦਾ ਲਾਰਾ ਲਗਾਇਆ ਹੋਇਆ ਤੁਹਾਨੂੰ, ਤੁਹਾਡੇ ਪੈਸੇ ਆ ਜਾਣਗੇ। ਦੇਖ ਸਕਦੇ ਹੋ ਤੁਸੀਂ, ਬਾਲਿਆਂ ਦੀ ਛੱਤ ਹੈ ਜੀ, ਤੇ ਅੰਦਰ ਜਾ ਕੇ ਤੁਸੀਂ ਦੇਖ ਸਕਦੇ ਹੋ ਘਰ ਵੀ ਸਾਡਾ ਕਿੱਦਾਂ ਦਾ ਹੈਗਾ ਹੈ। ਕੋਠੀਆਂ ਤਾਂ ਤੁਸੀਂ ਦੇਖ ਲਈਆਂ ਨੇ ਜਿਨ੍ਹਾਂ ਦੇ ਅੰਦਰ ਪੱਥਰ ਲੱਗਿਆ ਹੋਇਆ ਹੈ, ਉੱਥੇ ਛੁਪਾ ਕੇ ਪੱਥਰ ਲਗਾਇਆ ਗਿਆ ਹੈ ਕਿ ਭਈ ਉੱਥੇ ਜਿਹੜਾ ਕੰਮ ਹੈ ਨਾ ਉਹ ਛੁਪਾਣਾ ਹੈ ਜਿਹੜਾ ਕੀਤਾ ਹੈ ਅਸੀਂ। ਲੇਕਿਨ ਜਿੱਥੇ ਜ਼ਿਆਦਾ ਸਖਤ ਜ਼ਰੂਰਤ ਹੈ ਸਰਕਾਰ ਵੱਲੋਂ ਭੇਜੀ ਮਦਦ ਦੀ, ਉਹਨਾਂ ਨੂੰ ਤਾਂ 1 ਰੁਪਈਆ ਵੀ ਨਹੀਂ ਮਿਲ ਰਿਹਾ ਹੈ ਹਜੇ ਤੱਕ। ਕਿੰਨਾ ਸਮਾਂ ਹੋ ਗਿਆ ਇਹਨਾਂ ਲੋਕਾਂ ਨੂੰ ਹਾੜੇ ਕੱਢਣ ਨੂੰ ਨਿਗਮ ਦੇ ਕਿ ਭਈ ਸਾਨੂੰ ਜਿਹੜੇ ਪੈਸੇ ਨੇ ਜਿਹੜੇ ਸਾਨੂੰ ਭੇਜੇ ਗਏ ਨੇ ਸਰਕਾਰ ਵੱਲੋਂ, ਸਾਨੂੰ ਪ੍ਰਦਾਨ ਕੀਤੇ ਜਾਣ ਤਾਂ ਕਿ ਅਸੀਂ ਆਪਣੇ ਘਰਾਂ ਨੂੰ ਚੰਗੀ ਤਰ੍ਹਾਂ ਬਣਾ ਸਕੀਏ ਔਰ ਇੱਕ ਚੰਗੀ ਜ਼ਿੰਦਗੀ ਜਿਹੜੀ ਹੈ ਉਸ ਨੂੰ ਜੀ ਸਕੀਏ। ਘੱਟੋ ਘੱਟ ਇੱਕ ਚੱਜ ਦੀ ਛੱਤ ਤਾਂ ਹੋਵੇ ਰਹਿਣ ਵਾਸਤੇ। ਲੇਕਿਨ ਤੁਸੀਂ ਇਸ ਘਰ ਦੀ ਹਾਲਤ ਦੇਖੋ ਕਿ ਕੀ ਉਸ ਕੋਠੀ ਵਾਲੇ ਨੂੰ ਉਹਨਾਂ ਪੈਸਿਆਂ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਫਿਰ ਇਹਨਾਂ ਲੋਕਾਂ ਨੂੰ ਪੈਸਿਆਂ ਦੀ ਜ਼ਿਆਦਾ ਜ਼ਰੂਰਤ ਹੈ। ਘਰ ਦੇਖ ਸਕਦੇ ਹੋ, ਇਹਨਾਂ ਨੇ ਖੁਦ ਦੱਸਿਆ ਕਿ ਤਰਪਾਲ ਪਾ ਕੇ ਰਹਿ ਰਹੇ ਨੇ, ਯਾਨੀ ਕਿ ਬਰਸਾਤਾਂ ਦੇ ਵਿੱਚ ਇਹਨਾਂ ਦੇ ਘਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੋਵੇਗੀ। ਤੁਸੀਂ ਵੇਖ ਸਕਦੇ ਹੋ, ਅਸੀਂ ਗੱਲ ਵੀ ਕਰਾਂਗੇ ਇਹਨਾਂ ਦੇ ਨਾਲ। ਹਾਂ, ਤੁਸੀਂ ਵੇਖ ਸਕਦੇ ਹੋ ਬਾਲਿਆਂ ਵਾਲਾ ਘਰ ਹੈ, ਬਾਲਿਆਂ ਵਾਲਾ, ਯਾਨੀ ਕਿ ਕੱਚੀ ਛੱਤ ਹੈ ਇਹਨਾਂ ਦੀ। ਇਹਨਾਂ ਦੀ ਛੱਤ ਨੂੰ ਜ਼ਿਆਦਾ ਜ਼ਰੂਰਤ ਹੈ ਸਰਕਾਰ ਵੱਲੋਂ ਭੇਜੀ ਗਈ ਮਦਦ ਦੀ, ਲੇਕਿਨ ਮਿਲ ਕੀ ਰਿਹਾ ਇਹਨਾਂ ਨੂੰ? ਲਾਰਿਆਂ ਤੇ ਲਾਰੇ। ਕਿਹਾ ਜਾਂਦਾ ਹੈ ਕਿ ਤੁਹਾਡੀ ਤੀਸਰੀ ਕਿਸ਼ਤ ਤਾਂ ਮਿਲੇਗੀ ਕਿ ਤੁਸੀਂ ਗੁਰਦੁਆਰੇ ਸੇਵਾ ਕਰੋ, ਕੁਝ ਪੈਸੇ ਜਿਹੜੇ ਨੇ ਉਹ ਦਾਨ ਕਰੋ ਗੁਰਦੁਆਰੇ ਦੀ ਸੇਵਾ ਦੇ ਲਈ, ਤਾਂ ਤੁਹਾਨੂੰ ਤੀਸਰੀ ਕਿਸ਼ਤ ਮਿਲੇਗੀ। ਕਿਸੇ ਨੂੰ ਕਿਹਾ ਜਾਂਦਾ ਹੈ ਵੀ 25000 ਦਿਓ ਤਾਂ ਹੀ ਤੁਹਾਡੀ ਫਾਈਲ ਲੱਗੇਗੀ। ਇੱਕ ਹੋਰ ਸਾਡੇ ਕੋਲ ਲੜਕੀ ਮੌਜੂਦ ਹੈ, ਤੁਹਾਡਾ ਨਾਮ ਕੀ ਹੈ ਪਹਿਲਾਂ ਤਾਂ ਤੁਸੀਂ ਇਹ ਦੱਸੋ? ਸੋਨੀਆ। ਸੋਨੀਆ, ਅੱਛਾ ਸੋਨੀਆ ਜੀ, ਤੁਹਾਡੇ ਨਾਲ ਕੀ ਵਾਪਰਿਆ ਹੈ? ਸਾਡੇ ਨੇ ਇਹ ਕਿ ਸਾਨੂੰ ਕਿਹਾ ਕਿ ਤੁਸੀਂ ਪਹਿਲਾਂ ਲੈਂਟਰ ਪਾਓ ਫਿਰ ਤੁਹਾਨੂੰ ਪੈਸੇ ਦਿੱਤੇ ਜਾਣਗੇ ਜੀ। ਅੱਛਾ, ਮਤਲਬ ਉਹਨਾਂ ਦਾ ਇਹ ਕਹਿਣਾ ਹੈ ਕਿ ਤੁਸੀਂ ਆਪਣੇ ਕੋਲੋਂ ਲੈਂਟਰ ਪਾਓ ਫਿਰ ਤੁਹਾਨੂੰ ਕਿਸ਼ਤ ਮਿਲੇਗੀ, ਨਹੀਂ ਤੇ ਇਦਾਂ ਕਿਸ਼ਤ ਨਹੀਂ ਮਿਲੇਗੀ। ਜਿਹੜੀ ਤੀਸਰੀ ਇਹਨਾਂ ਦੀ ਰੁਕੀ ਨਹੀਂ ਰੁਕ ਜਾਏਗੀ, ਫਿਰ ਵਾਪਸ ਹੋ ਜਾਏਗੀ, ਤੁਹਾਡੇ ਤੱਕ ਨਹੀਂ ਆਏਗੀ।
ਦਾਦਾਗਿਰੀ ਦੇਖ ਰਹੇ ਹੋ ਤੁਸੀਂ। ਇਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਤੀਸਰੀ ਕਿਸ਼ਤ ਤਾਂ ਹੀ ਮਿਲੇਗੀ ਜੇ ਤੁਸੀਂ ਆਪਣਾ ਲੈਂਟਰ ਆਪ ਪਾ ਲਓਗੇ। ਜੇ ਇੰਨੇ ਸਮਰੱਥ ਹੁੰਦੇ ਤਾਂ ਸਰਕਾਰ ਕੋਲੋਂ ਮਦਦ ਮੰਗਦੇ ਉਹ, ਸਰਕਾਰ ਕੋਲ ਜਾਂਦੇ ਕਿ ਵੀ ਸਾਨੂੰ ਘਰ ਦੀ ਛੱਤ ਪਾਣੀ ਹੈ, ਸਾਨੂੰ ਪੈਸੇ ਦਿੱਤੇ ਜਾਣ, ਮਦਦ ਦਿੱਤੀ ਜਾਵੇ। ਤੁਸੀਂ ਵੇਖ ਸਕਦੇ ਹੋ ਗੁੰਡਾਗਰਦੀ, ਦਾਦਾਗਿਰੀ, ਭ੍ਰਸ਼ਟਾਚਾਰੀ ਇਸ ਤਰੀਕੇ ਦੇ ਨਾਲ ਜਿਸ ਨੂੰ ਅਸੀਂ ਕਹਿ ਸਕਦੇ ਕਿ ਇਸ ਤਰੀਕੇ ਨਾਲ ਪਾਗਲ ਹੋ ਚੁੱਕੇ ਨੇ ਪੈਸਿਆਂ ਦੀ ਇਸ ਭੁੱਖ ਦੇ ਵਿੱਚ ਕਿ ਲੋਕਾਂ ਦੇ ਅੱਗੇ ਕਿਸ ਤਰ੍ਹਾਂ ਦੀਆਂ ਬੇਤੁਕੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਨੇ। ਇੱਕ ਤੀਸਰੀ ਕਿਸ਼ਤ ਤਾਂ ਕਿ ਇਹ ਵਿਚਾਰੇ ਆਪਣਾ ਘਰ ਪਾ ਸਕਣ। ਇੰਨੀ ਜ਼ਿਆਦਾ ਬੁਰੀ ਹਾਲਤ ਹੈ ਇੱਥੇ ਲੋਕਾਂ ਦੇ ਘਰਾਂ ਦੀ, ਉਹਨਾਂ ਨੂੰ ਮਦਦ ਨਹੀਂ ਦਿੱਤੀ ਜਾ ਰਹੀ ਹੈ। 2 ਕਿਸ਼ਤਾਂ ਦੇ ਕੇ ਬਾਅਦ ਚ ਕੰਮ ਵਿਚਾਰਿਆਂ ਦਾ ਬੰਦ ਕਰਵਾ ਦਿੱਤਾ ਜਾਂਦਾ ਹੈ। ਤੀਸਰੀ ਕਿਸ਼ਤ ਦੇ ਲਈ ਲੋਕੀ ਧੱਕੇ ਖਾ ਰਹੇ ਨੇ ਕਾਰਪੋਰੇਸ਼ਨ ਆਫਿਸ ਦੇ। ਕਦੀ ਕਿਸੇ ਨੂੰ ਮਿਲਦੇ ਨੇ, ਫਾਈਲਾਂ ਇੱਧਰ ਨੇ ਉੱਧਰ ਨੇ ਤੁਹਾਡੀਆਂ, ਫਲਾਣੇ ਦਫ਼ਤਰ ਜਾਓ, ਟਮਕਾਣੇ ਦਫ਼ਤਰ ਜਾਓ। ਇਸ ਕਰਕੇ ਲੋਕਾਂ ਦਾ ਵਿਸ਼ਵਾਸ ਕਿਵੇਂ ਬਣੇਗਾ? ਫਿਰ ਕਹਿੰਦੇ ਨੇ ਕਿ ਸਰਕਾਰਾਂ ਮਾੜੀਆਂ ਨੇ, ਕੋਈ ਕੁਝ ਕਰਦਾ ਨਹੀਂ ਹੈ। ਵੀ ਸਰਕਾਰ ਵੱਲੋਂ ਪੂਰੀ ਮਦਦ ਭੇਜੀ ਜਾਂਦੀ ਹੈ, ਲੇਕਿਨ ਅੱਗੇ ਖਾਣ ਵਾਲੇ ਜਿਹੜੇ ਲੋਕ ਨੇ ਉਹ ਇਹਨਾਂ ਤੱਕ ਮਦਦ ਪਹੁੰਚਾਉਂਦੇ ਹੀ ਨਹੀਂ ਹੈ, ਆਪਣਾ ਢਿੱਡ ਭਰੀ ਜਾ ਰਹੇ ਨੇ। ਹੁਣ ਇਸ ਵੇਲੇ ਤੁਹਾਨੂੰ ਉਸ ਘਰ 'ਚ ਲੈ ਕੇ ਜਾ ਰਹੇ ਹਾਂ ਜਿਨ੍ਹਾਂ ਦੇ ਘਰ ਦੇ ਅੰਦਰ ਪਲੇਟ ਲੱਗੀ ਹੋਈ ਹੈ। 3 ਲਾਭਪਾਤਰੀਆਂ ਦੇ ਪੈਸੇ ਲੈ ਚੁੱਕੇ ਨੇ ਇਹ 3 ਲਾਭਪਾਤਰੀ ਨੇ, ਇੱਕ ਘਰ ਦਾ ਮੈਂਬਰ। ਆਓ ਲੈ ਕੇ ਚੱਲਦੇ ਹਾਂ। ਪਲੇਟ ਤੁਸੀਂ ਇੱਕ ਵੇਖ ਸਕਦੇ ਹੋ, ਇੱਕ ਪਲੇਟ ਸਾਨੂੰ ਮਿਲ ਚੁੱਕੀ ਹੈ ਜਿਸ ਦੇ ਉੱਤੇ ਲਾਭਪਾਤਰੀ ਦਾ ਨਾਮ ਲਿਖਿਆ ਹੈ ਚਰਨਜੀਤ ਬੱਦਨ। ਚਰਨਜੀਤ ਬੱਦਨ ਉਹਨਾਂ ਦੇ ਨਾਮ ਦੀ ਇੱਕ ਪਲੇਟ ਸਾਨੂੰ ਇਸ ਘਰ 'ਚ ਮਿਲੀ ਹੈ। ਇੱਕ ਹੀ ਘਰ ਦੇ ਵਿੱਚ ਜਿੱਥੇ 3 ਮੈਂਬਰਾਂ ਦੇ ਪੈਸੇ ਜਿਹੜੇ ਨੇ ਉਹ ਆਏ ਹੋਏ ਨੇ। ਫਿਲਹਾਲ ਘਰ ਦੇ ਮਾਲਕ ਜਿਹੜੇ ਨੇ ਉਹ ਹਾਲੇ ਤੱਕ ਸਾਨੂੰ ਮਿਲੇ ਨਹੀਂ ਆ, ਉਹਨਾਂ ਨਾਲ ਆਪਾਂ ਗੱਲ ਕਰਾਂਗੇ। ਫਿਲਹਾਲ ਦੇਖਦੇ ਇਹ ਅਸੀਂ ਫਸਟ ਫਲੋਰ ਤੇ ਆਏ ਹਾਂ, ਹਾਲੇ ਸੈਕੰਡ ਫਲੋਰ ਵੀ ਹੈ। ਸੈਕੰਡ ਫਲੋਰ ਤੇ ਚੱਲਦੇ ਹਾਂ, ਜਿਹੜਾ ਗਰਾਊਂਡ ਫਲੋਰ ਹੈ ਉੱਥੇ ਚੱਲਦੇ ਹਾਂ। ਘਰ ਤੁਸੀਂ ਵੇਖਿਆ ਹੈ, ਹੁਣ ਅਸੀਂ ਤੁਹਾਨੂੰ ਘਰ ਦੇ ਮਾਲਕ ਦੇ ਨਾਲ ਗੱਲ ਕਰਵਾਉਂਦੇ ਹਾਂ। ਸਤਿ ਸ਼੍ਰੀ ਅਕਾਲ ਅੰਕਲ, ਕੀ ਨਾਮ ਹੈ ਤੁਹਾਡਾ? ਤੇ ਤੁਹਾਡੇ ਕੋਲੋਂ ਵੀ ਪੈਸੇ ਮੰਗੇ ਨੇ? ਨਹੀਂ, ਕੋਈ ਪੈਸਾ ਨਹੀਂ ਮੰਗਿਆ। ਤੁਹਾਨੂੰ ਨਹੀਂ ਉਹਨਾਂ ਨੇ ਕਿਹਾ ਕਿ ਅੱਜ ਜਦੋਂ ਤੁਹਾਡੇ ਪੱਥਰ ਲਾਇਆ ਸੀਗਾ ਤੇ ਉਸ ਵੇਲੇ ਤੁਹਾਨੂੰ 800 ਰੁਪਇਆ ਦਿੱਤਾ ਉਹਨਾਂ ਨੂੰ ਜਿਹੜਾ ਪੱਥਰ ਜੀ ਠੀਕ ਹੈ, ਇਹਨਾਂ ਕੋਲੋਂ ਵੀ 800 ਰੁਪਇਆ ਲਿਆ ਗਿਆ ਪੱਥਰ ਲਾਉਣ ਦਾ। ਤੁਹਾਨੂੰ ਕੀ ਲੱਗਦਾ ਹੈ ਜਿੰਨੇ 800 ਰੁਪਇਆ ਜੀ ਠੀਕ ਹੈ, ਇਹਨਾਂ ਕੋਲੋਂ ਵੀ 800 ਰੁਪਏ। ਕਿੰਨੇ ਪੱਥਰ ਲਾਏ ਨੇ ਤੁਹਾਡੇ ਘਰ? 2 ਪੱਥਰ ਲਗਾ ਦਿੱਤੇ ਨੇ ਘਰ, ਤੁਹਾਨੂੰ ਅਸੀਂ ਦਿਖਾਇਆ ਹੁਣੇ। ਇੱਕ ਪੱਥਰ ਲੱਗਿਆ ਹੋਇਆ, ਦੂਸਰਾ ਪੱਥਰ ਅੰਕਲ ਕਿੱਥੇ ਹੈ? ਇੱਕ ਉੱਪਰ ਹੈ, ਅੱਛਾ, ਇੱਕ ਪੱਥਰ ਨੀਚੇ ਲਗਾਇਆ ਗਿਆ, ਉਹ ਵੀ ਤੁਹਾਨੂੰ ਦਿਖਾਵਾਂਗੇ ਨੀਚੇ ਜਿਹੜਾ ਪੱਥਰ ਲਗਾਇਆ ਗਿਆ ਹੈ। ਤੇ ਅੰਕਲ ਤੁਸੀਂ ਜਿਹੜੇ ਤੁਹਾਡੀ ਤੀਸਰੀ ਕਿਸ਼ਤ ਨਹੀਂ ਮਿਲੀ ਹੈ ਤੇ ਉਸ ਦੇ ਰੁਕਣ ਤੋਂ ਬਾਅਦ ਫਿਰ ਤੁਸੀਂ ਘਰ ਕਿਵੇਂ ਮੁਕੰਮਲ ਕੀਤਾ ਆਪਣਾ ਸਾਰਾ, ਮਤਲਬ ਕਿਵੇਂ ਪੂਰਾ ਪਾਇਆ? ਫਿਰ ਕਈ ਲੋਕਾਂ ਨੇ ਤਾਂ ਜਿਨ੍ਹਾਂ ਦੇ ਨਾਲ ਇਦਾਂ ਹੋਇਆ ਉਹਨਾਂ ਨੇ ਤਾਂ ਪੈਸੇ ਚੱਕ ਕੇ ਕੀਤਾ ਜਗ੍ਹਾ ਵੇਚੀ ਸੀ ਜੀ, ਜਗ੍ਹਾ ਵੇਚ ਕੇ ਫਿਰ ਉਹਦੇ ਜੀ ਮੇਰਾ ਬੇਟਾ ਇੱਕ ਜਾਂਦਾ ਉਹਦੀ ਜੀ 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 ਇਸ ਕਰਕੇ ਪੂਰੇ ਕੀਤੇ। ਤੇ ਇਹ ਸਰਕਾਰ ਦੀ ਇਹ ਜਿਹੜੀ ਯੋਜਨਾ ਹੈ ਇਹ ਉਹਨਾਂ ਲੋਕਾਂ ਲਈ ਸੀ ਜਿਨ੍ਹਾਂ ਦੇ ਘਰ ਬਾਲਿਆਂ ਦੇ ਨੇ ਨਾ, ਕਿ ਬਾਲਿਆਂ ਵਾਲੇ ਘਰ ਜਿਹੜੇ ਨੇ ਉਹਨਾਂ ਨੂੰ ਮਦਦ ਦਿੱਤੀ ਹਜੇ ਵੀ ਜਾਵੇ ਇੱਕ ਹੈ ਆ ਦੇਖੋ ਜੀ। ਤੇ ਬਾਲਿਆਂ ਵਾਲੇ ਘਰ ਦੇ ਉੱਪਰ ਹੀ ਕੋਈ ਛੱਤ ਪੈ ਚੁੱਕੀ ਵੱਡੇ ਦਾ ਉਹ ਇਹ ਆ ਜੀ, ਉਹ ਹਜੇ ਸਾਡੇ ਕੋਲ ਬਣ ਨਹੀਂ ਸਕਿਆ। ਹਾਂਜੀ ਅੱਛਾ, ਇਹ ਬਾਲਿਆਂ ਵਾਲਾ ਤੁਸੀਂ ਦੇਖ ਸਕਦੇ ਹੋ, ਇਹਨਾਂ ਦੇ ਘਰ ਦੇ ਅੰਦਰ ਬਾਲੇ ਲੱਗੇ ਹੋਏ ਨੇ है ना। ते ऊपर वाला फ्लोर भी ਅਸੀਂ ਤੁਹਾਨੂੰ ਦਿਖਾਇਆ ਹੈ ਜੋ ਕਾਫੀ ਆਲੀਸ਼ਾਨ ਬਣਾਇਆ ਗਿਆ ਹੈ। ਤੇ ਅੰਕਲ ਉਹ ਪੈਸੇ ਕਿੱਥੋਂ ਆਏ ਨੇ ਜਿਹੜਾ ਤੁਸੀਂ ਉੱਪਰ ਵਾਲਾ ਫਲੋਰ ਉੱਥੇ ਵੀ ਪੱਥਰ ਲੱਗਿਆ ਹੋਇਆ ਹੈ, ਮਤਲਬ ਉਹ ਵੀ ਸਰਕਾਰ ਵੱਲੋਂ ਪੈਸੇ ਜਿਹੜੇ ਦਿੱਤੇ ਜਾਣੇ ਸੀ, ਮਦਦ ਦਿੱਤੀ ਜਾਣੀ ਸੀਗੀ, ਉਹਦੇ ਨਾਲ ਹੀ ਬਣਾਉਣਾ ਸੀ ਤੁਸੀਂ, ਪਰ ਤੁਸੀਂ ਇੰਨਾ ਵਧੀਆ ਘਰ ਉੱਪਰ ਪਾ ਲਿਆ, ਉਹ ਪੋਰਸ਼ਨ ਉਹ ਕਿਵੇਂ ਬਣਿਆ? ਜਗ੍ਹਾ ਵੇਚੀ ਜੀ, ਜਗ੍ਹਾ ਵੇਚ ਕੇ ਮੇਰਾ ਗਦਾਈਪੁਰ ਪਲਾਟ ਸੀ 20 ਲੱਖ ਰੁਪਏ ਦਾ ਵੇਚਿਆ ਮੈਂ ਜੀ। 18 ਦੇ ਵਿੱਚ 19 ਚ ਫਾਰਮ ਦਿੱਤੇ, 19 ਤੋਂ ਬਾਅਦ ਇਹ ਬਣਾਉਣਾ ਸ਼ੁਰੂ ਕੀਤਾ। ਤੇ ਕਿੰਨੇ ਮਰਲੇ ਦੇ ਵਿੱਚ ਤੁਸੀਂ ਇਹ ਬਣਾਇਆ? 6-7 ਮਰਲੇ, 5 ਮਰਲੇ ਹੋਣਾ ਜੀ। ਅੱਛਾ ਅੱਛਾ, ਤੇ ਜਿਹੜਾ ਤੁਸੀਂ ਦੋ ਬੇਟਿਆਂ ਦਾ 5 ਮਰਲੇ ਜੀ ਜੀ ਜੀ, ਤੇ 2 ਬੇਟੇ ਆ ਜੀ, ਤੀਜੇ ਬੇਟੇ ਦਾ ਬਣਿਆ ਨਹੀਂ ਹਜੇ ਜੀ ਜੀ, ਉਹਦੀ ਸਾਡੇ ਕੋਲ ਪੇਮੈਂਟ ਨਹੀਂ ਹੈਗੀ, ਨਹੀਂ ਜੀ। ਜਿਹੜਾ ਤੁਸੀਂ ਪਲਾਟ ਵੇਚਿਆ ਉਹ ਕਿੰਨੇ ਕੁ ਮਰਲੇ ਦਾ ਸੀਗਾ? ਉਹ 11 ਮਰਲੇ ਦਾ ਸੀ। ਇਸ ਘਰ ਤੇ ਕਿੰਨਾ ਕੁ ਪੈਸਾ ਲੱਗਿਆ ਹੋਵੇਗਾ? ਉਹੀ ਪੈਸੇ ਇੱਧਰ ਲੱਗੇ ਮੈਡਮ। ਹਾਂਜੀ, ਤੇ ਜਿਹੜੀਆਂ 2 ਕਿਸ਼ਤਾਂ ਤੁਹਾਡੀਆਂ ਆ ਚੁੱਕੀਆਂ ਨੇ, ਬੜੇ ਸਾਰੇ ਲੋਕ ਨੇ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਨਾ, 2 ਕਿਸ਼ਤਾਂ ਆ ਗਈਆਂ ਨੇ, ਤੀਸਰੀ ਵਿਚਾਰਿਆਂ ਦੀ ਆਈ ਨਹੀਂ, ਘਰ ਟੁੱਟੇ ਪਏ ਨੇ ਵਿਚਾਰਿਆਂ ਦੇ, ਬਣ ਨਹੀਂ ਰਹੇ, ਇਧਰ ਉਧਰੋਂ ਵਿਆਜੂ ਚੱਕ ਕੇ ਪੈਸੇ ਹੈ ਨਾ, ਥੋੜਾ ਬਹੁਤ ਉਹਨਾਂ ਨੇ ਛੱਤ ਰਹਿਣ ਜੋਗੀ ਬਣਾਈ। ਤੁਸੀਂ ਆ ਜਿਹੜੀ 2 ਕਿਸ਼ਤਾਂ ਆਈਆਂ ਨੇ ਉਸ ਦੇ ਵਿੱਚ ਇੰਨਾ ਵੱਡਾ ਘਰ ਪਾ ਲਿਆ, ਜ਼ਮੀਨ ਚਾਹੇ ਮੇਰੇ 3 ਬੇਟੇ ਸੀ ਜੀ, ਉਹਦੇ ਹਿਸਾਬ ਨਾਲ ਉਧਰੋਂ ਪਾਸ ਹੋ ਗਿਆ। ਤੇ ਤੁਸੀਂ ਜਿਹੜੀ ਜ਼ਮੀਨ ਵੇਚੀ ਹੈ ਉਹ ਤੁਸੀਂ ਫਿਰ ਪਹਿਲਾਂ ਵੇਚ ਕੇ ਵੀ ਆਪਣਾ ਘਰ ਪਾ ਸਕਦੇ ਸੀ, ਸਰਕਾਰ ਵੱਲੋਂ ਮਦਦ ਲੈਣੀ ਜ਼ਰੂਰੀ ਸੀਗੀ। ਮੈਡਮ ਜੀ ਬੇਟੇ ਕੰਮ ਹੀ ਨਹੀਂ ਕਰਦੇ ਕੋਈ, ਤੇ ਫਿਰ ਕੀ ਕਰੂੰਗਾ ਮੈਂ, ਹੁਣ ਬਜ਼ੁਰਗ ਬੰਦਾ ਕੀ ਕਰੂੰਗਾ ਤੁਸੀਂ ਦੱਸੋ। ਸੋ ਤੁਸੀਂ ਸੁਣਿਆ ਇਹਨਾਂ ਦਾ ਬਿਆਨ ਵੀ ਸੁਣਿਆ, ਬਜ਼ੁਰਗ ਬੰਦੇ ਆ। ਦੂਸਰਾ ਪੱਥਰ ਵੀ ਦਿਖਾ ਦਿੰਨੇ ਆ ਤੁਹਾਨੂੰ ਕਿੱਥੇ ਲੱਗਿਆ ਦੂਸਰਾ ਪੱਥਰ ਤੁਹਾਡੇ ਘਰ 'ਚ, ਦੂਸਰਾ ਪੱਥਰ ਦਿਖਾ ਦਿੰਨੇ ਆ, ਜਿਹੜੀਆਂ ਉਸ ਦੀਆਂ ਵੀ 2 ਕਿਸ਼ਤਾਂ ਆ ਗਈਆਂ ਨੇ। ਨਹੀਂ ਉਹ ਫਾਈਨਲ ਆ ਜੀ, ਅੱਛਾ ਇੱਕ ਫਾਈਨਲ ਹੈ, ਇੱਕ ਦੀਆਂ 2 ਕਿਸ਼ਤਾਂ ਪੈਂਡਿੰਗ ਨੇ। दूसरा ਅਸੀਂ ऊपर वाला देख लिया है, नीचे वाला है लाभपात्री का नाम ओम ओंकार है।
ਔਰ ਪਿਤਾ ਉਹੀ ਹੁਸਨ ਲਾਲ। ਸੋ ਇਹ ਰਾਮਨਗਰ ਦਾ ਹੀ ਇੱਕ ਹੋਰ ਘਰ ਹੈ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ। ਦੂਸਰਾ ਆਲੀਸ਼ਾਨ ਘਰ ਹੈ ਜਿਸ ਦੇ ਅੰਦਰ ਪੱਥਰ ਲੱਗਿਆ ਹੋਇਆ ਹੈ, ਵੀ ਤੁਸੀਂ ਦੇਖ ਸਕਦੇ ਹੋ। ਫਿਲਹਾਲ ਦੇਖਦੇ ਅੱਗੇ ਅੱਗੇ ਜਾਂਦੇ, ਹੋਰ ਵੀ ਪਤਾ ਨਹੀਂ ਕਿੰਨੇ ਕਿ ਸਾਨੂੰ ਇਸ ਤਰ੍ਹਾਂ ਦੇ ਘਰ ਮਿਲਣੇ ਨੇ, ਕਿੰਨੇ ਕਿ ਗਰੀਬਾਂ ਦੇ ਘਰ ਮਿਲਣੇ ਨੇ ਜਿਨ੍ਹਾਂ ਵਿਚਾਰਿਆਂ ਦੇ ਘਰ ਹਲੇ ਪੂਰੇ ਵੀ ਨਹੀਂ ਹੋਏ ਹੈ। ਸਰਕਾਰ ਵੱਲੋਂ ਮਦਦ ਭੇਜੀ ਗਈ ਹੈ ਲੇਕਿਨ ਉਹਨਾਂ ਤੱਕ ਪਹੁੰਚੀ ਨਹੀਂ ਹੈ। ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਹੀ ਨਹੀਂ ਉਹਨਾਂ ਤੱਕ ਪਤਾ ਨਹੀਂ ਮਦਦ ਪਹੁੰਚੀ ਹੈ ਜਾਂ ਕੀ ਪਹੁੰਚਿਆ। ਤੁਸੀਂ ਦੇਖ ਸਕਦੇ ਹੋ 2-2 ਪੱਥਰ ਲੱਗੇ ਨੇ, 2-2 ਜਣਿਆਂ ਦੇ ਪੈਸੇ ਇਹਨਾਂ ਨੂੰ ਜਿਹੜੇ ਨੇ ਉਹ ਮਿਲੇ ਹੋਏ ਨੇ। ਫਿਲਹਾਲ ਤੁਸੀਂ ਭ੍ਰਸ਼ਟਾਚਾਰੀਆਂ ਦਾ ਹਾਲ ਦੇਖ ਸਕਦੇ ਹੋ। ਜਿਹੜੇ ਪੈਸੇ ਜਿਹੜੇ ਗਰੀਬਾਂ ਨੂੰ ਦਿੱਤੇ ਜਾਂਦੇ ਆ ਸਿਰਫ ਇੱਕ ਗਰੀਬ ਵਾਸਤੇ ਹੀ ਇਹ ਯੋਜਨਾ ਆ ਕਿ ਜਿਨ੍ਹਾਂ ਕੋਲ ਕੋਠੀਆਂ ਕਾਰਾਂ ਹੈਗੀਆਂ ਉਹ ਵੀ ਤੁਹਾਡੇ ਤੋਂ ਪੈਸੇ ਲੈ ਸਕਦੇ ਇਸ ਚੀਜ਼ ਦੇ? ਨਹੀਂ, ਸਾਡੇ ਕੋਲ ਤਾਂ ਬੈਨੀਫਿਸ਼ਰੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਕੰਡੀਸ਼ਨ ਇਹੀ ਹੈ ਕਿ 3 ਲੱਖ ਦੀ ਜਿਹੜੀ ਉਹਦੀ ਸਾਲਾਨਾ ਆਮਦਨ ਹੈਗੀ ਉਹ ਹੋਣੀ ਚਾਹੀਦੀ ਹੈ, ਤੇ ਹੋਰ ਤਾਂ ਸਾਡੀ ਕੋਈ ਕੰਡੀਸ਼ਨ ਨਹੀਂ ਹੈ ਕਿ ਬੰਦਾ ਜਿਹੜਾ ਇਨਕਮ 3 ਲੱਖ ਤੋਂ ਜੇ ਉੱਪਰ ਹੁੰਦੀ ਹੈ 5 ਲੱਖ ਜਾਂ 6 ਲੱਖ ਜਾਂ 7 ਲੱਖ ਜਾਂ 10 ਲੱਖ ਕਿ ਉਹ ਵੀ ਇਹਦੀ ਸਕੀਮ ਲੈ ਸਕਦਾ ਹੈ? ਨਹੀਂ, ਬਿਲਕੁਲ ਨਹੀਂ, ਅਸੀਂ ਉਸ ਬੰਦੇ ਨੂੰ ਬਿਲਕੁਲ ਬੈਨੀਫਿਟ ਨਹੀਂ ਦਿੰਦੇ। ਤੇ ਇੱਕ ਮੈਮ ਗੱਲ ਦੱਸਿਓ ਕਿ ਜਿਹੜਾ ਪੱਥਰ ਜਿਹੜਾ ਲਗਾਇਆ ਜਾਂਦਾ ਉਹ ਪੱਥਰ ਕਦੋਂ ਲਗਾਇਆ ਜਾਂਦਾ? ਜਦੋਂ ਸਾਰੇ ਦੇ ਪੈਸੇ ਦੇ ਦਿੱਤੇ ਜਾਂਦੇ ਆ, ਸਾਰੇ ਪੈਸੇ ਤੁਹਾਡੇ ਮਤਲਬ ਜਿਹੜੀ ਸਰਕਾਰ ਦੀ ਜਿਹੜੀ 1,75,000 ਰੁਪਇਆ ਜਦੋਂ ਸਾਰੀਆਂ ਕਿਸ਼ਤਾਂ ਜਿਹੜਾ ਗਰੀਬ ਹੈ ਜਿਹੜਾ ਆਪਣੇ ਘਰ ਦਾ ਲੈਂਟਰ ਪਾ ਰਿਹਾ ਜਦੋਂ ਉਹਦੇ ਅਕਾਊਂਟ 'ਚ ਪੈ ਜਾਂਦੇ ਉਸ ਤੋਂ ਬਾਅਦ ਉਹ ਪੱਥਰ ਲੱਗਦਾ ਕਿ ਪਹਿਲੇ ਵੀ ਲੱਗ ਸਕਦਾ? ਨਹੀਂ, ਕਿਸ਼ਤਾਂ ਵਿੱਚ ਜਿਹੜੇ ਉਹਨਾਂ ਦੇ ਅਕਾਊਂਟ ਵਿੱਚ ਪੈਸੇ ਪੈਣੇ ਆ ਉਹ ਤਾਂ ਉਹਦੀ ਸਟੇਜ ਵਾਈਜ਼ ਜਿਹੜੀ ਕੰਸਟਰਕਸ਼ਨ ਹੋਣੀ ਉਹਦੇ ਹਿਸਾਬ ਨਾਲ ਹੀ ਪੈਣੇ ਆ। ਜਿਸ ਤਰ੍ਹਾਂ 12,500 ਰੁਪਇਆ ਮੈਂ ਤੁਹਾਨੂੰ ਦੱਸਿਆ ਉਹ ਪਹਿਲੀ ਕਿਸ਼ਤ ਹੈਗੀ ਆ। ਫਿਰ ਜਿੱਦਾਂ ਘਰ ਥੋੜੀ ਨੀਆਂ ਦੀ ਪੁਟਾਈ ਕਰਦਾ ਹੈ ਉਸ ਤੋਂ ਬਾਅਦ ਜਿਹੜੀ ਦੂਸਰੀ ਕਿਸ਼ਤ ਅਸੀਂ 50,000 ਰੁਪਇਆ ਦਿੰਨੇ ਆ। ਮੇਰਾ ਸਵਾਲ ਇਹ ਸੀਗਾ ਕਿ ਮੈਮ ਸਾਰੇ ਪੈਸੇ ਦੇਣ ਤੋਂ ਬਾਅਦ ਹੀ ਐਂਡ ਦੇ ਵਿੱਚ ਪੱਥਰ ਲੱਗੇਗਾ ਨਾ ਕਿ ਸਾਰੇ ਪੈਸੇ ਇਹਨਾਂ ਦੇ? ਨਹੀਂ, ਇੱਕ ਕਿਸ਼ਤ ਜਿਹੜੀ ਹੈਗੀ ਉਹ ਅਸੀਂ ਰੱਖਦੇ ਹਾਂ ਕਿ ਉਹਦੀ ਜਿਹੜੀ ਹੈਗੀ ਆ ਪੱਥਰ ਲਾਉਣ ਵਾਸਤੇ ਹੀ ਰੱਖਿਆ ਜਾਂਦਾ ਉਹਨੂੰ, ਜਿਹੜਾ ਅਸੀਂ 42,500 ਰੁਪਇਆ ਦੇਣਾ ਉਹ ਪੇਂਟ ਵਾਸਤੇ ਪਲੱਸ ਲੋਗੋ ਵਾਸਤੇ। ਜਿਹੜਾ ਘਰ 'ਚ ਪੱਥਰ ਲਗਾਉਣਾ ਉਹ ਲਾਸਟ ਵਿੱਚ ਅਸੀਂ ਦਿੰਨੇ ਆ। ਉਹ ਪੈਸੇ ਅਸੀਂ ਉਹਨੂੰ ਜਦੋਂ ਪੱਥਰ ਲਗਾ ਲੂਗਾ ਉਸ ਤੋਂ ਬਾਅਦ ਹੀ ਪੈਸੇ ਦਿੰਨੇ ਆ। ਠੀਕ ਹੈ ਮੈਮ, ਇੱਕ ਹੋਰ ਤੁਹਾਡੇ ਤੋਂ ਮੈਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਪੱਥਰ ਲੱਗਦਾ ਉਹ ਵੀ ਸਰਕਾਰ ਵੱਲੋਂ ਲੱਗਦਾ ਕਿ ਉਹਦੇ ਪੈਸੇ ਲਿੱਤੇ ਜਾਂਦੇ? ਨਹੀਂ, ਅਸੀਂ ਤਾਂ ਜਿਹੜਾ ਪੱਥਰ ਲਗਾਉਣ ਤੱਕ ਦੇ ਪੈਸੇ ਤੇ ਪੇਂਟ ਕਰਨ ਦੇ ਪੈਸੇ ਅਸੀਂ 42,500 ਰੁਪਇਆ ਫਿਕਸ ਕੀਤਾ ਹੈ। ਉਹਦੇ ਵਿੱਚੋਂ ਹੁਣ ਪੱਥਰ ਤਾਂ ਨਾ ਅਸੀਂ ਲਾਉਣ ਜੋਗੇ ਆ ਜੀ, ਨਾ ਕੋਈ ਪਬਲਿਕ ਲਾਉਣ ਜੋਗੀ ਆ। ਉਹਦੇ ਵਾਸਤੇ ਕੋਈ ਬੰਦਾ ਤਾਂ ਹਾਇਰ ਕਰਨਾ ਪੈਂਦਾ, ਮੇਰੇ ਖਿਆਲ 700 ਜਾਂ 800 ਜਾਂ 850 ਕੋਈ ਬੰਦਾ ਹੈ ਜਿਹੜਾ ਪੱਥਰ ਦਾ ਕੰਮ ਕਰਦਾ, ਉਹਨੂੰ ਹਾਇਰ ਕਰਕੇ ਉਹਨੂੰ 800 850 ਜਿੰਨਾ ਵੀ ਉਹਦਾ ਪੈਸਾ ਬਣਦਾ। ਸੁਣਨ 'ਚ ਇਹ ਆਇਆ ਵੀ ਇੰਨੇ ਪੈਸੇ ਦਿੰਦੇ ਆ। ਜਿਹੜੇ ਪੈਸੇ ਹੁੰਦੇ ਆ ਉਹ ਕਾਰਪੋਰੇਸ਼ਨ ਵੱਲੋਂ ਦਿੱਤੇ ਜਾਂਦੇ ਆ ਕਿ ਜਿਹੜੇ ਵਿਅਕਤੀ ਉਹਨਾਂ ਨੂੰ? ਨਹੀਂ, 850 ਰੁਪਇਆ, ਕਿਉਂਕਿ ਅਸੀਂ ਤਾਂ 42,500 ਉਹਨੂੰ ਦੇ ਦੇਣਾ, ਉਹਦੇ ਵਿੱਚੋਂ ਹੀ ਜਿਹੜਾ ਬੈਨੀਫਿਸ਼ਰੀ ਆ ਉਹਨੇ ਪੱਥਰ ਲਾਉਣ ਵਾਲੇ ਨੂੰ ਦੇਣਾ ਹੁੰਦਾ। ਕਿ ਮੈਮ ਮਤਲਬ ਜਿਹਦੇ ਘਰ ਦੇ ਬਾਹਰ ਪੱਥਰ ਲੱਗਾ ਉਹੀ ਪੈਸੇ ਦੇਣਗੇ? ਹਾਂਜੀ, ਉਹੀ ਪੈਸੇ ਦੇਗਾ। ਇੱਕ ਮੈਮ ਮੈਨੂੰ ਇੱਕ ਜਾਣਕਾਰੀ ਦਿਓ, ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੇ ਮੈਮ ਕਈ ਤਾਂ ਲੋਕੀ ਐਸੇ ਆ ਕਿ ਜਿਨ੍ਹਾਂ ਨੂੰ ਤਾਂ ਜ਼ਰੂਰਤ ਹੈਗੀ ਹੈ ਉਹਨਾਂ ਤੋਂ ਚਲੋ ਕਾਰਪੋਰੇਸ਼ਨ ਤੋਂ ਪੈਸੇ ਲੈ ਰਹੇ ਆ, ਸਰਕਾਰ ਤੋਂ ਲੈ ਰਹੇ ਆ, ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੈਗੀ ਜੇ ਉਹ ਵੀ ਧੋਖੇ ਧੜੀ ਦੇ ਨਾਲ ਜੇ ਆਪਣੇ ਅਕਾਊਂਟ ਦੇ ਵਿੱਚ ਪੈਸੇ ਪਵਾਉਂਦੇ ਆ ਤੇ ਉਹਨਾਂ ਉੱਤੇ ਜਿਹੜੀ ਕਾਰਪੋਰੇਸ਼ਨ ਹੈ ਕਿਸ ਤਰ੍ਹਾਂ ਦੀ ਕੀ ਕਾਰਵਾਈ ਕੀਤੀ ਜਾਏਗੀ? ਨਹੀਂ, ਇਹ ਕਾਰਵਾਈ ਸਾਡੇ ਧਿਆਨ ਵਿੱਚ ਕੋਈ ਲਿਆਵੇ ਤਾਂ ਅਸੀਂ ਤਾਂ ਜ਼ਰੂਰ ਉਹਦੀ ਵੈਰੀਫਿਕੇਸ਼ਨ ਕਰਾਵਾਂਗੇ। ਵੈਸੇ ਜਿਹੜੇ ਸਰਵੇ ਹੋਇਆ ਪਹਿਲਾਂ ਵੈਰੀਫਿਕੇਸ਼ਨ ਕਰਕੇ ਹੀ ਹੋਇਆ ਹੁੰਦਾ ਹੈ, ਪਰ ਕਈ ਵਾਰੀ ਤੁਹਾਨੂੰ ਪਤਾ ਕਈ ਤਰ੍ਹਾਂ ਦੇ ਰੀਜ਼ਨ ਹੁੰਦੇ ਆ। ਸਾਨੂੰ ਹੁਣ ਫੀਲਡ ਵਿੱਚ ਤਾਂ ਨਹੀਂ ਕਈ ਵਾਰੀ ਪਤਾ ਲੱਗਦਾ, ਫੀਲਡ ਵਿੱਚੋਂ ਜਿੱਦਾਂ ਵੈਰੀਫਿਕੇਸ਼ਨ ਹੋ ਕੇ ਆਉਂਦੀ ਅਸੀਂ ਤਾਂ ਉਹਨੂੰ ਮੁੱਦਾ ਲੈ ਕੇ ਕਰਦੇ ਆ। ਉਸ ਤੋਂ ਬਾਅਦ ਜੇਈ ਵਗੈਰਾ ਜਾਂਦੇ ਹੈਗੇ, ਸਾਡਾ O&M ਦਾ ਸਟਾਫ, B&R ਬ੍ਰਾਂਚ ਦਾ ਸਟਾਫ ਜਿਹੜਾ ਹੈਗਾ, ਐਕਸੀਅਨ SDO ਸਾਰੇ ਫੀਲਡ ਵਿੱਚ ਜਾਂਦੇ ਆ, ਜਿਹੜੇ ਜਾ ਕੇ ਇਹਨੂੰ ਵੈਰੀਫਾਈ ਕਰਦੇ ਆ ਤੇ ਉਹ ਇਸ ਚੀਜ਼ ਦਾ ਫਾਇਦਾ ਲੈ ਸਕਦੇ ਆ ਜੀ। ਮੈਮ ਇਹਦਾ ਮਤਲਬ ਇਹ ਹੋਇਆ ਕਿ ਜੇ ਉਸ ਦੇ ਬਾਵਜੂਦ ਵੀ ਜੇ ਕਿਸੇ ਵਿਅਕਤੀ ਦੇ ਅਕਾਊਂਟ ਦੇ ਵਿੱਚ ਪੈਸੇ ਆ ਜਾਂਦੇ ਆ ਜਿਹੜਾ ਜ਼ਰੂਰਤਮੰਦ ਨਹੀਂ ਹੈਗਾ, ਇਹਦਾ ਮਤਲਬ ਜਿਹੜੇ ਉੱਥੇ ਜਾ ਕੇ ਇਨਕੁਆਇਰੀ ਕਰਦੇ ਉਹ ਸਾਰੇ ਦੋਸ਼ੀ ਹੈ? ਨਹੀਂ, ਇਹ ਜ਼ਰੂਰੀ ਤਾਂ ਨਹੀਂ ਹੈ ਜੀ ਇਹ ਦੋਸ਼ੀ ਹੋਣਗੇ। ਕਿ ਦੇਖੋ ਜਿਹੜਾ ਫੀਲਡ ਦੇ ਵਿੱਚ ਵਰਕ ਕਰ ਰਿਹਾ ਜਿਹਦਾ ਕੰਮ ਹੀ ਇਹੀ ਹੈ ਕਿ ਮੈਂ ਉੱਥੇ ਜਾ ਕੇ ਦੇਖਣਾ ਹੈ ਕਿ ਕੰਮ ਸਹੀ ਹੋ ਰਿਹਾ ਜਾਂ ਗਲਤ ਹੋ ਰਿਹਾ, ਜਿਹੜਾ ਜ਼ਰੂਰਤਮੰਦ ਹੈ ਉਹਨਾਂ ਨੂੰ ਪੈਸੇ ਜਾ ਰਹੇ ਆ, ਕਿਸੇ ਹੋਰ ਨੂੰ ਜਾ ਰਹੇ ਆ, ਉਸ ਦੇ ਬਾਵਜੂਦ ਵੀ ਜੇ ਕਿਸੇ ਹੋਰ ਦੇ ਅਕਾਊਂਟ 'ਚ ਪੈਸੇ ਚਲ ਗਏ ਤਾਂ ਮਤਲਬ ਇਹ ਹੋਇਆ ਕਿ ਜਿਹੜਾ ਉੱਥੇ ਜਾ ਕੇ ਇਨਕੁਆਇਰੀ ਕਰ ਰਿਹਾ ਉਹ ਦੋਸ਼ੀ ਹੋਇਆ? ਇਨਕੁਆਇਰੀ ਕਿਸ ਤਰ੍ਹਾਂ ਮਤਲਬ? ਕਿ ਮੈਮ ਜਿਹੜਾ ਜ਼ਰੂਰਤਮੰਦ ਹੈ ਉਹਨੂੰ ਤਾਂ ਪੈਸੇ ਦਿੱਤੇ ਠੀਕ ਹੈ, ਜਿਨ੍ਹਾਂ ਦੀ ਪਹਿਲੇ ਕੋਠੀਆਂ ਬਣੀਆਂ ਹੋਈਆਂ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਕੱਚੇ ਵਾਲੇ ਦਿਖਾ ਕੇ ਜਾਣ ਮੁੱਝ ਕੇ ਜੇ ਪੈਸੇ ਪਾ ਦਿੱਤੇ ਜਾਣੇ ਤਾਂ ਮਤਲਬ ਉਹ ਦੋਸ਼ੀ ਹੋਏ ਹੋਗੀ? ਕਿਉਂਕਿ ਜਦੋਂ ਸਰਵੇ ਹੋਇਆ ਸੀ, ਹੋ ਸਕਦਾ ਜਿੱਦਾਂ 2015-16 ਦੇ ਵਿੱਚ ਸਰਵੇ ਹੋਇਆ ਸੀਗਾ, ਉਸ ਬੰਦੇ ਨੇ ਜਿੱਦਾਂ ਪਹਿਲਾਂ ਘਰ ਢਾਹ ਕੇ ਰੱਖ ਲਿਆ, ਪੈਸੇ ਸਰਕਾਰ ਕੋਲੋਂ 2018 ਦੇ ਵਿੱਚ ਆਏ, ਹੋ ਸਕਦਾ ਅਗਲੇ ਬੰਦੇ ਨੇ ਕਿਤੋਂ ਲੋਨ ਲੈ ਕੇ ਜਾਂ ਕਿਸੇ ਕੋਲੋਂ ਕਿਸੇ ਮਤਲਬ ਜਿਹੜਾ ਲੋਨ ਪੈਸੇ ਉਧਾਰ ਦਿੰਦੇ ਹਨ ਉਹਨਾਂ ਕੋਲੋਂ ਉਧਾਰ ਫੜ ਕੇ ਪੈਸੇ ਲੈ ਕੇ ਆਪਣਾ ਘਰ ਬਣਾ ਲਿਆ ਹੋਏਗਾ। ਤਾਂ ਅਸੀਂ ਬਣੇ ਬਣਾਏ ਘਰ ਨੂੰ ਅਗਰ ਉਹ ਸਾਡਾ ਬੈਨੀਫਿਸ਼ਰੀ ਹੈ ਤਾਂ ਉਹ ਪੈਸੇ ਅਸੀਂ ਉਹਨੂੰ ਦਿੱਤੇ ਹੋਣਗੇ ਜੇ ਉਹਦਾ ਕੇਸ ਪਾਸ ਹੋਇਆ ਸੀ। ਹੋ ਸਕਦਾ ਉਹ ਉਸ ਟਾਈਮ 3-4 ਸਾਲ ਤੱਕ ਜਦੋਂ ਉਹਨੇ ਘਰ ਢਾਹ ਲਿਆ ਸੀ ਉਸ ਟਾਈਮ ਤੱਕ ਕੋਈ ਪੈਸੇ ਗਵਰਨਮੈਂਟ ਵੱਲੋਂ ਨਹੀਂ ਆਏ ਸੀ, ਉਹਨੇ ਕਿਸੇ ਬੈਂਕ ਤੋਂ ਲੋਨ ਲੈ ਲਿਆ ਹੋਵੇ, ਉਹਨੇ ਕਿਸੇ ਪੈਸੇ ਜਿਹੜੇ ਹੈਗੇ ਆ ਜਿਹੜੇ ਪੈਸੇ ਦਿੰਦੇ ਆ ਲੋਕਾਂ ਨੂੰ ਉਧਾਰ, ਉਹਨਾਂ ਕੋਲੋਂ ਪੈਸੇ ਫੜ ਕੇ ਆਪਣਾ ਘਰ ਬਣਾ ਲਿਆ ਹੋਏਗਾ। ਇੱਕ ਘਰ ਦੇ ਵਿੱਚ ਕਿੰਨੇ ਪੈਸੇ ਦੇ ਸਕਦੇ ਮਤਲਬ 1,75,000 ਰੁਪਏ ਦੀ ਯੋਜਨਾ ਇੱਕ ਘਰ ਦਾ ਲੈਂਟਰ ਪੈਣਾ ਹੈ ਕਿ ਇੱਕ ਘਰ ਦੇ ਵਿੱਚ 2 ਵਾਰੀ ਵੀ ਪੈਸੇ ਦੇ ਸਕਦੀ ਹੈ ਸਰਕਾਰ? ਨਹੀਂ, ਅਸੀਂ ਤਾਂ ਉਹਦੀ ਜਿਹੜੀ ਸਾਈਜ਼ ਜਿਹੜਾ ਘਰ ਦਾ ਹੈਗਾ 21x30 ਸਕੁਅਰ ਸਾਈਜ਼ ਹੋਣਾ ਚਾਹੀਦਾ ਹੈਗਾ। ਔਰ ਅਗਰ ਉਹ ਪ੍ਰਾਪਰਟੀ ਜਿਹੜੀ ਹੈਗੀ ਹੋ ਸਕਦਾ ਉਹਦੇ ਵਿੱਚ 2 ਜਾਂ 3 ਪਰਿਵਾਰ ਰਹਿੰਦੇ ਹੁਣ, ਉਹਦਾ ਸਾਈਜ਼ ਜਿਹੜਾ ਘਰ ਦਾ ਹੈਗਾ ਜੇ ਮੰਨ ਲਓ 10 ਮਰਲੇ ਉਸ ਘਰ ਦਾ ਸਾਈਜ਼ ਹੈਗਾ, ਅਸੀਂ ਤਾਂ ਉਸ ਬੰਦੇ ਦੀ ਜਿਹੜੀ ਜੇ 3 ਪਰਿਵਾਰ ਦੇ 3 ਮੈਂਬਰ ਘਰ 'ਚ ਰਹਿ ਰਹੇ ਆ, 3 ਟੱਬਰ ਅਲੱਗ-ਅਲੱਗ
ਰਹਿ ਰਹੇ, ਉਹਨਾਂ ਦੀ ਪ੍ਰਾਪਰਟੀ ਸ਼ੇਅਰ ਹੋ ਗਈ ਉਸੇ ਬਿਲਡਿੰਗ ਦੇ ਵਿੱਚ, ਤਾਂ ਉਹ ਹੱਕਦਾਰ ਹੈ। ਮੈਮ ਇੱਦਾਂ ਹੈ ਕਿ ਸਾਡੇ ਵੱਲੋਂ ਸਰਵੇ ਕੀਤਾ ਗਿਆ, ਉਹਦੇ ਵਿੱਚ ਇਹ ਚੀਜ਼ਾਂ ਜ਼ਾਹਿਰ ਹੋਈਆਂ ਕਿ ਇੱਕ ਘਰ ਦੇ ਵਿੱਚ ਦੋ ਜਿਹੜੀ ਹੈ ਪਲੇਟਸ ਲੱਗੀਆਂ ਕਿ ਉਹਨਾਂ ਨੂੰ ਦੋ ਜਿਹੜੇ ਸਰਕਾਰ ਵੱਲੋਂ ਪੈਸੇ ਆਏ, ਕਿਉਂਕਿ ਇੱਕ ਤਾਂ ਚਲੋ ਅਸੀਂ ਦੇਖਿਆ ਸੀ ਉਹਦੇ ਵਿੱਚ ਪਾਰਟੀਸ਼ਨ ਸੀਗਾ, ਦੀਵਾਰ ਕੀਤੀ ਸੀ, 2 ਗੇਟ ਸੀ, ਉਹ ਤਾਂ ਪਤਾ ਲੱਗਦਾ ਸੀ ਲੱਗ ਗਿਆ। ਇੱਕ ਘਰ ਐਸਾ ਹੈ ਜਿਹਦੇ ਵਿੱਚ ਨਾ ਤਾਂ 2 ਮੀਟਰ ਲੱਗੇ ਆ, ਨਾ ਤਾਂ ਕੁਝ, ਉਹਨਾਂ ਨੂੰ ਵੀ 2-2 3 ਕਿਸ਼ਤਾਂ ਗਈਆਂ। ਮੈਂ ਉਹਦੇ ਬਾਰੇ ਕਹਿਣਾ ਏਦਾਂ ਅਸੀਂ ਕੋਈ ਨਹੀਂ ਹੈਗਾ, ਸਾਰੇ ਡਾਕੂਮੈਂਟ ਨਾਲ ਲੱਗਦੇ ਹੈਗੇ। ਅਗਰ ਘਰ ਦੇ ਵਿੱਚ ਪ੍ਰਾਪਰਟੀ ਹੈ, ਜਿਹਦੇ ਕੋਲ ਪ੍ਰਾਪਰਟੀ ਨਹੀਂ ਹੈ, ਜਿਹਦੇ ਕੋਲ ਰਜਿਸਟਰੀ ਨਹੀਂ ਹੈ, ਉਹ ਆਪਣਾ ਬਿਜਲੀ ਦਾ ਬਿੱਲ ਦੇ ਕੇ ਜਾਂ ਪਾਣੀ ਦਾ ਬਿੱਲ ਦੇ ਕੇ ਆਪਣੀ ਜਿਹੜੀ ਹੈਗੀ ਲੈ ਸਕਦਾ। ਹੋ ਸਕਦਾ ਉਹਨੇ ਸਾਨੂੰ ਬਿਜਲੀ ਦਾ ਬਿੱਲ 2 ਅਲੱਗ-ਅਲੱਗ ਦਿਖਾਏ ਹੋਣ। ਜੇ ਬਿਜਲੀ ਦਾ ਬਿੱਲ ਉਹਦੀ ਥਾਂ ਤੇ 2 ਜਗ੍ਹਾ ਲੱਗਾ ਤਾਂ ਉਹ ਸਾਡੇ ਲਈ ਤਾਂ ਅਲੱਗ ਪ੍ਰਾਪਰਟੀ ਹੋਏਗੀ। ਇੱਕ ਤੁਹਾਡੀ ਗੱਲ ਕੱਟਣ ਲੱਗਾ, ਉਹਦੇ ਲਈ ਮਾਫੀ ਚਾਹੁੰਦਾ। ਮੈਮ ਇੱਦਾਂ ਆ ਕਿ ਸਾਡੇ ਵੱਲੋਂ ਅੱਜ ਸਰਵੇ ਕੀਤਾ ਗਿਆ ਸੀਗਾ ਰਾਮਨਗਰ ਦੇ ਵਿੱਚ, ਜਿਹਦੇ ਵਿੱਚ ਤੁਸੀਂ ਵੀ ਹੁਣੇ ਇਹ ਗੱਲ ਕਹੀ ਹੈ ਜੋ ਕਿ ਕੈਂਪ ਦੇ ਵਿੱਚ ਰਿਕਾਰਡ ਹੈ। ਤੁਹਾਡਾ ਕਹਿਣਾ ਇਹ ਸੀਗਾ ਕਿ ਕਿਸ਼ਤ ਜਦੋਂ ਸਾਰੀਆਂ ਹੋ ਜਾਂਦੀਆਂ ਉਸ ਤੋਂ ਬਾਅਦ ਜਿਹੜੇ ਐਂਡ ਦੇ ਵਿੱਚ ਉਹਨਾਂ ਦੇ ਘਰ ਦੇ ਬਾਹਰ ਪੱਥਰ ਜਿਹੜੇ ਲੱਗ ਜਾਂਦੇ ਆ ਕਿ ਇਹ ਟੋਟਲੀ ਸਾਰਾ ਕੰਮ ਹੋ ਚੁੱਕਾ ਹੈ। ਬੜੀ ਹੈਰਾਨੀ ਵਾਲੀ ਗੱਲ ਆ ਮੈਮ, ਉੱਥੇ ਲੋਕਾਂ ਦਾ ਸਾਰਿਆਂ ਦਾ ਕਹਿਣਾ ਇਹ ਹੈ ਕਿ ਸਾਨੂੰ ਪੂਰੇ ਪੈਸੇ ਨਹੀਂ ਮਿਲੇ, ਸਾਡੇ ਪੱਥਰ ਵੀ ਲੱਗੇ, ਉਸ ਤੋਂ ਬਾਅਦ ਸਾਲ ਹੋ ਗਿਆ, 6 ਮਹੀਨੇ ਹੋ ਗਏ, ਸਾਡੇ ਅਕਾਊਂਟਾਂ ਦੇ ਵਿੱਚ ਪੈਸੇ ਨਹੀਂ ਆ ਰਹੇ ਸੀ, ਲੋਕਾਂ ਤੋਂ ਵਿਆਜੀ ਪੈਸੇ ਫੜੇ ਸੀਗੇ, ਉਹਨਾਂ ਦੀ ਪੇਮੈਂਟਾਂ ਹਜੇ ਹੋਈਆਂ ਨਹੀਂ। ਫਿਰ ਉਹਨਾਂ ਦਾ ਕਹਿਣਾ ਇਹ ਵੀ ਹੈ, ਕੈਂਪ ਵਿੱਚ ਸਾਡੇ ਕੋਲ ਰਿਕਾਰਡ ਹੈ ਜਿੱਥੇ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਕਾਰਪੋਰੇਸ਼ਨ ਦੇ ਵਿਅਕਤੀ ਆਉਂਦੇ ਆ, ਸਾਡੇ ਤੋਂ 20-20 ਹਜ਼ਾਰ ਦਾ ਜਿਹੜੀ ਮੰਗ ਕਰਦੇ ਕਿ ਉਸ ਤੋਂ ਬਾਅਦ ਜਿਹੜੀ ਤੁਹਾਡੀ ਹੈ ਫਾਈਲ ਪਾਸ ਕੀਤੀ ਜਾਊਗੀ। ਇੱਕ ਘਰ ਤਾਂ ਐਸਾ ਵੀ ਦੇਖਣ ਨੂੰ ਮਿਲਿਆ ਜਿੱਥੇ ਕਾਰਪੋਰੇਸ਼ਨ ਵਾਲੇ ਨੇ ਕਿਹਾ ਤਾਂ ਕਿ ਤੁਸੀਂ ਆਪਣਾ ਘਰ ਤੋੜ ਦਿਓ, ਤੁਹਾਨੂੰ ਪੈਸੇ ਮਿਲ ਜੂਗੇ। ਉਹ ਘਰ ਤੋੜ ਕੇ ਵਿਚਾਰੇ ਕਿਰਾਏ ਤੇ ਰਹਿ ਰਹੇ ਆ, ਉਹਨਾਂ ਨੂੰ ਹਜੇ ਤੱਕ 1 ਰੁਪਈਆ ਨਹੀਂ ਹੈ। ਜਿੱਥੇ ਘਰ ਤੋੜਨ ਦਾ ਸਵਾਲ ਹੈ ਉੱਥੇ ਤਾਂ ਇਹ ਹੈ ਕਿ ਜਿਹੜਾ ਵੀ ਸਰਕਾਰ ਨੇ ਪੈਸੇ ਦੇਣੇ ਆ, ਸਰਕਾਰ ਦੀਆਂ ਗਾਈਡਲਾਈਨਸ ਦੇ ਮੁਤਾਬਕ ਉਹ ਕਹਿੰਦਾ ਬਿਨਾਂ ਉਸਾਰੀ ਤੋਂ ਕਿਸੇ ਵੀ ਬੰਦੇ ਨੂੰ ਤੁਸੀਂ ਪੈਸੇ ਨਹੀਂ ਦੇਣੇ। ਅਗਰ ਉਹ ਕਹੇਗਾ ਕਿ ਮੈਂ ਉਸਾਰੀ ਨਹੀਂ ਕਰਨੀ ਤਾਂ ਮੈਨੂੰ ਪੈਸੇ ਦਿੱਤੇ ਜਾਣ, ਤਾਂ ਅਸੀਂ ਇਹੀ ਕਵਾਂਗੇ ਕਿ ਜਿੰਨਾ ਚਿਰ ਤੂੰ ਘਰ ਦੀ ਉਸਾਰੀ ਦਾ ਕੰਮ ਨਹੀਂ ਸ਼ੁਰੂ ਕਰਦਾ ਤਦ ਤੱਕ ਤੁਹਾਨੂੰ ਪੈਸੇ ਨਹੀਂ ਮਿਲਣੇ। ਦੂਸਰੀ ਗੱਲ ਇਹ ਹੈ ਕਿ ਲੋਕ ਕਹਿ ਰਹੇ ਆ ਕਿ ਸਾਡਾ ਪੱਥਰ ਵੀ ਲੱਗ ਗਿਆ, ਸਾਨੂੰ ਤਾਂ ਵੀ ਪੈਸੇ ਨਹੀਂ ਮਿਲੇ ਹੈਗੇ। ਉਹਦੀ ਜਵਾਬ ਇਹ ਹੈ ਕਿ ਜਦੋਂ ਘਰ ਦੀ ਉਸਾਰੀ ਦਾ ਕੰਮ ਚੱਲਦਾ ਹੁੰਦਾ, ਉਹਦੀ ਹਰ ਸਟੇਜ ਦੇ ਉੱਤੇ ਜੀਓ ਟੈਗਿੰਗ ਹੁੰਦੀ ਹੈ। ਕਈ ਵਾਰੀ ਸਾਡੇ ਜੀਓ ਟੈਗਰ ਜਿਹੜੇ ਹੈਗੇ ਫੀਲਡ ਵਿੱਚ ਜਾਂਦੇ ਆ, ਉਹਨਾਂ ਨੂੰ ਕਈ ਵਾਰੀ ਉਹ ਪੁਆਇੰਟ ਇਦਾਂ ਦਾ ਹੁੰਦਾ, ਉਹ ਪੁਆਇੰਟ ਜਿਹੜਾ ਹੈਗਾ ਉਹਨਾਂ ਨੂੰ ਸਰਚ ਨਹੀਂ ਹੁੰਦਾ। ਬੰਦਾ 1 ਵਾਰੀ ਜਾਂਦਾ, 2 ਵਾਰੀ ਜਾਂਦਾ, 3 ਵਾਰੀ ਜਾਂਦਾ, ਉਹਦੇ ਕਰਕੇ ਜੀਓ ਟੈਗਿੰਗ ਨਾ ਹੋਣ ਕਰਕੇ ਗਵਰਨਮੈਂਟ ਦੀਆਂ ਇੰਸਟਰਕਸ਼ਨਸ ਹੈ ਕਿ ਜਿਹੜਾ ਇਹਦਾ MIS ਪੋਰਟਲ ਹੈ, ਜੀਓ ਟੈਗਿੰਗ ਦਾ ਜਿਹੜਾ ਪੋਰਟਲ ਆ PMAY ਦਾ, ਉਹਦੇ ਉੱਤੇ ਉਹਦੀਆਂ ਜਿਹੜੀਆਂ ਫੋਟੋਗ੍ਰਾਫ ਹੈ ਉਹ ਪ੍ਰੋਪਰ ਚੜੀਆਂ ਹੋਣੀਆਂ ਚਾਹੀਦੀਆਂ, ਤਾਂ ਉਹਦਾ ਘਰ ਮੁਕੰਮਲ ਮੰਨਿਆ ਜਾਊਗਾ। ਮੈਮ ਤੁਹਾਡੇ ਕੋਲ ਕੰਪਲੇਂਟ ਆਈਆਂ ਹਜੇ ਤੱਕ ਕਿਸੇ ਦੀਆਂ ਵੀ ਕਿ ਜਿਹੜੇ ਸਾਡੇ ਪੈਸੇ ਆ ਸਾਨੂੰ ਹਜੇ ਤੱਕ ਪੂਰੇ ਨਹੀਂ ਮਿਲੇ? ਨਹੀਂ, ਇਹ ਜ਼ਰੂਰ ਕੰਪਲੇਂਟਸ ਆਉਂਦੀਆਂ, ਪਰ ਉਹਦਾ ਸਾਡੇ ਕੋਲ ਇਹੀ ਜਵਾਬ ਹੈ, ਇੱਕ ਤਾਂ ਜਾਂ ਤਾਂ ਜੀਓ ਟੈਗਿੰਗ ਉਹਨਾਂ ਦੀ ਰਹਿੰਦੀ ਹੁੰਦੀ ਹੈ, ਦੂਸਰੀ ਗੱਲ ਆ ਉਹਨਾਂ ਨੇ ਉਸਾਰੀ ਦਾ ਕੰਮ ਹੀ ਨਹੀਂ ਸ਼ੁਰੂ ਕੀਤਾ ਹੁੰਦਾ। ਜਿੰਨਾ ਚਿਰ ਬੰਦਾ ਉਸਾਰੀ ਦਾ ਕੰਮ ਨਹੀਂ ਸ਼ੁਰੂ ਕਰੇਗਾ ਅਸੀਂ ਪੈਸੇ ਨਹੀਂ ਦੇ ਸਕਦੇ। ਸਰਕਾਰ ਦੀਆਂ ਗਾਈਡਲਾਈਨਸ ਇਹ ਕਹਿੰਦੀਆਂ। ਮੈਮ ਕੁਝ ਘਰ ਐਸੇ ਵੀ ਦਿਖੇ ਆ, ਕਿਉਂਕਿ ਜਦੋਂ ਅਸੀਂ ਸਰਕਾਰ ਵੱਲੋਂ ਪੈਸੇ ਲੈਂਦੇ ਆ ਤੇ ਸਰਕਾਰ ਦੀ ਯੋਜਨਾ ਦੇ ਦੌਰਾਨ ਬਾਹਰਲੀ ਕੰਧ ਦੇ ਉੱਤੇ ਜਿਹੜਾ ਪੱਥਰ ਲੱਗਣਾ ਚਾਹੀਦਾ, ਪਰ ਲੋਕਾਂ ਨੇ ਕਈ ਘਰ ਦੇ ਅੰਦਰ ਪੱਥਰ ਲਗਾਏ ਹੋਏ, ਕਈਆਂ ਨੇ ਉਹ ਪੱਥਰ ਹੀ ਤੋੜ ਦਿੱਤੇ ਆ। ਨਹੀਂ, ਅਸੀਂ ਉਹ ਜਿਹੜਾ ਪੱਥਰ ਹੈਗਾ ਉਹਨੂੰ ਘੱਟੋ ਘੱਟ 2 ਸਾਲ ਤੱਕ ਵੈਲਿਡ ਰੱਖਣਾ ਹੁੰਦਾ ਉਹਨਾਂ ਨੇ। ਅਗਰ 2 ਸਾਲ ਤੋਂ ਵੱਧ ਉਹਨੂੰ ਟਾਈਮ ਹੋ ਗਿਆ ਹੈਗਾ ਪੱਥਰ ਲਗਾਏ ਨੂੰ, ਫਿਰ ਅਸੀਂ ਉਹਦੇ ਲਈ ਕੁਝ ਨਹੀਂ ਕਰ ਸਕਦੇ। ਬਾਕੀ ਜੇ ਉਹ ਨਵਾਂ ਤੋੜ ਕੇ ਸਾਡੀ ਕੋਈ ਧਿਆਨ ਦੇ ਵਿੱਚ, ਹੁਣ ਅਸੀਂ ਹਰ ਵਾਰੀ ਤਾਂ ਪਿੱਛੇ ਜਾ ਨਹੀਂ ਸਕਦੇ ਕਿਹਨੇ ਪੱਥਰ ਤੋੜ ਲਿਆ, ਕਿਹਨੇ ਰੱਖ ਲਿਆ। ਅਸੀਂ ਤਾਂ ਇੱਕ ਵਾਰੀ ਜਾ ਕੇ ਸਾਡੇ ਰਿਕਾਰਡ ਦੇ ਹਿਸਾਬ ਨਾਲ ਉਹਨੇ ਪੱਥਰ ਲਾਇਆ, ਫਿਕਸ ਹੈ, ਠੀਕ ਹੈ, ਓਕੇ ਹੈ, ਹਨਾ। ਮੈਮ ਕਈ ਘਰ ਇਸ ਤਰ੍ਹਾਂ ਦੇ ਵੀ ਹੈ ਜਿਨ੍ਹਾਂ ਦੀ ਕੋਠੀਆਂ ਬਣੀਆਂ ਪਈਆਂ, ਕਾਰਾਂ ਆ, ਮਾਰਬਲ ਲੱਗਾ, ਉਹਨਾਂ ਨੇ ਵੀ ਕੱਚੇ ਬਾਲਿਆਂ ਦੇ ਪੈਸੇ ਲਿੱਤੇ ਤੇ ਉੱਥੇ ਲੋਕਾਂ ਨੇ ਇਹ ਦੱਸਿਆ ਕਿ ਇਹਨਾਂ ਦੇ ਕੱਚੇ ਬਾਲੇ ਸੀਗੇ ਹੀ ਨਹੀਂ, ਸੈਟਿੰਗ ਦੇ ਦੌਰਾਨ ਸਾਰੇ ਪੈਸੇ ਖਾਦੇ ਗਏ ਤੇ ਇਹਦੇ ਵਿੱਚ ਪੂਰੀ ਕਾਰਪੋਰੇਸ਼ਨ ਦੀ ਮਿਲੀ ਭਗਤ ਸੀ। ਨਹੀਂ, ਇਸ ਤਰ੍ਹਾਂ ਦਾ ਕੋਈ ਨਹੀਂ ਹੈ, ਕਿਉਂਕਿ ਪੂਰੀ ਸਰਵੇ ਟੀਮ ਲਗਾਈ ਹੋਈ ਹੈ, ਕੋਈ ਏਦਾਂ ਦਾ ਟੀਮ ਘਰ ਪਾਸ ਨਹੀਂ ਹੋਇਆ। ਜਦੋਂ ਫਾਈਲਾਂ ਭਰੀਆਂ ਸੀਗੀਆਂ, ਇੱਕ ਚੰਡੀਗੜ੍ਹ ਤੋਂ ਸਪੈਸ਼ਲ ਟੀਮ ਉਹਨਾਂ ਨੇ ਆਰਗੇਨਾਈਜ਼ ਕੀਤੀ ਸੀ, ਉਹਨਾਂ ਨੇ ਸਰਵੇਅਰ ਕੀਤੇ ਸੀ, ਉਹ ਜਾ ਕੇ ਵੈਰੀਫਾਈ ਕਰਦੇ ਸੀ। ਵੈਰੀਫਾਈ ਕਰਨ ਤੋਂ ਬਾਅਦ ਰਿਪੋਰਟਸ ਜਿਹੜੀਆਂ ਅਸੀਂ ਚੰਡੀਗੜ੍ਹ ਗਈਆਂ ਸੀ, ਉਹ ਤੋਂ ਬਾਅਦ ਵੈਰੀਫਾਈ ਕਰਦਾ ਉਹੀ ਕਾਲੀਆਂ ਭੇਡਾਂ ਹੋਣਗੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਦਬ ਲੈਂਦੀਆਂ ਹੋਣਗੀਆਂ। ਦੇਖੋ, ਇਦਾਂ ਫੀਲਡ ਲੈਵਲ ਵਿੱਚ ਤਾਂ ਬਹੁਤ ਕੁਝ ਹੋ ਸਕਦਾ ਸੀ, ਇੰਨਾ ਸਾਡਾ ਚੈੱਕਆਊਟ ਨਹੀਂ ਨਾ ਹੁੰਦਾ, ਅਸੀਂ ਕਿੱਥੇ ਤੱਕ ਚੈੱਕ ਕਰ ਸਕਦੇ ਹਾਂ। ਅਸੀਂ ਇੱਥੇ ਆਫਿਸ 'ਚ ਬੈਠੇ, ਹੁਣ ਫੀਲਡ ਵਿੱਚ ਕੀ ਹੋ ਰਿਹਾ ਹੈ ਸਾਰਾ ਪਾਸਾ ਤਾਂ ਇੱਕ ਬੰਦਾ ਨਹੀਂ ਕਰ ਸਕਦਾ। ਤੁਸੀਂ ਇਹ ਦੱਸ ਸਕਦੇ ਹੋ ਮੈਨੂੰ ਕਿ ਸਰਕਾਰ ਜਿਹੜੀ ਹੈ 1 ਮਹੀਨੇ ਦੇ ਅੰਦਰ 1 ਮਹੀਨੇ 'ਚ ਕਿੰਨੇ ਪੈਸੇ ਭੇਜਦੀ ਹੈ ਕਾਰਪੋਰੇਸ਼ਨ? ਸਰਕਾਰ ਨੇ ਦੇਖੋ ਜਲੰਧਰ 'ਚ ਸਾਡੇ ਕਾਰਪੋਰੇਸ਼ਨ ਵਿੱਚ, ਬਾਕੀ ਕਾਰਪੋਰੇਸ਼ਨਾਂ ਪੂਰੇ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਨੰਬਰ 1 ਤੇ ਕੰਮ ਇੱਥੇ ਚੱਲ ਰਿਹਾ। ਸਭ ਤੋਂ ਜ਼ਿਆਦਾ ਬੈਨੀਫੀਸ਼ਰੀਜ਼ ਵੀ ਇੱਥੇ ਆਇਡੈਂਟੀਫਾਈ ਹੋਏ ਹੋਏ ਆ। ਫਾਈਨੈਂਸ ਕਿੰਨਾ? ਫਾਈਨੈਂਸ ਸਾਡੇ ਕੋਲ 46 ਕਰੋੜ ਰੁਪਇਆ ਅਸੀਂ ਜਿਹੜਾ ਹੈਗਾ ਡਿਸਬਰਸ ਕਰ ਚੁੱਕੇ ਹਾਂ ਅੱਜ ਦੀ। 1 ਮਹੀਨੇ 'ਚ ਕਿੰਨਾ? 1 ਮਹੀਨੇ ਦੇ ਵਿੱਚ ਨਹੀਂ, ਸਾਡੇ ਕੋਲ ਉਹਨਾਂ ਨੇ SNA ਅਕਾਊਂਟ ਇੱਕ ਹੁੰਦਾ ਹੈਗਾ, ਉਹਦੇ ਵਿੱਚ ਲਿਮਿਟ ਫਿਕਸ ਕੀਤੀ ਹੁੰਦੀ ਹੈ। ਸਾਡੇ ਕੋਲ ਪਹਿਲਾਂ ਤਾਂ 2 ਕਰੋੜ ਲਿਮਿਟ ਫਿਕਸ ਕੀਤੀ ਸੀ, ਉਹ ਸਾਡੇ ਕੋਲ ਹਫ਼ਤੇ ਬਾਅਦ ਹੀ ਖਤਮ ਹੋ ਜਾਂਦੀ ਹੁੰਦੀ ਸੀਗੀ। ਫਿਰ ਅਸੀਂ ਰਿਕੁਐਸਟ ਕਰਕੇ, ਗੱਲ ਨਹੀਂ ਸਮਝੇ, ਤੁਹਾਡਾ ਕਹਿਣਾ ਇਹ ਹੈ ਕਿ 2 ਕਰੋੜ ਸਾਨੂੰ ਦਿੱਤੇ ਜਾਂਦੇ ਸੀਗੇ, ਹਫ਼ਤੇ 'ਚ ਸਾਨੂੰ ਖਤਮ। ਫਿਰ ਉਹ ਕਹਿੰਦੇ ਸੀ ਹਾਂ। ਹੁਣ ਗੱਲ ਤਾਂ ਮੈਮ ਉੱਥੇ ਇਹ ਚੀਜ਼ ਆ ਗਈ ਨਾ ਕਿ ਗਰੀਬਾਂ ਦਾ ਕਹਿਣਾ ਇਹ ਹੈ ਕਿ ਜਿਨ੍ਹਾਂ ਦੇ ਘਰ ਬਣੇ ਪਏ ਆ ਉਹਨਾਂ ਨੂੰ ਪੈਸੇ ਦੇ ਜਾਂਦੇ ਆ, ਜਿਹੜੇ ਉਦਾਂ ਆ ਉਹਨਾਂ ਨੂੰ ਪੈਸੇ ਦਿੰਦੇ ਨਹੀਂ ਪਏ। ਇਹਦੇ ਵਿੱਚ ਤੁਹਾਡੀ ਕਾਰਪੋਰੇਸ਼ਨ ਦੀਆਂ ਕਾਲੀਆਂ ਭੇਡਾਂ ਇਨਵੋਲਵ ਹੈ? ਨਹੀਂ, ਇਹ ਜਿਹੜੀਆਂ ਸਾਡੇ ਕੋਲ, ਦੇਖੋ ਅਸੀਂ ਆਫਿਸ ਵਿੱਚ ਬੈਠੇ ਹਾਂ, ਸਾਡੇ ਕੋਲ ਤਾਂ ਜਿਹੜੇ ਸਾਡੇ ਕੋਲ JE ਫੀਲਡ ਵਿੱਚ ਜਾਂਦੇ ਹੈਗੇ ਆ, B&R ਬ੍ਰਾਂਚ ਦੇ ਜਿਹੜੇ ਐਕਸੀਅਨ SDO ਸਾਰੇ ਇਨਵੋਲਵਡ ਹੈਗੇ ਆ।
ਜੇਈਸ ਜਿਹੜੇ ਫੀਲਡ ਵਿੱਚ ਜਾਂਦੇ ਆ ਉਹ ਜਾ ਕੇ ਵੈਰੀਫਾਈ ਕਰਦੇ ਹੈਗੇ ਆ, ਰਿਪੋਰਟ ਉਹ ਸਾਨੂੰ ਲਿਆ ਕੇ ਦਿੰਦੇ ਆ, ਫਿਰ ਅਸੀਂ ਦੇਖਦੇ ਆ ਉਹਨੂੰ ਵੀ ਪੇਮੈਂਟ ਨੂੰ ਪਹਿਲੀ ਕਿਸ਼ਤ ਪੈਣ ਵਾਲੀ ਹੈ, ਦੂਜੀ ਕਿਸ਼ਤ ਪੈਣ ਵਾਲੀ, ਅਸੀਂ ਇੰਸਟਾਲਮੈਂਟਸ ਉਹਨੂੰ ਜਾਰੀ ਕਰਦੇ ਹਾਂ। ਸੂਤਰਾਂ ਤੋਂ ਮੇਰੀ ਜਾਣਕਾਰੀ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਇੱਕ ਇਮਰਾਨ ਨਾਮ ਦਾ ਸ਼ਖਸ ਹੈ ਤੁਹਾਡੇ ਕਾਰਪੋਰੇਸ਼ਨ ਦੇ ਵਿੱਚ, ਇੱਕ ਸਚਿਨ ਨਾਮ ਦਾ ਤੇ ਇੱਕ ਹੋਰ ਵਿਅਕਤੀ ਹੈ, ਜੋ ਕਿ ਸੂਤਰਾਂ ਅਨੁਸਾਰ ਮੇਰੀ ਜਾਣਕਾਰੀ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੇ ਵਿੱਚੋਂ ਕੋਈ ਇੱਕ ਵਿਅਕਤੀ ਸੀਗਾ ਜਿਹਨੂੰ ਪਿਛਲੇ ਜਿਹੜੇ ਕਮਿਸ਼ਨਰ ਹੈ ਉਹਨਾਂ ਨੇ ਕੱਢ ਦਿੱਤਾ ਸੀਗਾ, ਇਹ ਕਹਿ ਕੇ ਕਿ ਇਹ ਗਲਤ ਕੰਮ ਕਰਦਾ ਹੈ। ਉਸ ਤੋਂ ਬਾਅਦ ਜਿਹੜੇ ਨਵੇਂ ਕਮਿਸ਼ਨਰ ਆਏ ਉਹਨਾਂ ਨੇ ਰੱਖ ਲਿਆ। ਕੀ ਕਾਰਨ ਸੀ ਮੈਡਮ ਰੱਖਣ ਦਾ, ਕਿ ਨਵੇਂ ਕਮਿਸ਼ਨ ਦੀ ਜੇਬ 'ਚ ਗੁਲਾਬੀ ਨੋਟ ਨਹੀਂ ਆ ਰਹੇ ਸੀ? ਦੇਖੋ, ਜਿਹੜੀ ਪਿਛਲੀ ਰਿਪੋਰਟ ਜਿਹੜੀ ਆਈ ਸੀਗੀ, ਕਮਿਸ਼ਨਰ ਸਾਹਿਬ ਤਾਂ ਇਹਨਾਂ ਬੰਦਿਆਂ ਨੂੰ ਪਹਿਲਾਂ ਜਾਣਦੇ ਵੀ ਨਹੀਂ ਸੀਗੇ, ਉਹ ਬਾਰੋ ਬਾਰੀ ਕੋਈ ਹੋ ਗਿਆ। ਕਮਿਸ਼ਨਰ ਸਾਹਿਬ ਤਾਂ ਇੱਕ ਵਾਰੀ ਵੀ ਇਸ ਸਟਾਫ ਨੂੰ ਮਿਲੇ ਹੀ ਨਹੀਂ ਸੀਗੇ। ਜਦ ਤੱਕ ਤੁਸੀਂ ਕਿਸੇ ਸਟਾਫ ਨੂੰ ਜਾਣਦੇ ਹੀ ਨਹੀਂ ਤਾਂ ਤੁਸੀਂ ਬਾਰੋ ਬਾਰੀ ਚਿੱਠੀ ਕਢਵਾ ਕੇ ਬਾਹਰੋਂ ਹੀ ਐਡਮਿਨਿਸਟ੍ਰੇਸ਼ਨ ਨੂੰ ਕਹਿ ਕੇ ਕਰਵਾ ਲਓ। ਤਾਂ ਫਿਰ ਜਦੋਂ ਨਵੇਂ ਕਮਿਸ਼ਨਰ ਸਾਹਿਬ ਆਏ, ਉਹਨਾਂ ਨੂੰ ਪਤਾ ਸੀ, ਉਹਨਾਂ ਨੇ ਸਿਚੁਏਸ਼ਨ ਦੇਖੀ, ਉਹਨਾਂ ਨੂੰ ਪਤਾ ਲੱਗਾ ਕਿ ਇਹ ਬੰਦਾ ਠੀਕ ਹੈ ਕਿ ਗਲਤ ਹੈ। ਉਹ ਕਿੰਨਾ ਟਾਈਮ ਇੱਥੇ ਰਹੇ? ਉਹ ਤਾਂ ਮੇਰੇ ਖਿਆਲ 3-4 ਮਹੀਨੇ ਰਹੇ, ਉਸ ਤੋਂ ਵੱਧ ਟਾਈਮ ਤਾਂ ਰਹੇ ਹੀ ਨਹੀਂ। ਜਿਹੜੇ ਨਵੇਂ ਕਮਿਸ਼ਨਰ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ? ਉਹ ਤਾਂ ਦੇਖੋ ਜੀ, ਜਦੋਂ ਉਹ ਗਏ ਆ ਮੇਰੇ ਖਿਆਲ ਜੁਲਾਈ 'ਚ ਸੀ ਸ਼ਾਇਦ, ਪਤਾ ਨਹੀਂ ਮੈਨੂੰ ਹੁਣ ਐਗਜ਼ੈਕਟ ਡੇਟ ਤਾਂ ਯਾਦ ਨਹੀਂ ਹੈ ਕਦੋਂ ਆਏ ਆ। ਮੈਮ ਤੁਸੀਂ ਸਿਆਣੇ ਹੋ, ਸਿਆਣੇ ਤੇ ਮੈਡਮ ਇੱਕ ਅੱਖ ਦੇਖ ਕੇ ਪਛਾਣ ਲੈਂਦੇ ਬੰਦੇ ਕਿੱਦਾਂ ਦਾ ਹੈਗਾ। ਤੇ ਜਿਹੜਾ ਇੱਕ ਆਈਐਸ ਅਫਸਰ ਹੋਊਗਾ, ਜਿਹੜਾ ਆਈਪੀਐਸ ਹੋਊਗਾ, ਅਕਸਰ ਉਹਨੂੰ ਬੰਦੇ ਦਾ ਪਤਾ ਲੱਗ ਜਾਂਦਾ ਹੋਊਗਾ। ਕਾਫੀ ਕੰਪਲੇਂਟ ਵੀ ਆਈ ਹੈ, ਸੁਣਨ ਦੇ ਵਿੱਚ ਇਹ ਵੀ ਆਇਆ ਕਿ ਇੱਕ ਐਮਐਲਏ ਨੇ ਵੀ ਕੰਪਲੇਂਟ ਦਿੱਤੀ ਸੀ ਕਿ ਇਹ ਵਿਅਕਤੀ ਜਿਹੜਾ ਸਹੀ ਨਹੀਂ ਹੈਗਾ, ਸਾਡੇ ਤੋਂ ਪੈਸੇ ਦੀ ਮੰਗ ਕਰਦਾ, ਪੈਸੇ ਖਾਂਦਾ, ਲੋਕੀ ਜਿਹੜੇ ਸਾਨੂੰ ਇਹ ਕੰਪਲੇਂਟ ਦਿੰਦੇ ਆ, ਇਸ ਕਰਕੇ ਉਹਨੂੰ ਕੱਢਿਆ ਗਿਆ ਸੀ। ਨਹੀਂ ਦੇਖੋ, ਕੰਪਲੇਂਟਸ ਤਾਂ ਬਹੁਤ ਕਰਦੇ ਆ ਆਪਾਂ, ਐਲੀਗੇਸ਼ਨ ਤਾਂ ਲਾਣਾ ਬਹੁਤ ਸੌਖਾ ਹੁੰਦਾ, ਉਹਨੂੰ ਅਪਰੂਵ ਵੀ ਤਾਂ ਕਰੇ ਕੋਈ, ਹਨਾ। ਹੁਣ ਮੇਰੇ ਖਿਲਾਫ ਹੀ ਮੈਂ ਦਫ਼ਤਰ ਬੈਠੀ, ਮੈਂ ਕਿਸੇ ਬੈਨੀਫਿਸ਼ਰੀ ਨਾਲ ਗੱਲ ਨਹੀਂ ਕਰਦੀ, ਮੇਰੇ ਕੋਲ ਬੈਨੀਫਿਸ਼ਰੀ ਆਉਂਦੇ ਨਹੀਂ, ਮੈਨੂੰ ਕਹੀ ਜਾਂਦੇ ਆ ਕਿ ਉੱਥੇ ਮੈਡਮ 25-25 ਹਜ਼ਾਰ ਰੁਪਇਆ ਲੈਂਦੀ ਹੈ। ਦੱਸੋ, ਐਲੀਗੇਸ਼ਨ ਲਾਣਾ ਤੇ ਉਹਨੂੰ ਅਪਰੂਵ ਵੀ ਕਰੋ ਨਾ। ਡਾਕੂਮੈਂਟਸ ਦਿਖਾਣੇ ਮੈਂ, ਪਲੀਜ਼ ਡਾਕੂਮੈਂਟਸ ਦਿਓ ਜ਼ਰਾ। ਸੋ ਮੈਮ ਇਹ ਡਾਕੂਮੈਂਟਸ ਹੈ ਜੋ ਮੈਂ ਕੈਮਰੇ ਦੇ ਅੱਗੇ ਵੀ ਦਿਖਾ ਦਿੰਦਾ, ਇਹਨਾਂ ਦੇ ਕੋਲ ਵੀ ਡਾਕੂਮੈਂਟਸ ਹੋਣਗੇ, ਹੈੱਡ ਆਫਿਸ ਤੋਂ ਇਹ ਡਾਕੂਮੈਂਟਸ ਕਢਵਾਏ ਗਏ ਆ। ਸੋ ਦਿਖਾ ਦਿੰਦੇ ਆ ਮੈਮ, ਇਹ ਡਾਕੂਮੈਂਟਸ ਦੇ ਉੱਤੇ ਸਾਫ਼ ਲਿਖਿਆ ਹੋਇਆ ਜਿਹੜਾ ਕਮਿਸ਼ਨਰ ਸਾਹਿਬ ਵੱਲੋਂ ਕਿ ਇਹ ਬੰਦਾ ਜਿਹੜਾ ਹੈ ਗਲਤ ਆ। ਉਸ ਤੋਂ ਬਾਅਦ ਦੂਜੇ ਕਮਿਸ਼ਨਰ ਸਾਹਿਬ ਨੇ ਉਹਨੂੰ ਰੱਖ ਲਿਆ। ਇਹ ਤੁਹਾਡੇ ਬੈਂਕ ਦੀ ਸਟੇਟਮੈਂਟ ਹੈ ਮੈਮ, ਜਿਹਦੇ ਵਿੱਚ 3 ਕਰੋੜ ਰੁਪਈਆ ਪਾਇਆ ਹੋਇਆ ਪਿਛਲੇ ਮਹੀਨੇ, ਤੇ ਉਸ ਤੋਂ ਪਿਛਲੇ ਮਹੀਨੇ ਵੀ 3 ਕਰੋੜ ਆਇਆ, ਇਸ ਵਾਰੀ ਜਿਹੜਾ 4 ਕਰੋੜ ਆਇਆ। ਮੈਮ ਇਹ ਜਿਹੜੀ ਹੈ ਐਪਲੀਕੇਸ਼ਨ ਹੈ, ਉਹ ਇਹ ਹੈ ਜਿਹੜੇ ਲੋਕਾਂ ਨੇ ਕਿਹਾ ਹੈ ਕਿ ਸਾਨੂੰ ਹਜੇ ਤੱਕ ਜਿਹੜੇ ਪੈਸੇ ਨਹੀਂ ਮਿਲੇ। ਇਹ ਐਮਐਲਏ ਵੱਲੋਂ ਲਿਖਿਆ ਗਿਆ ਹੈ ਕਿ ਬੰਦਾ ਕਰਪਟ ਹੈ, ਜਿਹੜਾ ਦੁਬਾਰਾ ਫਿਰ ਕਮਿਸ਼ਨਰ ਸਾਹਿਬ ਨੇ ਰੱਖ ਲਿਆ। ਇਹ ਫਿਰ ਜਿਹੜੀ ਹੈ ਬੈਂਕ ਦੀ ਸਟੇਟਮੈਂਟ ਹੈ ਪੂਰੇ ਪੰਜਾਬ ਦੀ, ਨਾ ਕਿ ਸਿਰਫ ਜਲੰਧਰ ਦੀ। ਸੋ ਸਟੇਟਮੈਂਟ ਤੁਹਾਨੂੰ ਦੇਖ ਕੇ ਪਤਾ ਲੱਗਦਾ ਹੀ ਹੋਊਗਾ ਕਿ ਤੁਹਾਡੀ ਹੈ, ਠੀਕ ਹੈ ਜੀ। ਇਹ ਤੁਹਾਡੇ ਪ੍ਰਧਾਨ ਮੰਤਰੀ ਯੋਜਨਾ ਵਾਲਾ ਜਿਹੜਾ ਸਿਸਟਮ ਹੈ। ਹੁਣ ਇਹਦੇ ਵਿੱਚ ਮੈਮ ਇੱਕ ਇਹ ਵੀ ਚੀਜ਼ ਜਿਹੜੀ ਜ਼ਾਹਿਰ ਹੁੰਦੀ ਹੈ, ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸੁਣਨ ਦੇ ਵਿੱਚ ਆਇਆ ਸੀਗਾ ਕਿ ਜਿਹੜੇ ਡਿਪਟੀ ਮੇਅਰ ਉਹਨਾਂ ਦੇ ਇੱਕ ਡਰਾਈਵਰ ਨੂੰ ਵੀ ਜਿਹੜਾ ਹੈ ਪ੍ਰਧਾਨ ਮੰਤਰੀ ਯੋਜਨਾ ਦੇ ਨਾਲ ਜਿਹੜਾ ਇੱਕ ਲੋਨ ਜਿਹੜਾ ਪਾਸ ਕੀਤਾ ਗਿਆ, ਉਹਨਾਂ ਨੂੰ ਵੀ ਮੈਮ ਇਹਨਾਂ ਦੀ ਕੀ ਲੋੜ ਸੀਗੀ। ਹੁਣ ਇਹ ਵੀ ਪਤਾ ਲੱਗਿਆ ਕਿ ਜਿਹੜਾ ਉਹਨਾਂ ਦਾ ਬੇਟਾ ਹੈ ਉਹ ਪੁਲਿਸ ਦੇ ਵਿੱਚ ਹੈ। ਨਹੀਂ, ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ, ਜਾਂ ਤਾਂ ਨਾਂ ਦੱਸੋ ਉਹਦਾ ਕਿਹੜਾ ਆ, ਵੈਰੀਫਾਈ ਕਰਾ ਲੈਂਦੇ ਆ ਨਾ। ਐਦਾਂ ਹੁਣ ਡਰਾਈਵਰ ਆ, ਕਈ ਆ ਪ੍ਰਾਈਵੇਟ ਰੱਖੇ ਹੁੰਦੇ ਆ, ਡਰਾਈਵਰ ਕੋਈ ਰੈਗੂਲਰ ਤਾਂ ਹੈ ਨਹੀਂਗੇ। ਜੇ ਇੱਕ ਮੀਡੀਆ ਕਰਮੀ ਸਾਰੀ ਚੀਜ਼ਾਂ ਪਤਾ ਕਰ ਸਕਦਾ ਹੈ। ਤੁਹਾਡੇ ਤੋਂ ਮੈਂ ਪੁੱਛਿਆ ਕਿ ਮੈਂ ਮਹੀਨੇ ਦੇ ਕਿੰਨੇ ਪੈਸੇ ਤੁਹਾਨੂੰ ਆਉਂਦੇ ਆ, ਤੁਸੀਂ ਕਿਹਾ ਮੈਂ ਉਹ ਦੱਸ ਨਹੀਂ ਸਕਦੀ, ਮੈਨੂੰ ਨਹੀਂ ਪਤਾ, ਕਿਉਂਕਿ ਸਾਡੇ ਕੋਲ ਪੂਰਾ ਪੰਜਾਬ ਦਾ ਸਿਸਟਮ ਹੁੰਦਾ ਵੇਰਵਾ ਕਿ ਸਰਕਾਰ ਨੇ ਕਿੰਨੇ ਪੈਸੇ ਪਾਏ ਆ, ਕਿੰਨੇ। ਮੈਂ ਤੁਹਾਨੂੰ ਦੱਸੀ ਤਾਂ ਜਾਨੀ ਵੀ 46 ਕਰੋੜ ਰੁਪਇਆ ਸਾਨੂੰ ਆ ਚੁੱਕਾ ਹੈਗਾ। 4 ਕਰੋੜ 46 ਕਰੋੜ ਦੱਸਤਾ ਮੈਂ, ਮੈਨੂੰ ਤਾਂ ਪੁੱਛਿਆ ਤੁਹਾਡੇ ਕੋਲ, ਤੁਸੀਂ ਕਿਹਾ ਉਸ ਬਾਰੇ ਮੈਨੂੰ ਨਹੀਂ ਪਤਾ। ਨਹੀਂ, ਮੈਂ ਤੁਹਾਨੂੰ ਮੰਥ ਬਾਰੇ ਮੈਂ ਤੁਹਾਨੂੰ ਇਹ ਕਿਹਾ, ਮੈਂ ਤੁਹਾਨੂੰ ਐਸਐਨਏ ਲਿਮਿਟ ਦੀ ਗੱਲ ਕਰ ਰਹੀ ਹਾਂ। ਮੈਂ ਕਿਹਾ ਐਸਐਨਏ ਲਿਮਿਟ ਦੇ ਵਿੱਚ 2 ਕਰੋੜ ਸਾਨੂੰ ਹਫਤੇ ਦਾ ਆਉਂਦਾ ਸੀਗਾ, ਉਸ ਤੋਂ ਬਾਅਦ ਸਾਡੇ ਪੈਸੇ ਜਲਦੀ ਖਤਮ ਹੋ ਜਾਂਦੇ ਸੀ, ਫਿਰ ਅਸੀਂ ਐਸਐਨਏ ਲਿਮਿਟ ਵਧਾ ਕੇ 4 ਕਰੋੜ ਰੁਪਏ ਕੀਤੀ ਹੈ। ਇਸ ਵਾਰੀ ਤੁਹਾਨੂੰ 4 ਕਰੋੜ ਆਈ। ਮੈਂ ਉਹੀ ਤੁਹਾਨੂੰ ਕਹਿ ਰਿਹਾ ਹਾਂ, ਜੇ ਇੱਕ ਮੀਡੀਆ ਕਰਮੀ ਸਾਰੇ ਡਾਕੂਮੈਂਟਸ ਕਢਵਾ ਸਕਦਾ ਹੈ, ਇੱਕ ਮੀਡੀਆ ਕਰਮੀ ਸਾਰਾ ਕੁਝ ਕਰ ਸਕਦਾ ਹੈ, ਜਿਨ੍ਹਾਂ ਨੂੰ ਪੈਸੇ ਨਹੀਂ ਮਿਲੇ ਮੀਡੀਆ ਉੱਥੇ ਜਾ ਸਕਦੀ ਹੈ। ਫਿਰ ਜਿਹੜੇ ਸਰਕਾਰੀ ਅਫਸਰ ਉਹ ਤਨਖਾਹ ਕਾਹਦੀ ਲੈ ਰਹੇ? ਨਹੀਂ, ਸਰਕਾਰੀ ਅਫਸਰਾਂ ਨੇ ਕੀ ਕੀਤਾ ਮੈਨੂੰ ਤਾਂ ਸਮਝ ਨਹੀਂ ਲੱਗੀ। ਮੈਂ ਕੀ ਤੁਹਾਨੂੰ ਦੱਸਣ ਚ ਕੀ ਗਲਤੀ ਕਰ ਲਈ ਹੈ, ਦੱਸੋ ਜੀ। ਮੈਮ ਤੁਹਾਨੂੰ ਮੈਂ ਉਹੀ ਸਾਰੀ ਗੱਲ ਕਹਿ ਰਿਹਾ ਕਿ ਜਿਹੜੇ ਲੋਕਾਂ ਨੂੰ ਪੈਸੇ ਮਿਲਣੇ ਚਾਹੀਦੇ ਸੀ, ਪਹਿਲੀ ਗੱਲ ਉਹਨਾਂ ਨੂੰ ਪੂਰੇ ਪੈਸੇ ਨਹੀਂ ਮਿਲੇ। ਮੈਂ ਤੁਹਾਨੂੰ ਕਹੀ ਜਾਨੀ ਹੈ ਜੇਈਸ ਦੀਆਂ ਜਿੱਦਾਂ ਰਿਪੋਰਟਸ ਆਉਂਦੀਆਂ ਸਾਡੇ ਕੋਲ। ਮੈਮ ਇੱਕ ਮਿੰਟ ਦੇਖਿਓ, ਮੇਰੀ ਗੱਲ ਸੁਣਿਓ ਪਲੀਜ਼। ਇੱਕ ਮੈਮ ਜਿਹੜਾ ਪਹਿਲਾ ਪੁਆਇੰਟ ਆ ਉਹ ਇਹ ਹੈ ਕਿ ਲੋਕਾਂ ਨੂੰ ਹਜੇ ਤੱਕ ਪੂਰੇ ਪੈਸੇ ਨਹੀਂ ਮਿਲੇ, ਉਹਨਾਂ ਦੇ ਘਰ ਦੇ ਬਾਹਰ ਪੱਥਰ ਲੱਗ ਗਿਆ, ਠੀਕ ਹੈ। ਦੂਜਾ ਮੈਮ ਇਹ ਹੈ ਕਿ ਜਿਨ੍ਹਾਂ ਨੂੰ ਪੈਸੇ ਮਿਲਣੇ ਚਾਹੀਦੇ ਉਹਨਾਂ ਨੂੰ ਤਾਂ ਮਿਲਦੇ ਨੇ, ਜਿਨ੍ਹਾਂ ਦੀ ਕੋਠੀਆਂ, ਸਾਡੇ ਕੋਲ ਸ਼ਾਰਟਸ ਆ ਕੈਮਰੇ ਦੇ ਵਿੱਚ, ਸੋ ਸਕਰੀਨ ਦੇ ਉੱਤੇ ਤੁਸੀਂ ਸ਼ਾਰਟਸ ਵੀ ਪਲੇ ਹੁੰਦੇ ਦੇਖ ਰਹੇ ਹੋ ਕਿ ਲੋਕਾਂ ਦੇ ਘਰ ਬਣੇ ਪਏ ਆ, ਪੱਥਰ ਬਣਿਆ ਪਿਆ। ਮੈਮ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਦੇਖੋ ਸਾਰੇ ਪੈਸੇ ਜਾ ਰਹੇ ਆ, ਕਿਸ ਨਿਗਾਹ ਦੇ ਨਾਲ ਮਿਸਯੂਜ਼ ਹੁੰਦੀ? ਇਹ ਤਾਂ ਫੀਲਡ ਵੈਰੀਫਿਕੇਸ਼ਨ ਵਾਲੇ ਬੰਦੇ ਦੱਸ ਸਕਦੇ ਆ ਨਾ। ਇਹ ਤਾਂ ਫੀਲਡ ਦਾ ਜੋ ਰਿਪੋਰਟਸ ਆਉਂਦੀਆਂ ਸਾਨੂੰ, ਉਸ ਤੋਂ ਇਲਾਵਾ ਉਸ ਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਹਾਂ। ਮਤਲਬ ਆਪਾਂ ਕਿਤੇ ਨਾ ਕਿਤੇ ਇਹ ਚੀਜ਼ ਦਾ ਮਤਲਬ ਕਹਿ ਸਕਦੇ ਹਾਂ ਕਿ ਜਿਹੜੇ ਫੀਲਡ ਦੇ ਵਿੱਚ ਵਰਕ ਕਰ ਰਹੇ ਆ, ਜਿਹੜੇ ਹੁਣ ਤੁਹਾਨੂੰ ਡਾਕੂਮੈਂਟ ਦਿਖਾਇਆ, ਇਹਦਾ ਮਤਲਬ ਉਹ ਚੋਰ ਹੈ, ਕਾਲੀਆਂ ਭੇਡਾਂ ਨੇ। ਇਹ ਤਾਂ ਤੁਹਾਡੇ ਮੂੰਹ ਮੈਂ ਸੁਣਦੀ ਹਾਂ, ਮੈਂ ਤਾਂ ਨਹੀਂ ਕਹਿ ਰਹੀ ਜੀ। ਮੈਮ ਆਪਣੇ ਬੰਦੇ ਨੂੰ ਤਾਂ ਕਦੀ ਵੀ ਆਪਣਿਆਂ ਤੋਂ ਮੈਮ ਕਦੀ ਵੀ ਕੁਝ ਨਹੀਂ ਕੋਈ ਕਹਿੰਦਾ ਆਪਣਿਆਂ ਨੂੰ। ਬਿਨਾਂ ਪ੍ਰੂਫ ਤੋਂ ਲਿਖਣ ਨੂੰ ਤਾਂ ਚਿੱਠੀਆਂ ਬਥੇਰੀਆਂ ਲਿਖ ਦਿੰਦੇ ਆ ਨਾ। ਇੱਕ ਮੈਮ ਇਹ ਦੱਸਿਓ ਕਿ ਜਦੋਂ ਅਸੀਂ ਪੈਸੇ ਲੈਂਦੇ ਆ ਕਿ ਸਾਡੇ ਕੋਲ ਇਹ ਅਧਿਕਾਰ ਹੈਗਾ ਅਸੀਂ ਘਰ ਦੀਆਂ ਛੱਤਾਂ ਦੇ ਉੱਪਰ ਉਹ ਪਲੇਟ ਲਾ ਦਈਏ?
ਇਹ ਤਾਂ ਮੈਨੂੰ ਤਾਂ ਜਿਹੜੇ ਜਿੰਨੀਆਂ ਮੈਂ ਫੋਟੋ ਚੈੱਕ ਕਰਦੀ ਹਾਂ, ਮੈਂ ਤਾਂ ਘਰ ਦੀ ਦੀਵਾਰ ਦੇ ਅੱਗੇ ਕੀਤੀਆਂ, ਜਿਹੜੀਆਂ ਮੇਰੇ ਕੋਲ ਇਸ ਤਰ੍ਹਾਂ ਦੀਆਂ ਆਉਂਦੀਆਂ ਮੈਂ ਰਿਜੈਕਟ ਕੀਤੀਆਂ। ਹੋ ਸਕਦਾ ਇਸੇ ਕਰਕੇ ਉਹਨਾਂ ਨੂੰ ਪੈਸੇ, ਹੋ ਸਕਦਾ ਇਸੇ ਕਰਕੇ ਉਹਨਾਂ ਦੇ ਪੈਸੇ ਨਾ ਪਏ ਹੋਣ, ਗਲਤ ਜਗ੍ਹਾ ਤੇ ਉਹਨਾਂ ਨੇ ਪਲੇਟਾਂ ਲਾਈਆਂ ਹੋਣ। ਮੈਮ ਉਹਨਾਂ ਨੂੰ ਪੈਸੇ ਮਿਲ ਗਏ ਹੋਏ ਆ, ਜਿਨ੍ਹਾਂ ਦੀ ਘਰ ਦੇ ਬਾਹਰ ਲੱਗੀ ਉਹਨਾਂ ਨੂੰ ਤੇ ਮਿਲੇ ਨਹੀਂ। ਪਤਾ ਕਰ ਲੈਣੇ ਆ, ਚੈੱਕ ਕਰਾ ਲੈਣੇ ਆ। ਸੋ ਮੈਮ ਜਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਹੁਣ ਤੁਹਾਨੂੰ ਦੱਸੀਆਂ ਗਈਆਂ, ਜਿਹੜੇ ਤੁਹਾਡੇ ਫੀਲਡ ਦੇ ਵਰਕਰ ਆ ਉਹਨਾਂ ਤੇ ਮੈਮ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ? ਕਿਉਂਕਿ ਕਿਤੇ ਨਾ ਕਿਤੇ ਮੈਮ ਬੁਰਾ ਨਾ ਮੰਨਿਓ, ਪਰ ਕਿਤੇ ਨਾ ਕਿਤੇ ਸਭ ਤੋਂ ਵੱਡੇ ਦੋਸ਼ੀ ਤੁਸੀਂ ਹੋ, ਕਿਉਂਕਿ ਜਿਹੜੇ ਥੱਲੇ ਵਰਕਰ ਕੰਮ ਕਰ ਰਹੇ ਆ, ਤੁਹਾਡੇ ਹੱਥ ਦੇ ਥੱਲੇ ਕੰਮ ਕਰ ਰਹੇ ਆ, ਤੁਹਾਨੂੰ ਹੋਣਾ ਚਾਹੀਦਾ ਸੀ ਕਿ ਤੁਸੀਂ ਉਹਨਾਂ ਤੇ ਧਿਆਨ ਮਾਰੋ ਕਿ ਉਹ ਕੀ ਕੰਮ ਕਰ ਰਹੇ ਨੇ, ਕੀ ਨਹੀਂ ਕਰ ਰਹੇ। ਇਸ ਕਰਕੇ ਤੁਸੀਂ ਵੀ ਦੋਸ਼ੀ ਹੋ। ਹੁਣ ਤੁਸੀਂ ਆਪਣੀ ਗਲਤੀ ਸੁਧਾਰਨ ਵਾਸਤੇ ਉਹਨਾਂ ਤੇ ਕੀ ਕਾਰਵਾਈ ਕਰੋਗੇ ਜੇ ਤੁਹਾਨੂੰ ਪਤਾ ਲੱਗਦਾ ਕਿ ਉਹ ਬੰਦੇ ਗਲਤ ਹੈ? ਮੈਂ ਤਾਂ ਜੇਈਜ਼ ਨੂੰ, ਜਿਹੜੇ ਐਕਸੀਅਨ ਐਸਡੀਓ ਉਹਨਾਂ ਨੂੰ ਕਹੂੰਗੀ ਕਿ ਤੁਹਾਡੇ ਅੰਦਰ ਜਿਹੜੇ ਜੇਈ ਕੰਮ ਕਰਦੇ ਆ ਉਹਨਾਂ ਨੂੰ ਜਾ ਕੇ ਉਹਨਾਂ ਦੀ ਪ੍ਰੋਪਰ ਚੈਕਿੰਗ ਕਰਾਓ। ਕਿਉਂ ਫਾਈਲਾਂ ਮੇਰੇ ਕੋਲ ਉਸ ਤਰੀਕੇ ਨਾਲ ਪੁੱਟ ਅਪ ਕਰਦੇ ਆ? ਮੈਂ ਤਾਂ ਫੀਲਡ ਵਿੱਚ ਬੈਠੀ, ਆਪਣੀ ਸੀਟ ਤੇ ਬੈਠੀ, ਮੇਰੇ ਕੋਲ ਤਾਂ ਫੀਲਡ ਵਿੱਚ ਜੋ ਫਾਈਲਾਂ ਆਉਂਦੀਆਂ ਮੈਂ ਤਾਂ ਉਹਨਾਂ ਤੇ ਕਾਰਵਾਈ ਕਰਨੀ ਹੈ। ਹੁਣ ਫੀਲਡ ਤੇ ਉਹ ਰਿਪੋਰਟ ਕਿਉਂ ਦੇ ਰਿਹਾ, ਉਹਨੂੰ ਐਸਡੀਓ ਵੀ ਅਪਰੂਵ ਕਰ ਰਿਹਾ, ਉਹਨੂੰ ਐਕਸੀਅਨ ਵੀ ਅਪਰੂਵ ਕਰ ਰਿਹਾ, ਤੇ ਮੈਂ ਤਾਂ ਜੇ 3-4 ਬੰਦੇ ਅਪਰੂਵ ਕਰਕੇ ਮੈਨੂੰ ਕਹਿ ਰਹੇ ਜੀ ਓਕੇ ਆ, ਤਾਂ ਮੈਂ ਤਾਂ ਕਹੂੰਗੀ ਓਕੇ। ਸੁਣਨ ਦੇ ਵਿੱਚ ਇਹੀ ਚੀਜ਼ ਆ ਰਹੀ ਹੈ ਨਾ ਕਿ ਉਹ ਸਾਰੀ ਮਿਲੀ ਭਗਤ ਚੱਲ ਰਹੀ ਹੈ ਉਹਨਾਂ ਦੀ, ਉਹ ਵੀ ਪੈਸੇ ਖਾ ਰਿਹਾ। ਕਹਿਣਾ ਇਹ ਵੀ ਹੈ, ਚਾਹੇ ਸਾਡੇ ਕੋਲ ਪ੍ਰੂਫ ਨਹੀਂ, ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ, ਪਰ ਮੈਮ ਨਾਮ ਤੁਹਾਡਾ ਵੀ ਹੈ ਕਿ ਤੁਹਾਨੂੰ ਵੀ ਵਿੱਚ ਹਿੱਸਾ ਮਿਲਦਾ। ਮੈਂ ਤਾਂ, ਮੈਨੂੰ ਪ੍ਰੂਵ ਕਰਕੇ ਦਿਖਾਓ ਕਿ ਨਿਰਮਲਜੀਤ ਨੂੰ ਜਿਹਨੇ ਪੈਸੇ ਦਿੱਤੇ ਆ। ਮੈਂ ਤਾਂ, ਮੇਰਾ ਇੰਨੇ 25 ਸਾਲ ਮੈਨੂੰ ਇੱਥੇ ਜੌਬ ਕਰਦੀ ਨੂੰ ਹੋ ਗਏ, ਮੈਨੂੰ ਇੱਕ ਵੀ ਬੰਦਾ ਕਹਿ ਦੇ ਕਿ ਨਿਰਮਲਜੀਤ ਨੂੰ ਅਸੀਂ ਇੱਕ ਪੰਜੀ ਦਿੱਤੀ ਹੈ। ਐਲੀਗੇਸ਼ਨ ਲਾਉਣ ਨੂੰ ਤਾਂ ਜਿੰਨੇ ਮਰਜ਼ੀ ਲਾਈ ਜਾਓ। ਪਰ ਮੈਮ ਤੁਸੀਂ ਇਹ ਵੀ ਗੱਲ ਨਾਲ ਇੰਨੀ ਚੀਜ਼ ਮੰਨੀ ਹੈ ਕਿ ਜਦੋਂ 4 ਵਿਅਕਤੀ ਜਿਹੜੇ ਥੱਲੇ ਮੇਰੇ ਕੰਮ ਕਰ ਰਹੇ ਆ, ਜਦੋਂ ਸਾਈਨ ਕਰਕੇ ਕਹਿੰਦੇ ਕਿ ਸਾਰਾ ਕੁਝ ਠੀਕ ਹੈ, ਮੇਰੇ ਕੋਲ ਫਾਈਲ ਆਂਦੀ ਹੈ, ਇਸ ਕਰਕੇ ਜਦੋਂ 4 ਬੰਦੇ ਨੇ ਗਵਾਹੀ ਦੇਤੀ ਤੇ ਮੈਂ ਤਾਂ ਸਾਈਨ ਕਰਨੇ ਆ। ਤੇ ਮੈਂ ਇਹ ਥੋੜੀ ਕਹਿ ਕੇ ਕਿ ਉਹਨਾਂ ਨੇ ਪੈਸੇ, ਮੈਨੂੰ ਕੀ ਪਤਾ ਉਹ ਪੈਸੇ ਲੈ ਕੇ ਗਵਾਹੀ ਦੇ ਕੇ ਆਏ ਆ। ਮੈਨੂੰ ਇਸ ਚੀਜ਼ ਦਾ ਥੋੜੀ ਪਤਾ ਹੈ। ਉਸ ਚੀਜ਼ ਦੀ ਜ਼ਿੰਮੇਵਾਰੀ ਬਣਦੀ ਨਾ ਕਿ ਤੁਸੀਂ, ਮੈਨੂੰ ਹੁਣ ਤੁਸੀਂ ਧਿਆਨ ਚ ਲਿਆਤਾ ਆ, ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਪੈਸੇ ਲੈਂਦੇ ਆ, ਅਸੀਂ ਇਨਕੁਆਇਰੀ ਕਰਾ ਲਾਂਗੇ। ਇਹੀ ਹੋ ਸਕਦਾ। ਜਿਹੜੇ ਹੁਣ ਤੱਕ ਜਿਹੜੇ ਵਿਅਕਤੀਆਂ ਦੇ ਘਰ ਨਹੀਂ ਬਣੇ, ਜਿਹੜੇ ਵਿਚਾਰੇ ਬੇਘਰ ਹੋਏ ਪਏ ਆ ਅੱਜ ਦੇ ਟਾਈਮ ਦੇ ਵਿੱਚ ਵੀ, ਉਹਨਾਂ ਲਈ ਮੈਮ ਕੀ ਕਰਨਗੇ? ਉਹ ਜੇ ਉਸਾਰੀ ਦਾ ਕੰਮ ਸ਼ੁਰੂ ਕਰਨਗੇ, ਸਾਡੀਆਂ ਫਾਈਲਾਂ ਸਾਨੂੰ ਦੇ ਦੇਣ, ਅਸੀਂ ਕਰ ਦਾਂਗੇ। ਅਸੀਂ ਕੋਈ ਰੋਕ ਕੇ ਥੋੜੀ ਬੈਠੇ ਆ। ਮੈਮ ਉਹ ਕਹਿ ਰਹੇ 2-2 ਸਾਲ ਹੋ ਗਏ, ਉਹ ਕੰਮ ਹੀ ਨਹੀਂ ਸ਼ੁਰੂ ਕਰ ਰਹੇ ਹੋਣੇ ਨਾ। ਇੱਕ ਕੰਡੀਸ਼ਨ ਇਹ ਵੀ ਤਾਂ ਹੈ, ਤੁਹਾਨੂੰ ਮੈਂ ਦੱਸ ਰਹੀ ਹਾਂ, ਉਹਨਾਂ ਨੇ ਕੰਮ ਸ਼ੁਰੂ ਕਰਨਾ ਹੈਗਾ, ਕੰਮ ਹੀ ਨਹੀਂ ਸ਼ੁਰੂ ਕਰ ਰਹੇ ਹੋਣੇ। ਉਸਾਰੀ ਦਾ ਕੰਮ ਤਾਂ ਸ਼ੁਰੂ ਕਰਨ। ਮੈਮ ਇਹ ਵੀ ਉਹਨਾਂ ਦਾ ਕਹਿਣਾ ਹੈ ਕਿ ਪਹਿਲੀ ਕਿਸ਼ਤ ਦੇਣ ਤੋਂ ਬਾਅਦ ਸਾਡੇ ਤੋਂ ਪੈਸੇ ਮੰਗਦੇ ਆ ਕਿ 20,000 ਰੁਪਏ। ਬਿਲਕੁਲ ਨਹੀਂ, ਕੋਈ ਨਹੀਂ ਏਦਾਂ ਦਾ, ਇਹ ਸਭ ਜਾਲੀ ਹੈ। ਏਦਾਂ ਦਾ ਮੈਂ ਨਹੀਂ ਸੁਣਦੀ, ਮੇਰੇ ਕੋਈ ਏਦਾਂ ਕਰਦਾ। ਮੈਮ ਇੱਕ ਪੂਰਾ ਏਰੀਆ ਦੱਸ ਰਿਹਾ ਕਿ ਇੱਕ ਕਾਰਪੋਰੇਸ਼ਨ ਦੇ ਵਿਅਕਤੀ ਨੂੰ ਅਸੀਂ ਫੜ ਕੇ ਉੱਤੇ ਬਿਠਾਇਆ, ਉਸ ਤੋਂ ਬਾਅਦ ਉਹਦੇ ਹੱਥ ਪੈਰ ਕੰਮਣ ਲੱਗ ਗਏ। ਏਰੀਆ ਦੇ ਪ੍ਰਧਾਨ ਨੇ ਆ ਕੇ ਕਿਹਾ ਕਿ ਚਲੋ ਕੋਈ ਗੱਲ ਨਹੀਂ, ਤਾਂ ਗਲਤੀ ਹੋ ਗਈ, ਤੁਹਾਡੇ ਪੈਸੇ ਤੁਹਾਨੂੰ ਆ ਜਾਣਗੇ। ਉਹ ਬੰਦਾ ਲਿਆਓ, ਮੈਨੂੰ ਕਿਹੜਾ ਕਹਿੰਦਾ, ਮੇਰੇ ਸਾਹਮਣੇ ਪੇਸ਼ ਕਰੋ। ਮੈਮ ਜਦੋਂ ਵੀਡੀਓ ਚੱਲੇਗੀ ਤੁਸੀਂ ਉਹ ਬੰਦਾ ਮੇਰੇ ਕੋਲ ਬੈਠਾ, ਮੇਰੇ ਕੋਲ ਆ ਕੇ ਹੱਥ ਕੰਬ ਰਹੇ ਉਹਦੇ। ਨਹੀਂ ਤੁਹਾਡੇ ਕੋਲ ਆ ਕੇ ਨਹੀਂ ਮੈਮ, ਤੁਸੀਂ ਗੱਲ ਨਹੀਂ ਮੇਰੀ ਨੋਟਿਸ ਕੀਤੀ। ਉਹਨਾਂ ਦਾ ਕਹਿਣਾ ਇਹ ਹੈ ਕਿ ਕਾਰਪੋਰੇਸ਼ਨ ਜਦੋਂ ਜਾਂਦੀ ਹੈ ਇਨਕੁਆਇਰੀ ਕਰਨ ਵਾਸਤੇ, ਇੱਕ ਕਿਸ਼ਤ ਬੰਦੇ ਦੇ ਕੋਲ ਆ ਗਈ ਸੀਗੀ, ਉਸ ਤੋਂ ਬਾਅਦ ਕਾਰਪੋਰੇਸ਼ਨ ਦਾ ਇੱਕ ਵਿਅਕਤੀ ਦੁਬਾਰਾ ਉਹਦੇ ਕੋਲ ਗਿਆ, ਉਹਦਾ ਕਹਿਣਾ ਇਹ ਸੀਗਾ ਕਿ ਮੈਨੂੰ 20,000 ਰੁਪਏ ਦਿਓ ਤਾਂ ਤੁਹਾਡੀ ਬਾਕੀ ਪੇਮੈਂਟ ਆਣੀ ਹੈ। ਕਿਹੜੇ ਬੰਦੇ ਨੇ ਕਿਹਾ? ਪ੍ਰੂਫ ਦਿਓ, ਪ੍ਰੂਫ ਦਿਖਾਓ। ਜਦੋਂ ਵੀਡੀਓ ਚੱਲੇਗੀ ਉਹਦੇ ਵਿੱਚ ਤੁਹਾਨੂੰ ਸ਼ਾਰਟਸ ਦੇਖੋ, ਮੈਂ ਹੁਣ ਫੀਲਡ ਵਿੱਚ ਕੀ ਹੋ ਰਿਹਾ, ਮੇਰਾ ਆਫਿਸ ਦੇ ਵਿੱਚ ਮੇਰੀ ਜ਼ਿੰਮੇਵਾਰੀ ਹੈ। ਫੀਲਡ ਵਿੱਚ ਕੀ ਹੋ ਰਿਹਾ ਉਹਦੇ ਲਈ ਮੈਂ ਕੀ ਜ਼ਿੰਮੇਵਾਰੀ ਲੈ ਸਕਦੀ ਹਾਂ? ਮੈਂ ਤਾਂ ਕੰਮ ਫੀਲਡ ਵਿੱਚ, ਮੇਰੇ ਕੋਲ ਫਾਈਲ ਆਂਦੀ ਹੈ, ਮੈਂ ਪੈਸੇ ਪਵਾਉਣੀ ਹੈ, ਬਸ ਦੈਟਸ ਆਲ। ਫੀਲਡ ਵਿੱਚ ਹੁਣ ਬੰਦੇ ਕੀ ਕਰਕੇ ਆਉਂਦੇ ਹੈ? ਸੈਲਰੀ ਕਿੰਨੀ ਹੈ? ਮੈਂ ਅਸਿਸਟੈਂਟ ਪ੍ਰੋਜੈਕਟ ਆਫਿਸਰ ਹਾਂ। ਨਹੀਂ ਮੈਮ, ਸੈਲਰੀ ਕਿੰਨੀ ਹੈ ਤੁਹਾਡੀ? ਮੇਰੀ ਹੋਣੀ ਹੈ ਜੀ 70-80 ਹਜ਼ਾਰ। ਮੈਮ 70-80 ਹਜ਼ਾਰ ਦੇਖੋ ਤੁਸੀਂ ਲੈ ਰਹੇ ਹੋ, ਪਰ ਜਿਹੜੀ ਜ਼ਿੰਮੇਵਾਰੀ ਹੈ ਤੁਹਾਨੂੰ ਚਾਹੀਦਾ ਸੀਗਾ ਕਿ ਇੱਕ ਵਾਰੀ ਇਲਾਕੇ ਦੇ ਵਿੱਚ ਜਾ ਕੇ, ਕੰਮ ਹੋਣ ਤੋਂ ਬਾਅਦ ਹੀ ਚਾਹੇ ਇੱਕ ਵਾਰੀ ਜਾ ਕੇ ਪੁੱਛਗਿੱਛ ਜ਼ਰੂਰ ਕੀਤੀ ਜਾਵੇ ਕਿਸੇ ਨੂੰ। ਪਰ ਮੈਨੂੰ ਕਿਸੇ ਨੇ ਧਿਆਨ ਵਿੱਚ ਲਿਆਂਦਾ ਹੀ ਨਹੀਂ ਨਾ। ਅੱਜ ਤੁਸੀਂ ਦੱਸ ਰਹੇ ਹੋ, ਮੈਨੂੰ ਇਸ ਚੀਜ਼ ਦਾ ਪਹਿਲਾਂ ਪਤਾ ਹੁੰਦਾ ਤਾਂ ਮੈਂ ਕਰਾਂਦੀ ਇਨਕੁਆਇਰੀ। ਮੈਮ ਇੱਕ ਮੈਨੂੰ ਗੱਲ ਦੱਸੋ ਕਿ ਸਰਕਾਰੀ ਦਫ਼ਤਰ ਦੇ ਵਿੱਚ ਜਦੋਂ ਬੰਦਾ ਜਾਂਦਾ ਕਿੰਨੇ ਕੁ ਧੱਕੇ ਖਾਂਦਾ? ਤੁਹਾਨੂੰ ਧੱਕੇ ਖਾਣਾ, ਹੁਣ ਕਈ ਵਾਰੀ ਇੱਕ ਸਿਸਟਮ ਦੇ ਵਿੱਚੋਂ ਨਹੀਂ ਨਾ, ਚੈਨਲ 'ਚੋਂ ਪੈਸੇ ਪੈਂਦੇ, MIS ਪੋਰਟਲ ਦੇ ਉੱਤੇ ਪਹਿਲਾਂ ਚੜ੍ਹਦੇ ਆ, ਫਿਰ PFMS ਪੋਰਟਲ ਦੇ ਥਰੂ ਪੈਸੇ ਪੈਂਦੇ ਆ, ਫਿਰ ਅਸਿਸਟੈਂਟ ਕਮਿਸ਼ਨਰ ਦੇ ਸਾਈਨ ਹੁੰਦੇ, ਪ੍ਰੋਪਰ ਚੈਨਲ ਹੁੰਦਾ ਹੈਗਾ, ਟਾਈਮ ਲੱਗਦਾ ਉਹਨੂੰ ਚੈਨਲ ਹੋਣ ਨੂੰ। ਫਿਰ ਅਕਾਊਂਟੈਂਟ ਦੇ ਇਹ ਗੱਲ ਸੋਚਦਾ ਹਮੇਸ਼ਾ, ਜਿਹੜਾ ਘਰ ਨਹੀਂ ਬਣਾ ਸਕਦਾ ਉਹ ਇਹ ਗੱਲ ਸੋਚਦਾ ਕਿ ਚਲੋ ਕੋਈ ਗੱਲ ਨਹੀਂ, ਜੇ 1,75,000 ਮੈਨੂੰ ਆਣਾ, ਤੁਸੀਂ 20,000 ਲੈ ਕੇ ਬਾਕੀ ਦੇ ਦਿਓ, ਬਾਕੀ ਮੈਂ ਕਰਜ਼ਾ ਏਦਾਂ ਕੋਈ ਵੀ ਨਹੀਂ ਕਰਦਾ, ਕੋਈ ਨਹੀਂ ਕਰਦਾ। ਇਹ ਸਭ ਗਲਤ ਹੈ, ਇਲਜ਼ਾਮ ਹੈ। ਮੈਂ ਕਹਿੰਦੀ ਹਾਂ ਇੰਨਾ ਕੋਈ ਨਹੀਂ, 20,000 ਤੱਕ ਕੋਈ। ਆਮ ਵਿਅਕਤੀ ਵੱਲ ਜਾਓਗੇ ਨਾ, ਤੁਹਾਨੂੰ ਉਦੋਂ ਉਹਨਾਂ ਦੀ ਪਰੇਸ਼ਾਨੀ ਹੋਵੇ। ਏਸੀ ਦੇ ਵਿੱਚ ਬੈਠ ਕੇ ਦਫ਼ਤਰ ਦੇ ਆਪਣੀ ਝੂਲਣ ਵਾਲੀ ਕੁਰਸੀ ਤੇ ਬੈਠ ਕੇ ਕਦੀ ਵੀ ਲੋਕਾਂ ਦੇ ਜਿਹੜੇ ਦੁੱਖਾ ਪਤਾ ਨਹੀਂ ਲੱਗਦੇ। ਨਹੀਂ, ਮੈਨੂੰ ਇਸ ਚੀਜ਼ ਦਾ ਤੁਸੀਂ ਅੱਜ ਦੱਸ ਰਹੇ ਹੋ, ਮੈਂ ਨਹੀਂ ਸੁਣਿਆ ਕਿਸੇ ਕੋ ਕਿ ਕਿਸੇ ਨੇ 20,000 ਮੇਰੇ ਦਫ਼ਤਰ ਚੋਂ ਲਿਆ ਹੋਊਗਾ। ਬਾਹਰ ਇੰਨਾ ਜ਼ਰੂਰ ਸੁਣਨ ਚ ਆਇਆ ਕਿ ਬਾਹਰ ਏਜੰਟ ਬਹੁਤ ਸਾਰੇ ਤੁਰੇ ਫਿਰਦੇ ਹੈਗੇ, ਜਿਹੜੇ ਕਹਿੰਦੇ ਆ, ਜਾਂ ਜੀਓ ਟੈਗਿੰਗ ਵਾਲੇ ਜਿਹੜੇ ਅਸੀਂ ਬੰਦੇ ਪ੍ਰਾਈਵੇਟ ਰੱਖੇ ਹੋਏ ਆ, ਉਹ ਫੀਲਡ ਵਿੱਚ ਜਾਂਦੇ, ਉਹ ਲੋਕਾਂ ਕੋਲੋਂ ਪੈਸੇ ਲੈਂਦੇ। ਡੀਸੀ ਸਾਹਿਬ ਨੂੰ ਜਾਂ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਦਿੱਤੀ ਕਿ ਇਸ ਤਰ੍ਹਾਂ ਜਿਹੜੇ ਏਜੰਟ ਆ ਉਹ ਕਾਰਪੋਰੇਸ਼ਨ ਦੇ ਉੱਤੇ ਜਿਹੜਾ ਧੱਬਾ ਲੱਗ ਰਿਹਾ, ਕਾਰਪੋਰੇਸ਼ਨ ਦੀ ਜਿਹੜੀ ਬਦਨਾਮੀ ਹੋ ਰਹੀ ਹੈ, ਉਹ ਇਹਨਾਂ ਏਜੰਟਾਂ ਦੇ ਉੱਤੇ ਜਿਹੜੀ ਹੈ ਬਣਦੀ ਕਾਰਵਾਈ ਕੀਤੀ ਜਾਵੇ। ਜੇ ਡੀਸੀ ਦਫ਼ਤਰ ਦੇ ਉੱਪਰ, ਪਟਵਾਰਖਾਨੇ ਦੇ ਉੱਪਰ ਕਾਰਵਾਈ ਹੋ ਸਕਦੀ ਹੈ, ਆਰਟੀਓ ਦਫ਼ਤਰ ਦੇ ਉੱਪਰ ਜੇ ਵਿਜੀਲੈਂਸ ਕਾਰਵਾਈ। ਨਹੀਂ, ਮੈਂ ਤਾਂ ਕਹਿੰਦੀ ਹਾਂ ਜਿਹੜਾ ਗਲਤ ਹੈ, ਦੋਸ਼ੀ ਹੈ, ਉਹਨੂੰ ਸਜ਼ਾ ਦਿੱਤੀ ਜਾਵੇ। ਮੈਮ ਤੁਸੀਂ ਆਪਣੇ ਵੱਲੋਂ ਕੀ ਕੀਤਾ? ਤੁਸੀਂ ਕੋਈ ਐਪਲੀਕੇਸ਼ਨ ਦਿੱਤੀ ਹਜੇ ਤੱਕ? ਨਹੀਂ, ਮੈਨੂੰ ਕਿਸੇ ਨੇ ਕੰਪਲੇਂਟ ਕੀਤੀ ਹੋਵੇ ਤਾਂ ਮੈਨੂੰ ਤਾਂ ਕੋਈ ਅੱਜ ਤੱਕ ਬਾਹਰੋਂ ਬਾਹਰ ਹੀ ਮੈਂ ਸੁਣੀ ਜਾਨੀ, ਜਦ ਤੱਕ ਮੈਨੂੰ ਰਿਟਨ ਕੋਈ ਕਹੂਗਾ ਪੈਸੇ ਦਿੱਤੇ ਜਾਂ ਮੈਨੂੰ ਪ੍ਰੂਫ ਦਿੱਤਾ ਹੋਵੇ। ਮੈਂ ਕਹਿੰਦੀ ਮੈਨੂੰ ਕਿਸੇ ਨੇ ਦੱਸਿਆ ਅੱਜ ਤੱਕ। ਨਰਵਸ ਹੋ ਗਿਆ ਮੈਂ ਹੁਣ। ਤੁਸੀਂ ਥੋੜੀ ਦੇਰ ਪਹਿਲੇ ਇੰਨੀ ਗੱਲ ਕਹੀ ਹੈ ਕਿ ਫੀਲਡ ਦੇ ਵਿੱਚ ਲੋਕੀ ਪੈਸੇ ਲੈਂਦੇ, ਉਹ ਤਾਂ ਮੈਨੂੰ ਪਤਾ ਹੈ, ਪਰ ਮੇਰੇ ਦਫ਼ਤਰ ਦੇ ਵਿੱਚ ਆ ਕੇ ਹੋਈ ਮੈਨੂੰ। ਮੈਂ ਤਾਂ ਦਫ਼ਤਰ ਦੀ ਜ਼ਿੰਮੇਵਾਰੀ ਲੈ ਸਕਦੀ ਹਾਂ, ਬਾਹਰਲੇ ਏਜੰਟਾਂ ਦੀ ਜ਼ਿੰਮੇਵਾਰੀ ਤਾਂ ਨਹੀਂ ਲੈ ਸਕਦੀ। ਫਿਰ ਵੱਲੋਂ ਕਦੀ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ? ਮੈਨੂੰ ਬਾਹਰਲੇ ਏਜੰਟ ਮੈਨੂੰ ਕਹਿਣਗੇ ਤਾਂ ਕੁਝ ਕਹੂਗਾ ਤਾਂ ਕਰੂੰਗੀ ਨਾ।
ਮੈਂ ਵੀ ਪੁਲਿਸ ਪ੍ਰਸ਼ਾਸਨ ਦੇ ਵੱਲ ਘੁੰਮੀ ਜਾਊਂਗੀ ਜਦ ਮਤਲਬ ਮੈਂ ਕਹਿਣ ਦਾ ਭਾਵ ਇਹ ਕਿ ਮੈਮ ਏਜੰਟ ਜਦੋਂ ਤੁਹਾਨੂੰ ਕਹਿਣਗੇ ਤੁਸੀਂ ਉਦੋਂ ਘਰ ਮੈਨੂੰ ਏਜੰਟ ਮੇਰੇ ਕੋਲ ਥੋੜੀ ਆਉਂਦੇ ਆ, ਮੇਰੇ ਕੋਲ ਏਜੰਟ ਇੱਕ ਵੀ ਕਮਰੇ 'ਚ ਵੜ ਕੇ ਦਿਖਾ ਦੇਵੇ ਤਾਂ ਮੇਰੇ ਰੂਮ 'ਚ ਜਿਹੜਾ ਹੁੰਦਾ ਆਲੇ ਦੁਆਲੇ ਦੇ ਜਿਹੜੇ ਵਿਅਕਤੀ ਹੈ ਜਿਹੜੇ ਤੁਸੀਂ ਕਹਿ ਰਹੇ ਹੋ ਫੀਲਡ ਦੇ ਉਹਨਾਂ ਦੇ ਨਾਲ ਤਾਂ ਜੁੜੇ ਪਏ ਨੇ। ਨਹੀਂ ਜੁੜੇ ਤਾਂ ਕੌਣ ਏਜੰਟ ਮੈਨੂੰ ਨਹੀਂ ਪਤਾ ਇਹਦੇ ਬਾਰੇ, ਮੈਂ ਕਿਦਾਂ ਗਵਾਹੀ ਦੇ ਸਕਦੀ ਹਾਂ ਵੀ ਉਹ ਉਹਦੇ ਨਾਲ ਜੁੜੇ। ਹਰ ਮਹੀਨੇ ਇਹਨਾਂ ਨੂੰ 3-3 4-4 ਕਰੋੜ ਰੁਪਇਆ ਸਰਕਾਰ ਵੱਲੋਂ ਆ ਰਿਹਾ ਉਹਨਾਂ ਗਰੀਬ ਲੋਕਾਂ ਦੀ ਮਦਦ ਦੇ ਲਈ। ਆਖਿਰ ਉਹ 3 ਤੋਂ 4 ਕਰੋੜ ਰੁਪਇਆ ਜਿਹੜਾ ਆਉਂਦਾ ਹੈ ਉਹ ਆਖਿਰ ਕਿੱਥੇ ਜਾਂਦਾ ਹੈ? ਅਫਸਰਸ਼ਾਹੀ ਜਿਹੜੀ ਹੈ ਨਾ ਉਸਨੇ ਇਸ ਵੇਲੇ ਗਰੀਬਾਂ ਦਾ ਖੂਨ ਪੀਣਾ ਲਾਇਆ ਹੋਇਆ ਹੈ। ਤੁਸੀਂ ਵੇਖ ਸਕਦੇ ਹੋ ਕਿ ਆਖਿਰ ਇਹ ਮੈਡਮ ਜਿਨ੍ਹਾਂ ਦੀ ਅਸੀਂ ਹੁਣੇ ਇੰਟਰਵਿਊ ਕਰਕੇ ਆਏ ਆ ਕਿਵੇਂ ਕੰਬੇ ਹੋਏ ਸੀ, ਕਿਵੇਂ ਘਬਰਾਏ ਹੋਏ ਸੀਗੇ, ਤਰੇੜੀਆਂ ਪੈ ਰਹੀਆਂ ਸੀ ਮੈਡਮ ਨੂੰ। ਜਵਾਬ ਵੀ ਉਹ ਕਾਫੀ ਹੜਬੜਾਹਟ ਦੇ ਵਿੱਚ ਦੇ ਰਹੇ ਸੀਗੇ ਔਰ ਆਪਣੀ ਹੜਬੜਾਹਟ ਦੇ ਵਿੱਚ ਉਹਨਾਂ ਨੇ ਕਾਫੀ ਸਾਰੀਆਂ ਪੋਲਾਂ ਵੀ ਖੋਲ ਦਿੱਤੀਆਂ ਨੇ ਆਪਣੀਆਂ ਹੀ। ਉਹਨਾਂ ਨੂੰ ਇਵਨ ਕਿ ਮਾਰਕੀਟ ਦੇ ਰੇਟ ਤੱਕ ਪਤਾ ਨੇ। ਉਹਨਾਂ ਨੇ ਖੁਦ ਆਪਣੇ ਮੂੰਹੋਂ ਹੀ ਗੱਲ ਕਹੀ ਹੈ ਕਿ ਮੇਰੇ ਬਾਰੇ ਵੀ ਮਾਰਕੀਟ ਦੇ ਵਿੱਚ ਕਿਹਾ ਜਾਂਦਾ ਹੈ ਕਿ 20 ਤੋਂ 25,000 ਮੈਂ ਵੀ ਰਿਸ਼ਵਤ ਲੈਣੀ ਆ ਇਸੇ ਹੀ ਕੰਮ ਦੇ ਲਈ। ਔਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮਾਰਕੀਟ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜੋ ਇਹਨਾਂ ਕੰਮਾਂ ਦੇ ਲਈ ਗਰੀਬ ਲੋਕਾਂ ਕੋਲੋਂ ਰਿਸ਼ਵਤ ਮੰਗ ਰਹੇ ਨੇ, ਪੈਸੇ ਮੰਗ ਰਹੇ ਨੇ, ਲੇਕਿਨ ਉਹ ਕਹਿੰਦੇ ਕਿ ਜਦ ਤੱਕ ਮੇਰੇ ਕੋਲ ਲਿਖਤੀ ਕੋਈ ਕੰਪਲੇਂਟ ਨਹੀਂ ਆਏਗੀ ਤਾਂ ਮੈਂ ਇਸ ਦੇ ਉੱਤੇ ਕਾਰਵਾਈ ਨਹੀਂ ਕਰ ਸਕਦੀ ਹਾਂ। ਉਹਨਾਂ ਦਾ ਸਾਫ਼ ਤੌਰ ਤੇ ਇਹ ਕਹਿਣਾ ਹੈ ਕਿ ਕੋਈ ਮੇਰੇ ਕੋਲ ਆਵੇ ਕੰਪਲੇਂਟ ਲੈ ਕੇ ਤਾਂ ਹੀ ਮੈਂ ਕਾਰਵਾਈ ਕਰੂੰਗੀ, ਪਰ ਮੈਂ ਆਪਣੇ ਉੱਤੇ ਕੋਈ ਗੱਲ ਨਹੀਂ ਲੈਣਾ ਚਾਹੁੰਦੀ ਔਰ ਆਪਣੇ ਬੇਸ ਤੇ ਕੋਈ ਕੰਪਲੇਂਟ ਜਿਹੜੀ ਹੈ ਨਾ ਉਸ ਦੇ ਉੱਤੇ ਕਾਰਵਾਈ ਨਹੀਂ ਕਰਨ ਵਾਲੀ। ਕੈਮਰਾਮੈਨ ਮਨੀਸ਼ ਦੇ ਨਾਲ ਮੈਂ ਸੁਖਵਿੰਦਰ, ਦੈਨਿਕ ਦਰਪਣ ਪੰਜਾਬ।